ਨਾਗਾ ਤਾਂ ਪਹਿਲਾਂ ਹੀ ਇੱਕ ਅਲੱਗ ਨਾਗਾ ਦੇਸ਼ ਦੀ ਮੰਗ ਕਰਦੇ ਆ, ਉਹਨਾਂ ਨਾਲ ਇੰਡੀਅਨ ਸਟੇਟ ਦੀ ਗੱਲ ਵੀ ਚੱਲ ਰਹੀ ਆ। ਮੈਤੇਈਆਂ ਨੂੰ ਲੱਗਦਾ ਕਿ ਉਹ ਆ ਕੇ ਲੋਕ ਇੱਥੇ ਰਹਿ ਸਕਦੇ ਆ, ਜ਼ਮੀਨ ਖਰੀਦ ਸਕਦੇ, ਅਸੀਂ ਉੱਥੇ ਨਹੀਂ ਜਾ ਸਕਦੇ। ਪੋਲੀਟੀਕਲੀ ਇਨਫਲੂਐਂਸ਼ੀਅਲ ਆ, ਕਿਉਂਕਿ ਉੱਥੇ 60 ਸੀਟਾਂ ਆ ਵਿਧਾਨ ਸਭਾ ਦੀਆਂ, ਉਹ 'ਚੋਂ 40 ਤੇ ਜਿਹੜਾ MLA ਆ ਉਹ ਡਿਸਾਈਡ ਮੈਤੇਈ ਕਰਦੇ ਆ, CM ਉਹਨਾਂ ਦਾ ਹੀ ਬਣਦਾ ਆ। 4000 ਦੇ ਕਰੀਬ ਜਿਹੜੇ ਹਥਿਆਰ ਲੁੱਟੇ ਗਏ ਆ, ਤੇ ਜਿਹੜੀ ਖਬਰ ਆ ਉਹ ਇਹ ਕਹਿੰਦੀ ਆ ਕਿ 95% ਦੇ ਕਰੀਬ ਜਿਹੜੇ ਹਥਿਆਰ ਆ ਉਹ ਵੈਲੀ 'ਚੋਂ ਘਾਟੀ 'ਚੋਂ ਲੁੱਟੇ ਆ, ਜਿਹੜਾ ਮੈਤੇਈਆਂ ਦਾ ਏਰੀਆ ਹੈ। ਮਸਲਾ ਇਹ ਹੈ ਕਿ ਜਿਹੜੇ ਕੂਕੀਆਂ ਹੈਗੇ ਕ੍ਰਿਸਚਨ, ਜਿਹੜੇ ਮੈਤੇਈ ਹੈਗੇ ਜ਼ਿਆਦਾਤਰ ਉਹ ਹੈਗੇ ਹਿੰਦੂ। ਤਾਂ ਫਿਰ ਜਿਹੜਾ ਰਾਜਾ ਪਹਿੰਬਾ ਉਹ ਹਿੰਦੂਇਜ਼ਮ ਨੂੰ ਰਿਲੀਜਨ ਦੇ ਰੂਪ 'ਚ ਅਡਾਪਟ ਕਰਦਾ ਔਰ ਲੋਕਾਂ 'ਤੇ ਫੋਰਸਫੁਲੀ ਲਾਗੂ ਕਰਦਾ। ਉਹ ਜਿਹੜੀ ਇੰਡੀਆ ਦੇ ਕਨਸਟੀਟਿਊਸ਼ਨ 'ਚ ਆ ਮਣੀਪੁਰੀ ਲੈਂਗੁਏਜ ਜਿਹੜੀ ਐਡ ਕਰੀ ਆ, ਉਹ ਬੰਗਾਲੀ ਸਕ੍ਰਿਪਟ 'ਚ ਐਡ ਕਰੀ ਆ। ਤੇ ਬਟ ਉੱਥੇ ਅਖਬਾਰ ਜਿਹੜੇ ਹਜੇ ਆ ਉਹ ਵੀ ਬੰਗਾਲੀ ਸਕ੍ਰਿਪਟ 'ਚ ਛਪਦੇ ਆ, ਤੇ ਉਹ ਕਹਿੰਦੇ ਵੀ ਇਹਨਾਂ ਨੂੰ ਵੀ ਚੇਂਜ ਕਰੋ। ਹੁਣ ਮੈਂ ਗਿਆ ਤਾਂ ਤੇ ਅਖਬਾਰ ਦਾ ਇੱਕ ਪੰਨਾ ਬੰਗਾਲੀ ਸਕ੍ਰਿਪਟ 'ਚ ਹੁੰਦਾ, ਇੱਕ ਮੈਤੇਈ ਮੈਕ 'ਚ ਹੁੰਦਾ। ਮਸਲਾ ਇਹ ਹੈ ਨਾ ਕਿ ਜਿਹੜੀ BJP ਦੀ ਸਾਰੀ ਰਾਜਨੀਤੀ ਆ, ਉਹ ਪੂਰੀ ਦੀ ਪੂਰੀ ਰਾਜਨੀਤੀ ਪੋਲਰਾਈਜੇਸ਼ਨ ਦੀ ਆ, ਉਹ ਹਿੰਦੂ ਮੁਸਲਮਾਨ ਕਰਦੀ ਆ। ਠੀਕ, ਉਹਨਾਂ ਦਾ ਇਹ ਕਹਿਣਾ ਆ ਕਿ ਜਦ ਇੰਡੀਆ 'ਚ ਸ਼ਾਮਲ ਕਰਿਆ ਮਣੀਪੁਰ ਨੂੰ, ਮਤਲਬ 1949 ਦੇ ਵਿੱਚ ਉਹਨਾਂ ਦਾ ਕਹਿਣਾ ਕਿ ਕਰਿਆ, ਤਾਂ ਮਤਲਬ ਉਹ ਧੱਕੇ ਨਾਲ ਕਰਵਾਇਆ ਸਾਡੇ ਰਾਜੇ ਨੂੰ। ਤੋਂ 50 ਦੇ ਵਿੱਚ ਉੱਥੇ ਦਾ ਇੱਕ ਜਨ ਨੇਤਾ ਰਿਹਾ ਇਰਾਬੋਤ ਸਿੰਘ। ਉੱਥੇ ਮੈਂ ਇੱਕ ਸਿੱਖ ਦੇ ਘਰੇ ਗਿਆ, ਉਹਦੇ ਘਰੇ ਵੀ ਇਰਾਬੋਤ ਸਿੰਘ ਦੀ ਫੋਟੋ ਲੱਗੀ ਹੋਈ ਆ। ਰੇਪ ਤਾਂ ਨਹੀਂ ਇੱਦਾਂ ਆਮ ਹੁੰਦੇ, ਮਤਲਬ ਉੱਥੇ ਤਾਂ ਬੀਬੀਆਂ ਦੀ ਬਹੁਤ ਜ਼ਿਆਦਾ ਰਿਸਪੈਕਟ ਆ। ਮਾਰਵਾੜੀਆਂ ਸਾਰੀਆਂ ਅਲੱਗ-ਅਲੱਗ ਕਮਿਊਨਿਟੀਜ਼ ਦੇ ਲੋਕ, ਸਿੱਖ ਪਰਿਵਾਰ ਹੈਗੇ ਪਹਿਲਾਂ ਜ਼ਿਆਦਾ ਤੇ ਹੁਣ ਘੱਟ ਗਏ। ਹੁਣ ਮੈਨੂੰ ਲੱਗਦਾ 5-10 ਦੇ ਕਰੀਬ ਹੋਣਗੇ, ਮਿਲ ਕੇ ਆਇਆ ਉਹਨਾਂ ਨੂੰ ਵੀ। ਤੇ ਉੱਥੇ ਇੱਕ ਬੀਬੀ ਦੀ ਮਾਸਟਰ ਦੀ, ਉਹਦਾ ਨਾਮ ਮੈਂ ਨਾਮ ਨਹੀਂ ਚਲੋ ਦੱਸੂਗਾ, ਤੇ ਉਹਨੇ ਵੀ ਸਿਵਲ ਡਿਸਓਬੀਡੈਂਸ ਮੂਵਮੈਂਟ ਜਿਹੜੀ ਦੀ ਫੌਜ ਦੇ ਖਿਲਾਫ ਖੜੀ ਹੋਈ ਸੀ ਬਰਮਾ ਦੇ ਵਿੱਚ, ਉਹ 'ਚ ਪਾਰਟੀਸਪੇਟ ਕਰਿਆ। ਤਾਂ ਬਾਅਦ 'ਚ ਉਹਦੇ ਘਰੇ ਵੀ ਅਟੈਕ ਹੋਣ ਲੱਗਿਆ। ਮਤਲਬ ਇਨਸਾਫ ਇਨਸੂਫ ਤਾਂ ਨਹੀਂ ਮੈਨੂੰ ਪਤਾ, ਬਟ ਮੈਨੂੰ ਹੁਣ ਇਹ ਪਤਾ ਕਿ ਵਾਇਲੈਂਸ ਬਹੁਤ ਹੋ ਰਹੀ ਹੈ, ਨੁਕਸਾਨ ਬੜਾ ਵੱਡਾ ਹੋ ਗਿਆ। ਮਣੀਪੁਰ ਦੇ ਵਿੱਚ ਜਿਹੜਾ ਇੱਕ ਦੂਜਾ ਵੱਡਾ ਗਰੁੱਪ ਆ ਉਹ ਹੈਗਾ ਆ ਮੈਤੇਈਆਂ ਤੋਂ ਬਾਅਦ, ਉਹ ਹੈਗਾ ਨਾਗਾਸ ਦਾ। ਸਭ ਤੋਂ ਲੌਂਗੈਸਟ ਇੰਸਰਜੈਂਸੀ ਇੰਡੀਆ 'ਚ ਅਗਰ ਕੋਈ ਅਲੱਗ ਦੇਸ਼ ਲਈ ਚੱਲ ਰਹੀ ਆ ਤਾਂ ਉਹ ਨਾਗਾਲੈਂਡ ਦੀ ਆ। ਤਾਂ ਜਿਹੜੀ ਮੈਤੇਈ ਕਮਿਊਨਿਟੀ ਉਹਦੇ ਵੀ ਖਿਲਾਫ ਆ। ਉਹ ਕਹਿੰਦੇ ਕਿ ਸਾਡੀ ਸਟੇਟ ਇੱਦਾਂ ਰਹਿਣੀ ਚਾਹੀਦੀ ਹੈ, ਇਹਦੀ ਇੰਟੀਗ੍ਰਿਟੀ ਅਸੀਂ ਬਚਾ ਕੇ ਰੱਖਣੀ ਹੈ, ਸਾਡੇ ਏਰੀਏ ਤੋੜ ਕੇ ਕੱਲ੍ਹ ਤੁਸੀਂ ਨਾਗਾਜ਼ ਨੂੰ ਨਾ ਦੇ ਦਿਓ। ਤੇ ਬਟ ਉਹ ਸਾਰੀ ਪੋਲੀਟਿਕਸ ਇਹ ਆ ਕਿ ਮਤਲਬ ਉਹ ਤਾਂ ਕਨਫਲਿਕਟ ਵਾਲਾ ਏਰੀਆ ਹੈਗਾ ਆ, ਤੇ ਉੱਥੇ ਪਤਾ ਨਹੀਂ ਹੈਗਾ ਕਿ ਕਦ ਭਾਂਬੜ ਜਿਹੜਾ ਮੱਚ ਜਾਣਾ ਹੈ, ਕਦ ਲੜਾਈ ਹੋ ਜਾਊਗੀ। ਹੁਣ ਉਹਨਾਂ ਨੇ ਡਰਾਮਾ ਵੀ ਕਰਿਆ ਬੀਬੀਆਂ ਨੇ ਕਿ ਜਿੱਦਾਂ ਬੰਦੇ ਦੇ ਰੇਪ ਵਾਲੇ ਬੰਦਿਆਂ ਦੇ ਨਾਮ ਆਏ, ਜਿਹੜੇ ਬੰਦੇ ਦਾ ਸਭ ਤੋਂ ਪਹਿਲਾਂ ਨਾਮ ਆਇਆ ਅਰੈਸਟ ਹੋਈ ਆ, ਉਹਦਾ ਘਰ ਜਾ ਕੇ ਇਹਨਾਂ ਨੇ ਜਾਲਤਾ ਜਾ ਕੇ ਬੀਬੀਆਂ ਨੇ। ਸਤਿ ਸ਼੍ਰੀ ਅਕਾਲ। ਬੀ ਸੋਸ਼ਲ ਦੇ ਪ੍ਰੋਗਰਾਮ ਵਿਚਲੀ ਗੱਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ। ਇਸ ਵੇਲੇ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਬੈਠਾ ਹੋਇਆ। ਮਣੀਪੁਰ ਹਿੰਸਾ ਨੂੰ ਲੈ ਕੇ ਗੱਲਬਾਤ ਅੱਜ ਕਰਾਂਗੇ। ਹਿੰਸਾ ਕਿਉਂ ਭੜਕੀ, ਕਿਸ ਤਰ੍ਹਾਂ ਇਹ ਹਾਲਾਤ ਨੇ ਜਿਹੜੇ ਇਸ ਤਰ੍ਹਾਂ ਕਿਉਂ ਬਣਦੇ ਜਾ ਰਹੇ ਨੇ। ਲਗਾਤਾਰ ਸਰਕਾਰ ਤੇ ਸਵਾਲ ਵੀ ਭਾਵੇਂ ਉੱਠ ਰਹੇ ਨੇ, ਪਰ ਉਸ ਸਟੇਟ ਦੇ ਜਿਹੜੇ ਮੁੱਖ ਮੰਤਰੀ ਹੁੰਦੇ ਨੇ ਉਹ ਜ਼ਿੰਮੇਵਾਰ ਹੁੰਦੇ ਨੇ, ਪਰ ਉਹਨਾਂ ਦੀਆਂ ਸਟੇਟਮੈਂਟਾਂ ਵੀ ਅਜਿਹੀਆਂ ਆਉਂਦੀਆਂ ਨੇ ਜਿਨ੍ਹਾਂ ਨੂੰ ਸੁਣ ਕੇ ਹੈਰਾਨੀ ਵੀ ਹੁੰਦੀ ਆ। ਪੂਰੀ ਗੱਲਬਾਤ ਨੂੰ ਲੈ ਕੇ ਚਰਚਾ ਕਰਨ ਦੇ ਲਈ ਸਾਡੇ ਨਾਲ ਸੰਦੀਪ ਸਿੰਘ ਹੋਣਗੇ। ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਮਣੀਪੁਰ ਹਿੰਸਾ ਨੂੰ ਲੈ ਕੇ। ਬਾਈ ਸਤਿ ਸ਼੍ਰੀ ਅਕਾਲ, ਸਵਾਗਤ। ਸਤਿ ਸ਼੍ਰੀ ਅਕਾਲ ਜੀ। ਜਿਵੇਂ ਮੈਂ ਗੱਲ ਕੀਤੀ ਆ ਮਣੀਪੁਰ ਹਿੰਸਾ ਨੂੰ ਲੈ ਕੇ, ਜਿਹੜੀ ਹਿੰਸਾ ਹੋਈ ਆ ਜਾਂ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਮਣੀਪੁਰ ਦੇ ਬਣੇ ਨੇ, ਇਹ ਸਾਰਾ ਕਿਵੇਂ ਆ? ਪਹਿਲਾਂ ਤਾਂ ਜਿਹੜੀ ਗੱਲ ਇਹ ਹੈ ਕਿ ਜਿਹੜਾ ਮਣੀਪੁਰ ਆ ਉਹ ਹਿੰਸਾ ਨੂੰ ਕੋਈ ਨਵਾਂ ਨਹੀਂ ਹੈਗਾ ਕਿ ਵਾਇਲੈਂਸ ਉੱਥੇ ਹੋ ਰਹੀ ਆ, ਹਿੰਸਾ ਹੋ ਰਹੀ ਆ। ਪਹਿਲਾਂ ਵੀ ਉੱਥੇ ਲੜਾਈਆਂ ਹੁੰਦੀਆਂ ਰਹੀਆਂ, ਠੀਕ ਹੈ ਜੀ। ਤੇ ਆਪਸ 'ਚ ਵੀ ਕਮਿਊਨਿਟੀਜ਼ ਦੇ ਕਲੈਸ਼ ਹੁੰਦੇ। ਮਣੀਪੁਰ ਦੇ ਵਿੱਚ 3 ਕਮਿਊਨਿਟੀਜ਼ ਆ, ਠੀਕ ਹੈ ਜੀ। ਇੱਕ ਹੈਗੀ ਮੈਤੇਈ ਕਮਿਊਨਿਟੀ, ਉਸ ਤੋਂ ਬਾਅਦ ਜਿਹੜੀਆਂ ਟਰਾਈਬਸ ਆ ਉਹ ਹੈਗੀ ਆ ਕੂਕੀ ਟਰਾਈਬ ਔਰ ਨਾਗਾ ਟਰਾਈਬ। ਨਾਗਾ ਟਰਾਈਬ ਦੂਜੀ ਸਭ ਤੋਂ ਵੱਡੀ ਟਰਾਈਬ ਆ। ਉਸ ਤੋਂ ਬਾਅਦ ਕੂਕੀਆਂ ਦੀ ਪੋਪੂਲੇਸ਼ਨ ਆਉਂਦੀ ਆ। ਜੇ ਸਭ ਤੋਂ ਵੱਡੀ ਕੋਈ ਅਗਰ ਪਛਾਣ ਦੇ ਉੱਥੇ ਲੋਕ ਹੈਗੇ ਉਹ ਹੈਗੇ ਮੈਤੇਈ। ਬਿਲਕੁਲ, ਉਹਨਾਂ ਦੀ ਹੈਗੀ 53% ਆਬਾਦੀ, ਬਟ ਉਹ 10% ਏਰੀਏ ਦੇ ਵਿੱਚ ਰਹਿੰਦੇ ਆ ਮਣੀਪੁਰ ਦੇ, ਜਿਹੜਾ ਵੈਲੀ ਆ, ਜਿਹੜਾ ਪੱਧਰਾ ਏਰੀਆ। ਤੇ ਜਿਹੜੇ ਮੈਤੇਈ ਆ ਉਹ ਜਿਹੜੇ ਪਹਾੜੀਆਂ ਵਾਲਾ ਏਰੀਆ 90% ਏਰੀਆ, ਉੱਥੇ ਜਾ ਕੇ ਜ਼ਮੀਨ ਨਹੀਂ ਖਰੀਦ ਸਕਦੇ। ਬਟ ਜਿਹੜੇ ਪਹਾੜਾਂ 'ਚ ਰਹਿੰਦੇ ਆ, ਨਾਗਾ ਰਹਿੰਦੇ ਆ, ਕੂਕੀ ਰਹਿੰਦੇ ਆ, ਉਹ ਜਿਹੜੀ ਆ ਪਲੇਨ ਦੇ ਵਿੱਚ ਜਿਹੜਾ 10% ਏਰੀਆ ਉਹਦੇ 'ਚ ਆ ਕੇ ਜ਼ਮੀਨ ਖਰੀਦ ਸਕਦੇ ਆ। ਤੇ ਇਹੀ ਜਿਹੜਾ ਮੇਨ ਇੱਕ ਵੱਡਾ ਇਸ਼ੂ ਆ। ਮੈਤੇਈਆਂ ਨੂੰ ਲੱਗਦਾ ਕਿ ਉਹ ਆ ਕੇ ਲੋਕ ਇੱਥੇ ਰਹਿ ਸਕਦੇ ਆ, ਜ਼ਮੀਨ ਖਰੀਦ ਸਕਦੇ, ਅਸੀਂ ਉੱਥੇ ਨਹੀਂ ਜਾ ਸਕਦੇ। ਬਟ ਮੈਤੇਈ ਜਿਹੜਾ ਆ ਕਿ ਫਾਈਨੈਂਸ਼ੀਅਲੀ ਸਟਰੋਂਗ ਵੀ ਆ, ਬਿਜ਼ਨਸ ਆ ਉਹਨਾਂ ਦਾ, ਸਾਰਾ ਕੁਝ ਹੈਗਾ, ਔਰ ਕੈਪੀਟਲ ਹੈਗੀ ਆ। ਪੋਲੀਟੀਕਲੀ ਇਨਫਲੂਐਂਸ਼ੀਅਲ ਆ ਕਿਉਂਕਿ ਉੱਥੇ 60 ਸੀਟਾਂ ਆ ਵਿਧਾਨ ਸਭਾ ਦੀਆਂ, ਉਹ 'ਚੋਂ 40 ਤੇ ਜਿਹੜਾ MLA ਆ ਉਹ ਡਿਸਾਈਡ ਮੈਤੇਈ ਕਰਦੇ ਆ, CM ਉਹਨਾਂ ਦਾ ਹੀ ਬਣਦਾ ਆ। ਤੇ ਇਸ ਕਰਕੇ ਉਹਨਾਂ ਦੇ ਕੋਲ ਮਤਲਬ ਪਾਵਰ ਹੈਗੀ ਆ ਪੋਲੀਟੀਕਲ, ਬਟ ਉਹਨਾਂ ਕੋਲ ਲੱਗਦਾ ਵੀ ਸਾਨੂੰ ਲੈਂਡ ਨਹੀਂ ਮਿਲ ਰਹੀ ਹੈਗੀ। ਤੇ ਜਿਹੜੀਆਂ ਟਰਾਈਬਸ ਆ, ਨਾਗਾ ਤਾਂ ਪਹਿਲਾਂ ਹੀ ਇੱਕ ਅਲੱਗ ਨਾਗਾ ਦੇਸ਼ ਦੀ ਮੰਗ ਕਰਦੇ ਆ, ਉਹਨਾਂ ਨਾਲ ਇੰਡੀਅਨ ਸਟੇਟ ਦੀ ਗੱਲ ਵੀ ਚੱਲ ਰਹੀ ਆ, ਨਾਗਾ ਵਾਲੇ ਮੰਗ ਰਹੇ ਆ ਉਹ। ਤੇ ਕੂਕੀ ਹੈਗੇ ਆ, ਕੂਕੀ ਵੀ ਪਹਾੜਾਂ 'ਚ ਰਹਿੰਦੇ ਆ। ਤੇ ਹੁਣ ਮਸਲਾ ਇਹ ਹੋਇਆ ਕਿ ਜਿਹੜੇ ਨਾਗਾ ਔਰ ਤੇ ਕੂਕੀ ਆ ਉਹਨਾਂ ਕੋਲ ST ਦਾ ਸਟੇਟਸ ਹੈਗਾ, ਠੀਕ ਹੈ ਜੀ, ਸ਼ਡਿਊਲ ਟਰਾਈਬਸ ਦਾ ਸਟੇਟਸ ਆ। ਬਟ ਜਿਹੜੇ ਮੈਤੇਈ ਆ ਉਹਨਾਂ ਕੋਲ ਸ਼ਡਿਊਲ ਟਰਾਈਬ ਦਾ ਸਟੇਟਸ ਨਹੀਂ। ਉਹ ਪਹਿਲਾਂ ਵੀ ਜਿਹੜੀ ਆ ਇੰਡੀਆ ਦੀ ਸੈਂਟਰਲ ਗਵਰਨਮੈਂਟ ਆ, ਯੂਨੀਅਨ ਗਵਰਨਮੈਂਟ ਆ, ਮਨਮੋਹਨ ਸਿੰਘ ਦੇ ਟਾਈਮ ਵੀ ਉਹਨਾਂ ਨੇ ਜਾ ਕੇ ਮੰਗ ਕਰੀ ਕਿ ਸਾਨੂੰ ST ਦਾ ਸਟੇਟਸ ਦਿੱਤਾ ਜਾਵੇ, ਤੇ ਉਹਦੇ ਨਾਲ ਸਾਨੂੰ ਰਿਜ਼ਰਵੇਸ਼ਨ ਮਿਲੂਗਾ ਨਾ, ਤੇ ਉਹ ਜ਼ਮੀਨ ਦਾ ਵੀ ਜਿਹੜੀ ਖਰੀਦ ਪਾਣਗੇ। ਤੇ ਬਟ ਜਿਹੜੇ ਕੂਕੀ ਤੇ ਨਾਗਾ ਉਹ ਇਹਦਾ ਵਿਰੋਧ ਕਰਦੇ ਆ ਵੀ ਇਹਨਾਂ ਨੂੰ ਮੈਤੇਈਆਂ ਨੂੰ
ਇਹ ਇਨਫਲੂਐਂਸ਼ੀਅਲ ਆ, ਸਾਰਾ ਕੁਝ ਹੈਗਾ, ਤੇ ਇਹਨਾਂ ਨੂੰ ਐਸਟੀ ਦਾ ਸਟੇਟਸ ਨਹੀਂ ਮਿਲਣਾ ਚਾਹੀਦਾ। ਉਹ ਕਹਿੰਦੇ ਕਿ ਇਹਨਾਂ ਨੂੰ ਟ੍ਰਾਈਬਲ ਦਾ ਦਰਜਾ ਨਹੀਂ ਮਿਲਣਾ ਚਾਹੀਦਾ। ਤੇ ਹੁਣ ਉੱਥੇ ਹਾਈ ਕੋਰਟ 'ਚ ਮਸਲਾ ਚੱਲ ਰਿਹਾ था, ਤੇ ਹਾਈ ਕੋਰਟ ਨੇ ਕਿਹਾ ਤਾਂ ਸਰਕਾਰ ਨੂੰ ਕਿ ਇਹ ਭੇਜਿਆ ਜਾਵੇ ਇਹਨਾਂ ਦਾ ਜਿਹੜਾ ਐਸਟੀ ਦੇ ਸਟੇਟਸ ਨੂੰ ਕੰਸੀਡਰ ਕਰਨ ਦਾ। ਤਾਂ ਉਸ ਤੋਂ ਬਾਅਦ ਇਹ ਜਿਹੜੀ ਆ 3 ਮਈ ਨੂੰ ਉਹਨਾਂ ਨੇ ਰੈਲੀ ਰੱਖੀ ਸੀ ਕੂਕੀਆਂ ਨੇ, ਤੇ ਉਸ ਤੋਂ ਬਾਅਦ ਉਹ ਰੈਲੀ ਹੁੰਦੀ ਆ, ਤੇ ਉਸ ਤੋਂ ਬਾਅਦ ਉੱਥੇ ਇੱਕ ਗੇਟ ਆ ਐਂਗਲੋ ਕੂਕੀ ਵਾਰ ਮੈਮੋਰੀਅਲ, ਅੰਗਰੇਜ਼ਾਂ ਦੀ ਅਰ ਤੇ ਕੂਕੀਆਂ ਦੀ ਲੜਾਈ ਵੀ ਹੋਈ ਸੀ। ਤਾਂ ਉਹ ਵਾਰ ਮੈਮੋਰੀਅਲ ਦੇ ਗੇਟ ਨੂੰ ਕਿਸੇ ਨੇ ਅੱਗ ਲਾਤੀ। ਉਸ ਤੋਂ ਬਾਅਦ ਜਿਹੜੀ ਇਹ ਹਿੰਸਾ ਭੜਕ ਗਈ ਜੀ, ਉਹ ਹਿੰਸਾ ਭੜਕ ਜਾਂਦੀ ਹੈ। ਉਸ ਤੋਂ ਬਾਅਦ ਕਿੰਨੀਆਂ ਮੌਤਾਂ, ਕਿੰਨੇ ਹੀ ਘਰ ਜਲਾ ਦਿੱਤੇ ਜਾਂਦੇ। ਤੁਹਾਨੂੰ ਲੱਗਦਾ ਕਿ ਇਹ ਭਾਈਚਾਰਿਆਂ ਦਾ ਜਿਹੜਾ ਵਿਵਾਦ ਹੈ ਲੰਬੇ ਸਮੇਂ ਤੋਂ ਚੱਲਦਾ, ਇਹਦੇ ਵਿੱਚ ਸਰਕਾਰਾਂ ਨੇ ਦਖਲਅੰਦਾਜ਼ੀ ਕਿਉਂ ਨਹੀਂ ਕਰਕੇ ਇਸ ਮਸਲੇ ਦਾ ਹੱਲ ਕੀ ਆ, ਜਾਂ ਤੁਹਾਨੂੰ ਕੀ ਲੱਗਦਾ ਕਿ ਇਸ ਮਸਲੇ ਦਾ ਆ ਵੀ ਹੱਲ ਹੋ ਸਕਦਾ ਜੇ ਉਹ ਲੋਕ ਚਾਹਣ ਤਾਂ? ਜੇ ਦੇਖੀਏ ਕਿ ਹੁਣ ਸਰਕਾਰ ਨੇ ਉੱਥੇ ਪਿਛਲੇ 2-3 ਦਿਨ ਪਹਿਲਾਂ ਦੀ ਰਿਪੋਰਟ ਆ 12,000 ਬੰਦਾ ਡਿਟੇਨ ਕਰਿਆ, ਜੇ ਮੈਂ ਸਹੀ ਹਾਂ 12,000 ਹੀ ਆ। ਤਾਂ ਇਸ ਤੋਂ ਇਲਾਵਾ 130 ਦੇ ਕਰੀਬ ਮੌਤਾਂ ਹੋ ਗਈਆਂ, ਬਹੁਤ ਸਾਰੇ ਲੋਕ ਡਿਸਪਲੇਸ ਹੋ ਗਏ। ਜਿਹੜੇ ਵੈਲੀ ਦੇ ਵਿੱਚ ਮੈਤਈ ਇਹ ਕੂਕੀ ਰਹਿੰਦੇ ਤੇ, ਜਿਹੜਾ ਪੱਧਰਾ ਏਰੀਆ ਆ, ਕੈਪੀਟਲ ਆ, ਜਿੱਥੇ ਖੇਤੀ ਠੀਕ ਠਾਕ ਵਧੀਆ ਹੁੰਦੀ ਆ, ਪਹਾੜ ਨਹੀਂ ਹੈਗੇ, ਪਲੇਨ ਆ, ਤਾਂ ਉੱਥੋਂ ਜਿਹੜੇ ਆ ਕੂਕੀਆਂ ਨੂੰ ਘਰ ਛੱਡ ਕੇ ਜਾਣਾ ਪਿਆ ਕਿਉਂਕਿ ਉਹਨਾਂ ਦੇ ਘਰਾਂ 'ਤੇ ਅਟੈਕ ਹੋ ਰਹੇ ਤੇ। ਮਿਨਿਸਟਰ ਦੇ ਇੱਕ ਦੇ ਘਰ ਅਟੈਕ ਹੋ ਗਿਆ, ਤੇ ਫਿਰ ਉਹ ਸਾਰਾ ਇੰਨੀ ਜ਼ਿਆਦਾ ਜਿਹੜੀ ਵਾਇਲੈਂਸ ਹੋ ਗਈ। ਔਰ ਹੱਲ ਦਾ ਮਸਲਾ ਤਾਂ ਇਹ ਹੈ ਨਾ ਕਿ ਜਿਹੜਾ ਬੋਨ ਆਫ ਕੰਟੈਂਸ਼ਨ ਆ, ਜਿਹੜਾ ਮੇਨ ਮੁੱਦਾ ਆ ਕਿ ਇਹਨਾਂ ਨੂੰ ਕਿਆ ਟਰਾਈਬ ਦਾ ਸਟੇਟਸ ਮੈਤਈਆਂ ਨੂੰ ਦਿੱਤਾ ਜਾਊਗਾ। ਜੇ ਮੈਤਈਆਂ ਨੂੰ ਐਸਟੀ ਦਾ ਸਟੇਟਸ ਦੇ ਦਿੰਦੇ ਆ ਤਾਂ ਉਹ 'ਤੇ ਨਾਗਾਰ ਤੇ ਕੂਕੀ ਦੋਨੇ ਰਿਐਕਟ ਕਰਨਗੇ, ਤੇ ਇਹ ਪੱਕਾ ਹੀ ਆ, ਇਹ ਹੋਣਾ ਹੀ ਹੋਣਾ ਦਾ ਜੀ। ਤੇ ਉਹ ਰਿਐਕਟ ਕਰਦੇ, ਤੇ ਉਸ ਤੋਂ ਬਾਅਦ ਉਹ ਲੜਾਈ ਵੀ ਹੋ ਰਹੀ ਹੈ ਨਾ ਕਿ ਹੁਣ ਮਸਲਾ ਇਹ ਵੀ ਹੈ ਨਾ ਕਿ ਇਹ ਬੰਦੇ ਲੜਨੇ ਵਾਲੇ ਬੰਦੇ ਵੀ ਆ, ਲੜਾਕੂ ਵੀ ਬੰਦੇ ਆ, ਠੀਕ ਹੈ ਜੀ। ਕਿ ਮਤਲਬ ਉਹ ਟਰਾਈਬ ਆ ਕੂਕੀਆਂ ਦੀ, ਕੂਕੀ ਜਿਹੜੇ ਹੈਗੇ ਆ ਇਹਨਾਂ ਦਾ ਓਰੀਜਨ ਹੈਗਾ ਕੂਕੀ ਚੇਨ ਹਿਲਸ ਤੋਂ, ਬਰਮਾ ਤੋਂ, ਠੀਕ ਹੈ ਜੀ। ਇੱਧਰ ਵੀ ਰਹਿ ਰਹੇ ਆ, ਮਿਜ਼ੋਰਮ ਵੀ ਇਹਨਾਂ ਦੇ ਹੀ ਲੋਕ ਆ, ਇਹਨਾਂ ਦੀ ਜਿਹੜੀ ਜ਼ੋ ਫੈਮਿਲੀ ਆ ਉਹਦੇ 'ਚੋਂ ਹੀ ਆਉਂਦਾ ਸਾਰਾ। ਤਾਂ ਇਹ ਬੰਦੇ ਵੀ ਲੜਨ ਤੋਂ ਪਿੱਛੇ ਨਹੀਂ ਹਟਦੇ। ਇਹਨਾਂ ਦੇ ਕੁਝ ਗਰੁੱਪ ਵੀ ਹੈਗੇ ਆ ਜਿਹੜੇ ਲੜਾਈ ਲੜਦੇ ਆ, ਮੈਤਈਆਂ ਦੇ ਕੁਝ ਗਰੁੱਪਾਂ ਜਿਹੜੇ ਲੜਾਈ ਲੜਦੇ ਆ। ਬਟ ਜਿਹੜੇ ਕੂਕੀਆਂ ਦੇ ਗਰੁੱਪਾਂ, ਕਈਆਂ ਦੇ ਸਮਝੌਤੇ ਹੋ ਗਏ ਤੇ ਇੰਡੀਆ ਦੀ ਗਵਰਨਮੈਂਟ ਨਾਲ 2008 ਦੇ ਵਿੱਚ, ਉਹ ਅਲੱਗ ਸਟੇਟ ਦੀ ਮੰਗ ਕਰਦੇ ਤੇ ਇੰਡੀਆ ਦੇ ਵਿੱਚ। ਤੇ ਹੁਣ ਕਈਆਂ ਦੇ ਸਮਝੌਤਾ ਹੋਇਆ ਵੀ ਨਹੀਂ ਤਾਂ, ਤੇ ਹੁਣ ਵੀ ਉਹ ਸੈਪਰੇਟ ਐਡਮਿਨਿਸਟ੍ਰੇਸ਼ਨ ਦੀ ਮੰਗ ਕਰਦੇ ਆ ਕਿ ਸਾਨੂੰ ਅਲੱਗ ਦਿਓ ਮਣੀਪੁਰ ਤੋਂ, ਇਹਨਾਂ ਤੋਂ ਮੈਤਈਆਂ ਦੇ ਰੂਲ ਤੋਂ ਸਾਨੂੰ ਫ੍ਰੀ ਕਰੋ, ਕਿਉਂਕਿ ਸੀਐਮ ਉਹਨਾਂ ਦਾ ਬਣਦਾ, ਉਹਨਾਂ ਸੀਐਮ ਤੇ ਆਰੋਪ ਲਾ ਰਹੇ ਆ ਕਿ ਸੀਐਮ ਆਪਣੀ ਕਮਿਊਨਿਟੀ ਦੇ ਲੋਕਾਂ ਦਾ ਸਪੋਰਟ ਕਰਦਾ। ਔਰ ਜਿਹੜੇ ਮੈਤਈ ਆ ਪੋਲੀਟੀਕਲੀ ਇਨਫਲੂਐਂਸ਼ੀਅਲ ਆ, 40 ਐਮਐਲਏ ਉਹਨਾਂ ਦੇ ਡਿਸਾਈਡ ਕਰਦੇ ਹੀ ਆ, ਉਹ ਸੀਐਮ ਉਹਨਾਂ ਦਾ ਆ। ਤਾਂ ਉਹਨਾਂ ਦੇ ਵੀ ਗਰੁੱਪ ਹੈਗੇ ਆ, ਕਿਉਂਕਿ ਉਹ ਵੀ ਕਹਿੰਦੇ ਆ ਇੰਡੀਆ ਤੋਂ ਆਜ਼ਾਦੀ ਮੰਗਦੇ ਆ। ਉਹਨਾਂ ਦੇ ਗਰੁੱਪ ਆ ਜਿਹੜੇ, ਬਿਲਕੁਲ ਸਾਰਿਆਂ ਦਾ ਨਹੀਂ ਹੁਣ ਮੈਂ ਕਹਿ ਸਕਦਾ, ਬਟ ਉਹਨਾਂ ਦੇ ਕੁਝ ਗਰੁੱਪ ਆ ਜਿਹੜੇ ਵੈਨ ਆ, ਠੀਕ ਹੈ ਜੀ। ਉਹਨਾਂ 'ਚ ਫ੍ਰੀ ਪਾਕ ਹੈਗਾ, ਉਹਦੇ 'ਚ UNLF ਹੈਗਾ ਆ, ਤੇ ਹੋਰ ਵੀ ਹੈਗੇ ਆ ਗਰੁੱਪ, ਤੇ ਉਹ ਇੰਡੀਆ ਦੇ ਖਿਲਾਫ ਲੜਾਈ ਲੜਦੇ ਆ। ਤਾਂ ਲੜਨ ਦਾ ਉਹਨਾਂ ਨੂੰ ਕੋਈ ਐਡਾ ਚੱਕਰ ਨਹੀਂ ਹੈਗਾ, ਉਹ ਲੜਨ ਲਈ ਤਿਆਰ ਰਹਿੰਦੇ ਆ, ਤੇ ਉਹਨਾਂ ਕੋਲ ਹਥਿਆਰ ਵੀ ਆ। ਤੇ ਉਹ ਬੰਦੇ ਹੁਣ ਜਿੱਦਾਂ ਕਿ ਇਹ ਲੜਾਈ ਹੋਈ ਆ, ਤੇ ਉਸ ਟਾਈਮ ਆਈ ਥਿੰਕ ਕਰੀਬ 4000 ਦੇ ਕਰੀਬ ਹਥਿਆਰ ਲੁੱਟ ਲਏ ਜਿਹੜੇ ਇੰਡੀਆ ਦੀਆਂ ਸਿਕਿਉਰਿਟੀ ਫੋਰਸਿਸ ਆ ਜਾਂ ਪੈਰਾਮਿਲਟਰੀ ਉਹਨਾਂ ਤੋਂ ਜਾਂ ਮਨੀਪੁਰ ਵਾਲਿਆਂ ਤੋਂ। 4000 ਦੇ ਕਰੀਬ ਜਿਹੜੇ ਹਥਿਆਰ ਲੁੱਟੇ ਗਏ ਆ। ਤੇ ਜਿਹੜੀ ਖਬਰ ਆ ਉਹ ਇਹ ਕਹਿੰਦੀ ਹੈ ਕਿ 95% ਦੇ ਕਰੀਬ ਜਿਹੜੇ ਹਥਿਆਰ ਆ ਉਹ ਵੈਲੀ 'ਚੋਂ, ਘਾਟੀ 'ਚੋਂ ਲੁੱਟੇ ਆ, ਜਿਹੜਾ ਮੈਤਈਆਂ ਦਾ ਏਰੀਆ ਹੈ। ਤੇ ਇਹਦਾ ਮਤਲਬ ਕਿ ਉਹਨਾਂ ਕੋਲ ਹਥਿਆਰ ਆ। ਤੇ ਉਸ ਤੋਂ ਬਾਅਦ ਸਰਕਾਰ ਨੇ ਇਹ ਵੀ ਕਿਹਾ ਕਿ ਹਥਿਆਰ ਵਾਪਸ ਕਰ ਦਿਓ, ਕੋਈ ਪਰਚਾ ਨਹੀਂ ਕਰ ਦਾਂਗੇ। ਤਾਂ ਉਸ ਤੋਂ ਬਾਅਦ ਮੈਤਈਆਂ ਦੇ ਇੱਕ ਆਰਗੇਨਾਈਜੇਸ਼ਨ ਨੇ ਵੀ ਕਿਹਾ ਕਿ ਹਥਿਆਰ ਨਹੀਂ ਵਾਪਸ ਕਰਨੇ ਹੈਗੇ। ਤਾਂ ਉਹਨਾਂ ਦੇ ਹੁਣ ਸੈਡੀਸ਼ਨ ਵੀ ਇੱਕ ਦੇ ਲੱਗੀ ਆ। ਤੇ ਹੁਣ ਜਿਹੜੇ ਬੀਜੇਪੀ ਦੇ ਉਹ ਕੂਕੀ ਐਮਐਲਏ ਆ ਇੱਕ, ਤੇ ਉਹਨਾਂ ਨੇ ਤਾਂ ਇਹ ਵੀ ਕਿਹਾ ਕਿ ਜਿਹੜੇ ਹਥਿਆਰ ਆ ਜਿਹੜੇ ਮੈਤਈ ਏਰੀਆ ਦੇ ਵਿੱਚ ਲੁੱਟੇ ਗਏ ਆ, ਤੇ ਕਿਆ ਉਹ ਲੁੱਟੇ ਗਏ ਆ ਜਾਂ ਫਿਰ ਗਿਫਟ ਕਰੇ ਗਏ ਆ। ਮਤਲਬ ਹੁਣ ਜਿਹੜੇ ਮੈਤਈਆਂ ਦੇ ਇੰਸਰਜੈਂਟ ਗਰੁੱਪ ਆ, ਉਹਨਾਂ ਦਾ ਇਹ ਵੀ ਕਹਿਣਾ ਕਿ ਮਤਲਬ ਕੱਲ੍ਹ ਕਹਿੰਦੇ ਕਿ ਇਹ ਮਿਸਯੂਜ਼ ਵੀ ਕਰ ਸਕਦੇ ਨਾ, ਮਤਲਬ ਕੱਲ੍ਹ ਇੰਡੀਆ ਦੀ ਸਰਕਾਰ ਦੇ ਖਿਲਾਫ ਵੀ ਲੜਨਗੇ, ਸ਼ਾਇਦ ਉਹੀ ਹਥਿਆਰ ਯੂਜ਼ ਕਰ ਲੈਣ। ਅਸਾਮ ਦੇ ਵਿੱਚ ਲੈ ਕੇ ਉਹਨੂੰ ਅਲਰਟ ਜਾਰੀ ਕਰਤਾ ਕਿ ਉਹ ਹਥਿਆਰ ਕੱਲ੍ਹ ਨੂੰ ਕਿਤੇ ਜਿਹੜੇ ਉੱਧਰ ਗਰੁੱਪਾਂ, ਬੈਂਡ ਗਰੁੱਪ, ਉੱਧਰ ਬੈਨ ਗਰੁੱਪ ਵੀ ਲੜ ਰਹੇ ਆ ਨਾ, ਤੇ ਜਿਹੜੇ ਅਸਾਮ ਨੂੰ ਵੀ ਕਹਿੰਦੇ ਕਿ ਇੰਡੀਆ ਦਾ ਹਿੱਸਾ ਨਹੀਂ ਹੋਣਾ ਚਾਹੀਦਾ, ਇੰਡੀਆ ਤੋਂ ਆਜ਼ਾਦ ਹੋਣਾ ਚਾਹੀਦਾ, ਤੇ ਉਹਨਾਂ ਦੇ ਕੋਲ ਨਾ ਪਹੁੰਚ ਜਾਣ। ਤਾਂ ਉਹ ਵੀ ਵੱਡਾ ਇੱਕ ਫੀਅਰ ਬਣਿਆ ਹੋਇਆ ਜੀ। ਤੇ ਉਸ ਤੋਂ ਇਲਾਵਾ ਸਰਕਾਰ ਨੇ ਹੁਣ ਪਿਛਲੇ ਕੁਝ ਦਿਨਾਂ 'ਚ ਬੰਕਰ ਬੰਕਰ ਬਹੁਤ ਬਣਾਏ ਤੇ, ਤੇ ਉੱਥੇ ਇਹ ਸਾਰਾ ਹੈ ਕਿ ਮਤਲਬ ਲੋਕ ਵਿਜੀਲੈਂਟ, ਮਤਲਬ ਇਕੱਠੇ ਹੋ ਕੇ, ਆਰਗੇਨਾਈਜ਼ ਹੋ ਕੇ ਆਪਣੀ ਕਮਿਊਨਿਟੀ ਦੇ ਲਈ ਉਹਨਾਂ ਨੂੰ ਲੱਗਦਾ ਵੀ ਲੜਨਾ ਹੈ, ਤਾਂ ਉਹ ਚੱਲ ਜਾਂਦੇ ਆ ਲੜਨ। ਸੰਦੀਪ, ਇੱਕ ਹੋਰ ਵੀ ਹੈ ਜਿਸ ਤਰ੍ਹਾਂ ਦੇ ਨਾਲ ਬਹੁਤ ਸਾਰੀਆਂ ਧਰਮ ਦੀ ਫਿਰਕਾਪ੍ਰਸਤੀ ਵੀ ਹੈ। ਧਰਮ ਨੂੰ ਲੈ ਕੇ ਮੰਨਿਆ ਜਾਂਦਾ ਕਿ ਹਰ ਕਬੀਲੇ ਦੇ ਵਿੱਚ ਵੱਖ-ਵੱਖ ਧਰਮਾਂ ਦੇ ਜਿਹੜੇ ਲੋਕ ਨੇ ਉਹ ਰਹਿੰਦੇ ਨੇ, ਭਾਈਚਾਰੇ। ਉਹ ਧਰਮ ਵਾਲਾ ਕੀ ਮਸਲਾ ਹੈਗਾ? ਕਿਉਂਕਿ ਕਹਿੰਦੇ ਇਸ ਤਰ੍ਹਾਂ ਦਾ ਨਹੀਂ ਹੁੰਦਾ ਸੀ ਪਹਿਲਾਂ, ਕਿਸੇ ਵੀ ਧਾਰਮਿਕ ਧਾਰਮਿਕ ਸਥਾਨ ਹੁੰਦਾ ਸੀ ਉਸ ਨੂੰ ਜਲਾਇਆ ਨਹੀਂ ਜਾਂਦਾ ਸੀ। ਸਾਡੇ ਇਸ ਵਾਰ ਪਹਿਲੀ ਵਾਰੀ ਹੋ ਰਿਹਾ ਕਿ ਇਸ ਤਰ੍ਹਾਂ ਹੋ ਰਿਹਾ ਉੱਥੇ? ਨਹੀਂ, ਹਾਂ, ਮਸਲਾ ਇਹ ਹੈ ਕਿ ਜਿਹੜੇ ਕੂਕੀਆਂ ਹੈਗੇ ਕ੍ਰਿਸਚੀਅਨ, ਜਿਹੜੇ ਮੈਤਈ ਹੈਗੇ ਜ਼ਿਆਦਾਤਰ ਉਹ ਹੈਗੇ ਹਿੰਦੂ। ਤੇ ਇੱਦਾਂ ਕਿਹਾ ਜਾਂਦਾ ਹੈ ਕਿ ਜਿਹੜੀਆਂ ਚਰਚਾਂ ਨੂੰ ਅੱਗ ਲਾਤੀ, ਠੀਕ ਹੈ ਜੀ। ਤੇ ਉਧਰ ਕੁਝ ਮੰਦਿਰਾਂ ਨੂੰ ਤੋੜਨ ਦੀ ਵੀ ਖਬਰ ਆ ਰਹੀ ਆ। ਤੇ ਹੁਣ ਇੱਥੇ ਮਸਲਾ ਆਇਆ ਕਿ ਸਾਰੇ ਲੋਕ ਕਹਿੰਦੇ ਕਿ ਕੂਕੀਆਂ ਦਾ ਕ੍ਰਿਸਚੀਅਨ ਧਰਮ ਆ, ਬਟ ਜਦ ਮੈਤਈਆਂ ਤੇ ਕੂਕੀਆਂ ਦੀ ਲੜਾਈ ਹੋਈ ਤਾਂ ਉਹ ਜਿਹੜਾ ਮੈਤਈ ਕਮਿਊਨਿਟੀ ਆ ਉਹਨਾਂ ਨੂੰ ਲੱਗਦਾ ਵੀ ਕੂਕੀਆਂ ਨਾਲ ਜੁੜੀ ਜਿਹੜੀ ਵੀ ਚੀਜ਼ ਆ ਉਹਨੂੰ ਅਸੀਂ ਖਤਮ ਕਰਨਾ, ਠੀਕ ਹੈ ਜੀ। ਸਕੂਲ ਤੇ ਅਟੈਕ ਕਰਤਾ, ਸਕੂਲ ਨੂੰ ਕਿਤੇ ਅੱਗ ਲਾਤੀ, ਉਹਨਾਂ ਦੀ ਜਿਹੜੀ ਰਿਲੀਜੀਅਸ ਪਲੇਸ ਆ ਉਹਨੂੰ ਬਰਨ ਕਰਤਾ, ਘਰ ਨੂੰ ਅੱਗ ਲਾਤੀ, ਬੀਬੀਆਂ ਦਾ ਰੇਪ ਕਰਦਾ, ਸੈਕਸੁਅਲੀ ਅਸੌਲਟ ਕਰਤਾ। ਤੇ ਇਹ ਸਾਰੀਆਂ ਚੀਜ਼ਾਂ ਕਨਫਲਿਕਟ 'ਚ ਹੋ ਰਹੀਆਂ। ਬਟ ਇਹ ਜਿਹੜੀ ਉਧਰ ਵਾਇਲੈਂਸ ਹੋ ਰਹੀ ਆ,
ਇਹ ਰਿਲੀਜਨ ਨੂੰ ਲੈ ਕੇ ਟਾਰਗੇਟਡ ਨਹੀਂ ਹੈਗੀ, ਇਹ ਪਛਾਣ ਨੂੰ ਲੈ ਕੇ ਆ। ਮੈਤਈਆਂ ਦੀ ਇੱਕ ਪਛਾਣ ਆ, ਉਧਰੋਂ ਕੂਕੀਆਂ ਦੀ ਇੱਕ ਪਛਾਣ ਆ, ਉਹਨਾਂ ਦੀ ਟ੍ਰਾਈਬਲ ਪਛਾਣ ਆ, ਇਹਨਾਂ ਨੂੰ ਟ੍ਰਾਈਬਲ ਦਾ ਦਰਜਾ ਨਹੀਂ ਹੈਗਾ ਤੇ ਉਹਨਾਂ ਦੋ ਕਮਿਊਨਿਟੀਆਂ ਦਾ ਆਪਸ 'ਚ ਕਲੈਸ਼ ਆ, ਲੈਂਡ ਨੂੰ ਲੈ ਕੇ, ਕੰਟਰੋਲ ਨੂੰ ਲੈ ਕੇ, ਰਿਸੋਰਸਸ ਨੂੰ ਲੈ ਕੇ। ਇਹ ਧਰਮ ਦਾ ਮਸਲਾ ਨਹੀਂ ਹੈਗਾ। ਜੇ ਆਪਾਂ ਮੈਤਈਆਂ ਦੀ ਗੱਲ ਕਰੀਏ, ਮੈਤਈਆਂ ਦੇ ਵਿੱਚੋਂ ਬਹੁਤਾ ਜਿਹੜਾ ਤਬਕਾ ਹਿੰਦੂ ਆ, ਠੀਕ ਹੈ ਜੀ, ਬਟ ਇਹ ਹਿੰਦੂ ਇਹ ਬਹੁਤ ਰੀਸੈਂਟਲੀ ਬਣਿਆ 300-400 ਸਾਲ ਪਹਿਲਾਂ, ਤੇ ਹਿੰਦੂਇਜ਼ਮ ਉੱਥੇ ਜਾਣ ਲੱਗ ਗਿਆ ਤਾਂ 15ਵੀਂ-16ਵੀਂ ਸਦੀ ਦੇ ਟਾਈਮ ਤੇ 18ਵੀਂ ਸਦੀ ਦੇ ਕਰੀਬ ਤੇ ਇੱਥੋਂ ਇੱਕ ਜਾਂਦਾ ਹੈ ਬੰਗਾਲ ਤੋਂ ਇੱਕ ਬ੍ਰਾਹਮਣ ਸ਼ਾਂਤੀਦਾਸ ਗੁਸਾਈ, ਉਹ ਉੱਥੇ ਜਿਹੜਾ ਮੈਤਈਆਂ ਦਾ ਰਾਜਾ ਹੁੰਦਾ ਉਹਦਾ ਨਾਮ ਸੀ ਪਹਿੰਬਾ ਜੀ। ਤੇ ਉਹਨੂੰ ਉਹ ਕਹਿੰਦਾ ਕਿ ਯਾਰ ਤੁਹਾਡਾ ਜਿਹੜਾ ਰਿਲੀਜਨ, ਉਹਨੂੰ ਕਨਵਿੰਸ ਕਰਦਾ ਵੀ ਯਾਰ ਤੁਸੀਂ ਇਹਨੂੰ ਨਾ ਹਿੰਦੂਇਜ਼ਮ ਨੂੰ ਆਪਣਾ ਰਿਲੀਜਨ ਬਣਾ ਲਓ ਤੇ ਇਹ ਵਧੀਆ ਆ, ਤੁਹਾਡੇ ਵਾਲਾ ਰਿਲੀਜਨ ਤੁਸੀਂ ਇਹਨੂੰ ਛੱਡੋ। ਤਾਂ ਫਿਰ ਜਿਹੜਾ ਰਾਜਾ ਪਹਿੰਬਾ ਉਹ ਹਿੰਦੂਇਜ਼ਮ ਨੂੰ ਰਿਲੀਜਨ ਦੇ ਰੂਪ 'ਚ ਅਡਾਪਟ ਕਰਦਾ ਔਰ ਲੋਕਾਂ ਤੇ ਫੋਰਸਫੁਲੀ ਲਾਗੂ ਕਰਦਾ। ਮੈਤਈਆਂ ਨੂੰ ਕਹਿੰਦਾ ਵੀ ਤੁਸੀਂ ਹਿੰਦੂ ਬਣੋ, ਔਰ ਜਿਹੜਾ ਬੰਦਾ ਹਿੰਦੂ ਨਹੀਂ ਬਣਦਾ ਤਾਂ ਉਹਨੂੰ ਪ੍ਰੋਸੀਕਿਊਟ ਕਰਦੇ ਤੇ, ਉਹਦੇ ਤੇ ਅਤਿਆਚਾਰ ਕਰਦੇ ਤੇ। ਉਸ ਤੋਂ ਬਾਅਦ ਇਹ ਬੰਦੇ ਜਿਹੜੇ ਆ ਉਹ ਹਿੰਦੂ ਬਣਿਆ, ਧੱਕੇ ਨਾਲ ਉਹਨਾਂ ਨੂੰ ਬਣਾਇਆ। ਉਸ ਤੋਂ ਪਹਿਲਾਂ ਉੱਥੇ ਜਾਤ ਪਾਤ ਵੀ ਨਹੀਂ ਸੀ, ਉਸ ਤੋਂ ਬਾਅਦ ਉੱਥੇ ਜਾਤ ਪਾਤ ਵੀ ਆ ਗਈ ਜੀ, ਠੀਕ ਹੈ ਜੀ, ਉਸ ਤੋਂ ਪਹਿਲਾਂ ਨਹੀਂ ਹੈਗਾ ਤਾਂ। ਔਰ ਮੈਤਈਆਂ ਦਾ ਬੜਾ ਲੰਬਾ ਇਤਿਹਾਸ ਆ। ਇਸ ਤੋਂ ਇਲਾਵਾ ਉਹ ਰਾਜੇ ਦਾ ਨਾਮ ਪਹਿੰਬਾ ਦਾ ਨਾਮ ਬਦਲ ਕੇ ਗਰੀਬ ਨਵਾਜ਼ ਕਰ ਦਿੰਦਾ ਆ ਜੀ। ਮੈਤਈਆਂ ਦੀ ਆਪਣੀ ਜਿਹੜੀ ਭਾਸ਼ਾ ਦੀ ਇੱਕ ਸਕ੍ਰਿਪਟ ਦੀ ਮੈਤਈ ਮਯਕ, ਉਹਦੇ 'ਚ ਉਹਨਾਂ ਦੇ ਗ੍ਰੰਥ ਲਿਖੇ ਹੋਏ ਤੇ ਉਹਨਾਂ ਨੂੰ ਪੂਆਸ ਕਹਿੰਦੇ ਆ, ਠੀਕ ਹੈ ਜੀ। ਤੇ ਉਹਨੇ ਕੀ ਕਰਿਆ, ਜਿਹੜਾ ਸ਼ਾਂਤੀਦਾਸ ਗੋਸਾਈ ਦਾ ਬੰਗਾਲੀ ਬ੍ਰਾਹਮਣ ਦਾ, ਉਹ ਕਹਿੰਦਾ ਵੀ ਤੁਸੀਂ ਆਪਣੇ ਗ੍ਰੰਥਾਂ ਨੂੰ, ਲਾਇਬ੍ਰੇਰੀਆਂ ਜਿਹੜੀਆਂ ਇਹਨਾਂ ਨੂੰ ਵੀ ਜਾਲ ਦੇ। ਤਾਂ ਫਿਰ ਉਹ ਮੈਤਈਆਂ ਦੀਆਂ ਜਿਹੜੀਆਂ ਉਹ ਕਿਤਾਬਾਂ ਦੀਆਂ ਪੂਆਸ ਦੀਆਂ ਉਹਨਾਂ ਨੂੰ ਅੱਗ ਲਵਾ ਦਿੰਦਾ ਹੈ ਜੀ। ਤੇ ਉਹ ਮੈਤਈ ਮਯਕ ਉਹਨਾਂ ਦੀ ਸਕ੍ਰਿਪਟ ਦੀ, ਜਿੱਦਾਂ ਆਪਣੀ ਗੁਰਮੁਖੀ ਆ ਉੱਦਾਂ ਮੈਤਈ ਮਯਕ ਸਕ੍ਰਿਪਟ ਆ। ਤੇ ਕਿਹਾ ਜਾਂਦਾ ਕਿ ਅੰਗਰੇਜ਼ ਤਾਂ ਮੈਤਈ ਮਯਕ ਸਕ੍ਰਿਪਟ 'ਚ ਲੋਕਾਂ ਨੂੰ ਪੜ੍ਹਾਉਣਾ ਚਾਹੁੰਦੇ ਤੇ, ਅੰਗਰੇਜ਼ ਵੀ ਉੱਥੇ ਬਾਅਦ 'ਚੋਂ ਪਹੁੰਚੇ ਤੇ ਬਟ ਜਿਹੜੇ ਉੱਥੇ ਦੀ ਐਲੀਟ ਦੀ ਮੈਤਈਆਂ ਦੀ, ਉਹ ਕਹਿੰਦੀ ਆ, ਉਹਨੇ ਕਿਹਾ ਕਿ ਅਸੀਂ ਬੰਗਾਲੀ 'ਚ ਪੜ੍ਹ ਲਾਂਗੇ, ਕਿਉਂਕਿ ਉਹ ਬਾਹਰ ਜਾ ਕੇ ਇਹ ਢਾਕਾ ਵਾਲੀ ਸਾਈਡ, ਇੱਧਰ ਕੋਲਕਾਤਾ, ਸੈਲਹਟ, ਇੱਧਰ ਜਾ ਕੇ ਪੜ੍ਹ ਕੇ ਆਉਂਦੇ, ਤਾਂ ਉਹ ਕਹਿੰਦੇ ਵੀ ਅਸੀਂ ਕੋਈ ਨਹੀਂ, ਸਾਨੂੰ ਬੰਗਾਲੀ ਲੈ ਲਾਂਗੇ। ਤਾਂ ਫਿਰ ਮੈਤਈਆਂ ਦਾ ਉਹਨੂੰ ਵੀ ਲੈ ਕੇ ਬੜਾ ਸਟਰਗਲ ਆ, ਆਪਣੀ ਭਾਸ਼ਾ ਨੂੰ ਵੀ। ਰਿਲੀਜਨ ਦੀ ਤਾਂ ਗੱਲ ਆਪਾਂ ਕਰ ਰਹੇ ਹਾਂ, ਭਾਸ਼ਾ 'ਤੇ ਆ ਜਾਈਏ। ਤੇ ਇੰਡੀਆ ਦੇ ਵਿੱਚ ਇਹਨਾਂ ਨੇ ਕੀ ਕਰਿਆ, ਉਹ ਬੰਗਾਲੀ ਉਹ ਚੱਲੀ ਗਈ ਮਣੀਪੁਰ ਦੇ ਵਿੱਚ, ਤੇ ਮੈਤਈ ਨੇ ਫਿਰ ਬਾਅਦ 'ਚੋਂ ਜਿਹੜੇ ਉਹਨਾਂ ਦੇ ਕੁਝ ਗਰੁੱਪ ਤੇ ਉਹ ਕਹਿਣ ਲੱਗੇ ਵੀ ਸਾਡੀ ਆਪਣੀ ਸਕ੍ਰਿਪਟ ਹੋਣੀ ਚਾਹੀਦੀ ਹੈ, ਮੈਤਈ ਮਯਕ, ਅਸੀਂ ਕਿਉਂ ਬੰਗਾਲੀਆਂ ਦੀ ਸਕ੍ਰਿਪਟ 'ਚ ਆਪਣੀ ਭਾਸ਼ਾ ਪੜ੍ਹੀਏ। ਮੰਨ ਲਓ ਕਿ ਆਪਣੀ ਜਿਹੜੀ ਪੰਜਾਬੀ ਆ, ਆਪਾਂ ਗੁਰਮੁਖੀ ਦੀ ਜਗ੍ਹਾ ਆਪਾਂ ਨੂੰ ਕੋਈ ਹਿੰਦੀ 'ਚ ਪੜ੍ਹਾਉਣ ਲੱਗ ਜਾਵੇ, ਉਹਨਾਂ ਨਾਲ ਉਹ ਕੰਮ, ਉੱਥੇ ਦੇਵਾਨਗਰੀ 'ਚ ਪੜ੍ਹਾਉਣ ਲੱਗ ਜਾਵੇ, ਉਹਨਾਂ ਨਾਲ ਉਹ ਕੰਮ ਹੋ ਰਿਹਾ ਤਾਂ ਫਿਰ ਉਹਨਾਂ ਦੀ ਜਿਹੜੀ ਭਾਸ਼ਾ ਆ, ਉਹ ਜਿਹੜੀ ਇੰਡੀਆ ਦੇ ਕਨਸਟੀਟਿਊਸ਼ਨ 'ਚ ਆ, ਮਣੀਪੁਰੀ ਲੈਂਗੁਏਜ ਜਿਹੜੀ ਐਡ ਕਰੀ ਆ, ਉਹ ਬੰਗਾਲੀ ਸਕ੍ਰਿਪਟ 'ਚ ਐਡ ਕਰੀ ਆ ਜੀ। ਤੇ ਫਿਰ ਉਹਨਾਂ ਨੇ ਸਟਰਗਲ ਕਰਿਆ, ਸਰਕਾਰ ਨੂੰ ਕਹਿੰਦੇ ਰਹੇ ਵੀ ਸਾਡੀ ਸਕ੍ਰਿਪਟ ਲਾਗੂ ਕਰੋ, ਅਸੀਂ ਬੰਗਾਲੀ ਨਹੀਂ ਪੜ੍ਹਨੀ ਹੈਗੀ। ਤਾਂ ਫਿਰ ਉਹਨਾਂ ਨੇ 2005 ਦੇ ਵਿੱਚ, ਜੇ ਮੈਂ ਐਗਜ਼ੈਕਟ ਮੈਨੂੰ ਈਅਰ ਯਾਦ ਆ, 2005 ਦੇ ਵਿੱਚ ਉਹਨਾਂ ਦਾ ਇੱਕ ਆਰਗੇਨਾਈਜੇਸ਼ਨ ਆ ਮੀਲਾਲ, ਉਹਨਾਂ ਨੇ ਤਕੜੀ ਲੜਾਈ ਲੜੀ ਆ। ਤਾਂ ਉਹ ਬੰਦੇ ਜਾਣੇ ਆ ਜਿਹੜੀਆਂ ਇਹਨਾਂ ਦੀਆਂ ਲਾਇਬ੍ਰੇਰੀ ਦੀ, ਸਟੇਟ ਸੈਂਟਰਲ ਲਾਇਬ੍ਰੇਰੀ ਦੀ ਇੰਫਾਲ ਦੇ ਵਿੱਚ, ਉਹ ਉਹਨੂੰ ਅੱਗ ਲਾ ਦਿੰਦੇ ਆ। ਉਹਦੇ ਵਿੱਚ ਜ਼ਿਆਦਾਤਰ ਬੰਗਾਲੀ ਭਾਸ਼ਾ ਵਾਲੀਆਂ ਕਿਤਾਬਾਂ ਵੀ ਦੀਆਂ, ਹੋਰ ਵੀ ਦੀਆਂ। ਉਹ ਕਹਿੰਦੇ ਵੀ ਸਾਡੀ ਭਾਸ਼ਾ ਲਾਗੂ ਕਰੋ। ਉਹ ਤੋਂ 1-2 ਮਹੀਨੇ ਬਾਅਦ ਫਿਰ ਇਹਨਾਂ ਨੇ ਸਕੂਲਾਂ ਦੇ ਵਿੱਚ ਮੈਤਈ ਮਯਕ ਸਕ੍ਰਿਪਟ ਪੜ੍ਹਾਉਣੀ ਸ਼ੁਰੂ ਕਰ ਦਿੱਤੀ ਜੀ। ਤੇ ਹੁਣ ਉੱਥੇ ਸਕੂਲਾਂ 'ਚ ਆਹੀ ਪੜ੍ਹਾ ਰਹੇ ਆ ਜੀ। ਤੇ ਬਟ ਉੱਥੇ ਅਖਬਾਰ ਜਿਹੜੇ ਹਜੇ ਉਹ ਵੀ ਬੰਗਾਲੀ ਸਕ੍ਰਿਪਟ 'ਚ ਛਪਦੇ ਆ। ਤੇ ਉਹ ਕਹਿੰਦੇ ਵੀ ਇਹਨਾਂ ਨੂੰ ਵੀ ਚੇਂਜ ਕਰੋ। ਹੁਣ ਮੈਂ ਗਿਆ ਤਾਂ ਤੇ ਅਖਬਾਰ ਦਾ ਇੱਕ ਪੰਨਾ ਬੰਗਾਲੀ ਸਕ੍ਰਿਪਟ 'ਚ ਹੁੰਦਾ, ਇੱਕ ਮੈਤਈ ਮਯਕ 'ਚ ਹੁੰਦਾ। ਉਹਨਾਂ ਨੂੰ ਕਹਿੰਦਾ ਵੀ ਇਹਨੂੰ ਕਰੋ, ਛੱਡੋ। ਤੇ ਉਹ ਬਟ ਜਿਹੜੇ ਅਖਬਾਰਾਂ ਦੇ ਐਡੀਟਰ, ਉਹਨਾਂ ਦਾ ਇਹ ਕਹਿਣਾ ਵੀ ਜਿਹੜੇ ਪੁਰਾਣੇ ਬੰਦੇ ਆ ਉਹਨਾਂ ਨੂੰ ਤਾਂ ਬੰਗਾਲੀ ਸਕ੍ਰਿਪਟ ਹੀ ਪਤਾ, ਉਹਨਾਂ ਨੂੰ ਤਾਂ ਆਪਣੀ ਸਕ੍ਰਿਪਟ ਵੀ ਨਹੀਂ ਆਉਂਦੀ। ਤਾਂ ਉਹਨੂੰ ਲੈ ਕੇ ਵੀ ਮਸਲਾ ਹੈਗਾ ਆ। ਤੇ ਇਹ ਰਿਲੀਜਨ ਦਾ ਮਸਲਾ ਨਹੀਂ ਹੈਗਾ, ਹਿੰਦੂ ਕ੍ਰਿਸਚਨ ਵਾਲਾ ਮਸਲਾ ਨਹੀਂ ਹੈਗਾ, ਇਹ ਦੋ ਅਲੱਗ-ਅਲੱਗ ਪਛਾਣਾਂ ਦੀ ਲੜਾਈ। ਇੱਕ ਫਿਰਕੇ ਨੂੰ ਟਾਰਗੇਟ ਕੀਤਾ ਜਾਂਦਾ ਕਿ ਆਹ ਭਾਈਚਾਰੇ ਨੂੰ ਟਾਰਗੇਟ ਕਰਨਾ, ਜਿਹੜੇ ਵੀ ਇਹਨਾਂ ਦੇ ਹਿੱਸੇ ਆਉਂਦੀਆਂ ਨੇ ਚੀਜ਼ਾਂ, ਉਹਨਾਂ ਨੂੰ ਟਾਰਗੇਟ ਕਰ ਦਿਓ। ਚਾਹੇ ਉਹ 'ਚ ਵੂਮਨ ਆ, ਚਾਹੇ ਕੋਈ ਬਿਜ਼ਨਸ ਆ, ਕੋਈ ਵੀ ਘਰ ਆ, ਚਾਹੇ ਸਕੂਲ ਆ, ਸਾਰਾ ਤੋੜ ਦਿਓ। ਮਤਲਬ ਉਹ ਇਹੀ ਚੱਲ ਰਿਹਾ। ਰਿਲੀਜਨ ਦਾ ਕੋਈ ਮਸਲਾ ਨਹੀਂ ਹੈਗਾ ਜੀ, ਜਾਨੀ ਕਿ ਧਾਰਮਿਕ ਮਸਲਾ ਨਹੀਂ ਹੈਗਾ ਕੋਈ। ਧਾਰਮਿਕ ਮਸਲਾ ਨਹੀਂ। ਤੁਹਾਨੂੰ ਕੀ ਲੱਗਦਾ ਜਦੋਂ ਇਹ ਤਕਰੀਬਨ 3 ਮਹੀਨੇ ਤੋਂ ਲਗਭਗ ਸਮਾਂ ਹੋ ਗਿਆ ਜਦੋਂ ਦੀ ਹਿੰਸਾ ਭੜਕੀ ਹੋਈ ਆ, ਲਗਾਤਾਰ ਜਿਹੜੇ ਅਗਜਣੀ ਹੋ ਰਹੀ ਆ, ਲਗਾਤਾਰ ਜਿਹੜੇ ਲੋਕ ਨੇ ਉਹ ਮਰ ਰਹੇ ਨੇ, ਪਰ ਦੇਸ਼ ਦੇ ਪ੍ਰਧਾਨ ਮੰਤਰੀ ਉਦੋਂ ਮੂੰਹ ਖੋਲ੍ਹਦੇ ਨੇ ਜਦੋਂ ਵਾਇਰਲ ਵੀਡੀਓ ਹੋ ਜਾਂਦੀ ਹੈ ਇੱਕ ਲੜਕੀਆਂ ਨੂੰ ਸੜਕ ਦੇ ਉੱਤੇ ਬਗੈਰ ਕੱਪੜਿਆਂ ਤੋਂ ਘੁਮਾਇਆ ਜਾਂਦਾ, ਉਸ ਤੋਂ ਬਾਅਦ ਇਹ ਸਾਰਾ ਕੁਝ ਹੁੰਦਾ। ਹਾਲਾਂਕਿ ਉਹਦੇ ਬਾਰੇ ਬਹੁਤ ਸਾਰੇ ਦਾਅਵੇ ਨੇ, ਬਹੁਤ ਸਾਰੇ ਲੋਕ, ਉਹਨਾਂ ਦਾ ਕਹਿਣਾ ਹੈ, ਪੁਲਿਸ ਦਾ ਕਹਿਣਾ ਕਿ ਸਾਡੇ ਤੋਂ ਛੁਡਾ ਕੇ ਲੈ ਕੇ ਇਹਨਾਂ ਕੁੜੀਆਂ ਨੂੰ ਛੁਡਾ ਕੇ ਲੈ ਜਾਇਆ ਗਿਆ। ਹਾਲਾਂਕਿ ਉਹਨਾਂ ਦਾ ਕਹਿਣਾ ਕਿ ਨਹੀਂ, ਸਾਨੂੰ ਪੁਲਿਸ ਦੇ ਵੱਲੋਂ ਹੀ ਇਹਨਾਂ ਭੀੜ ਨੂੰ ਦਿੱਤਾ ਗਿਆ ਸਾਨੂੰ। ਇਹ ਮਾਮਲੇ ਨੂੰ ਕੀ ਲੱਗਦਾ ਕਿ ਜੇਕਰ ਦੇਸ਼ ਦਾ ਪ੍ਰਧਾਨ ਮੰਤਰੀ, ਦੇਸ਼ ਦਾ ਜਿਹੜਾ ਗ੍ਰਹਿ ਵਿਭਾਗ ਆ, ਕਿਤੇ ਨਾ ਕਿਤੇ ਥੋੜ੍ਹਾ ਜਿਹਾ ਤਾਂ ਹੋਵੇ ਤਾਂ ਕਿਤੇ ਨਾ ਕਿਤੇ ਹੱਲ ਹੋ ਸਕਦਾ ਸੀ ਪਹਿਲਾਂ? ਨਹੀਂ, ਮਸਲਾ ਇਹ ਹੈ ਨਾ ਕਿ ਜਿਹੜੀ ਬੀਜੇਪੀ ਦੀ ਸਾਰੀ ਰਾਜਨੀਤੀ ਆ, ਉਹ ਪੂਰੀ ਦੀ ਪੂਰੀ ਰਾਜਨੀਤੀ ਪੋਲਰਾਈਜੇਸ਼ਨ ਦੀ ਆ। ਉਹ ਹਿੰਦੂ ਮੁਸਲਮਾਨ ਕਰਦੀ ਆ, ਠੀਕ ਹੈ ਨਾ ਜੀ, ਉਹਦੇ ਆਧਾਰ ਤੇ ਲੜਦੀ ਆ। ਉਹ ਜਾਤਾਂ ਦੇ ਆਧਾਰ ਤੇ ਕਰਦੀ। ਵੈਸੇ ਉਹ ਜਾਤਾਂ ਤੋਂ ਉੱਪਰ ਚੱਕ ਕੇ ਹਿੰਦੂ ਮੁਸਲਮਾਨ ਦੇ ਕਰਤੇ ਕਰ ਦਿੰਦੇ ਆ। ਪਾਕਿਸਤਾਨ ਨੂੰ ਗਾਲਾਂ ਕੱਢੀ ਜਾਣਗੇ, ਇੰਡੀਆ ਵਾਲਿਆਂ ਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਵੀ ਇੱਥੇ ਕਿਆ ਚੱਲ ਰਿਹਾ ਨਾ, ਸਰਕਾਰ ਦੀਆਂ ਪਾਲਿਸੀਆਂ ਸਹੀ ਹੈ ਜਾਂ ਨਹੀਂ ਆ।
ਤੇ ਮਣੀਪੁਰ ਦੇ ਵਿੱਚ ਵੀ ਤਾਂ ਦੇਖੋ ਤੁਸੀਂ, ਇਹਨਾਂ ਨੂੰ ਮਤਲਬ ਬੇਸਿਕਲੀ ਇਹ ਸਰਕਾਰ ਹੈ ਕਿ ਅਕਾਊਂਟੇਬਿਲਟੀ ਇਹਨਾਂ ਦੀ ਹੈ ਨਹੀਂ, ਰਿਸਪੌਂਸਿਬਿਲਟੀ ਹੈ ਨਹੀਂ। ਕੁਝ ਗਲਤ ਹੁੰਦਾ ਹੈ ਤਾਂ ਓਪੋਜੀਸ਼ਨ ਦੇ ਮੜ ਦੋ। ਕਿ ਮਤਲਬ ਉਹ ਟ੍ਰੇਨ ਦਾ ਹਾਦਸਾ ਹੋਇਆ ਉੜੀਸਾ 'ਚ, ਉਹ ਕਹਿੰਦੇ ਕਿ ਮੁਸਲਮਾਨ ਦਾ ਨਾਮ ਲੈਤਾ। ਪਹਿਲਾਂ ਇੱਕ ਵਾਰੀ ਯੂਪੀ ਸਾਈਡ ਹੋਇਆ ਤਾਂ ਉਹ 'ਚ ਪਾਕਿਸਤਾਨ ਦਾ ਨਾਮ ਲੈ ਦਿਓ। ਤੇ ਮਤਲਬ ਸਾਰੀਆਂ ਚੀਜ਼ਾਂ ਕਿਸੇ ਨਾ ਕਿਸੇ ਤੇ ਪਾ ਦਿਓ। ਨੋਟਬੰਦੀ ਜਾਂ ਫੇਲ ਹੋਈ, ਕਹਿਣ ਲੱਗ ਗਿਆ ਵੀ ਇਹਦਾ ਯਾਰ ਬਹੁਤ ਅਮੀਰ ਬੰਦੇ ਆ, ਉਹ ਇੱਕ ਵਾਰੀ ਕਹਿੰਦਾ ਮੈਨੂੰ ਮਰਵਾਉਣਾ ਚਾਹੁੰਦੇ ਆ। ਮਤਲਬ ਉਹ ਰਿਸਪੌਂਸਿਬਿਲਟੀ ਬੰਦਾ ਕਦੇ ਨਹੀਂ ਲੈਂਦਾ ਨਰਿੰਦਰ ਮੋਦੀ। ਮਤਲਬ ਇਹ ਉਹਦਾ ਬੇਸਿਕਲੀ ਉਹਦੇ ਕੋਲ ਇੱਕੋ ਇੱਕ ਡਿਫੈਂਸ ਆ ਕਿ ਮਤਲਬ ਬੋਲੂਗਾ ਹੀ ਨਹੀਂ ਕਿਸੇ ਵੀ ਇਸ਼ੂ ਤੇ। ਠੀਕ ਹੈ ਜੀ, ਕਿਸਾਨਾਂ ਦੇ 4 ਗੱਡੀਆਂ ਚੜਾਤੀ ਦੀ ਸਿੱਖ ਉੱਥੇ ਯੂਪੀ 'ਚ, ਉੱਥੇ ਕਿਹੜੇ ਬੋਲ ਪਿਆ। ਤੇ ਮਤਲਬ ਉਹ ਰਿਸਪੌਂਸਿਬਿਲਟੀ ਨਾਮ ਦੀ ਚੀਜ਼ ਨਹੀਂ। ਬਟ ਜੇ ਮੋਦੀ ਸਮਝਦਾਰ ਹੁੰਦਾ ਤੇ ਉਹਨੂੰ ਪਤਾ ਹੁੰਦਾ ਕਿ ਇਹ ਸੈਂਸਿਟਿਵ ਏਰੀਆ, ਕਿਉਂਕਿ ਜੇ ਤੁਸੀਂ ਦੇਖੋਗੇ ਨਾ ਜਿੱਦੀ ਬੀਜੇਪੀ ਸੱਤਾ 'ਚ ਆਈ ਹੋਈ ਆ, ਨਾਰਥ ਈਸਟ ਇਹਨਾਂ ਨੇ ਪੂਰੀ ਤਰ੍ਹਾਂ ਉਹਨੂੰ ਸ਼ਾਂਤ ਰੱਖਿਆ, ਜ਼ਿਆਦਾਤਰ ਤੇ ਕਰਿਆ ਨਹੀਂ। ਉਧਰ ਅਸਾਮ 'ਚ ਚੀਜ਼ਾਂ ਹੋ ਰਹੀਆਂ, ਬਟ ਉਹ ਸਰਕਾਰ ਮੁਸਲਮਾਨਾਂ ਦੇ ਖਿਲਾਫ ਜਿਹੜੇ ਐਕਸ਼ਨ ਲੈਂਦੀ ਆ ਉਹਦੇ ਨਾਲ ਇਹਨਾਂ ਦੇ ਫੇਵਰ 'ਚ ਪੋਲਰਾਈਜੇਸ਼ਨ ਹੁੰਦਾ। ਬਾਕੀ ਉਧਰ ਨਾਰਥ ਈਸਟ ਦੀਆਂ ਪੋਲੀਟੀਕਲ ਪਾਰਟੀਆਂ ਨੂੰ ਇਹਨਾਂ ਨੇ ਆਪਣਾ ਉੱਥੇ ਅਲਾਇੰਸ ਵੀ ਬਣਾਇਆ ਉਧਰ ਜੀ। ਤੇ ਨਾਰਥ ਈਸਟ ਦੇ ਵਿੱਚ ਜਿਹੜਾ ਹਿਮੰਤ ਬਿਸਵਾ ਸਰਮਾ ਆ, ਅਸਾਮ ਦਾ ਮੁੱਖ ਮੰਤਰੀ ਆ, ਉਹ ਸਾਰਾ ਇਹਨਾਂ ਨੇ ਉਧਰ ਲਾਇਆ। ਪਹਿਲਾਂ ਉਹ ਕਾਂਗਰਸ 'ਚੋਂ ਲਿਆਂਦਾ, ਫਿਰ ਉਹਨੂੰ ਸਾਰੇ ਨੂੰ ਜਿਹੜੀਆਂ ਨਾਰਥ ਈਸਟ ਦੀਆਂ ਪੋਲੀਟੀਕਲ ਪਾਰਟੀਆਂ ਉਹਨਾਂ ਨੂੰ ਆਪਣੇ ਨੇੜੇ ਲਿਆਉਣ ਲਈ, ਉਹਨਾਂ ਨਾਲ ਅਲਾਇੰਸ ਕਰਨ ਲਈ, ਉਹ ਸਾਰੀਆਂ ਚੀਜ਼ਾਂ ਲਈ ਉਹਨੂੰ ਲਾਇਆ। ਤੇ ਇਹਨਾਂ ਨੂੰ ਲੱਗਿਆ ਕਿ ਸਾਡਾ ਕੰਮ ਚੱਲੀ ਜਾਏਗਾ। ਬਟ ਇਹ ਜਦ ਵਾਇਲੈਂਸ ਬ੍ਰੇਕ ਆਊਟ ਹੋਈ ਆ ਤਾਂ ਉਹ ਤੋਂ ਪਹਿਲਾਂ ਵੀ ਇਹ ਰੋਕ ਸਕਦੇ ਸੀ। ਪਤਾ ਇਹ ਜਿਹੜਾ ਮਾਹੌਲ ਆ ਪਿਛਲੇ ਕਾਫੀ ਸਾਲਾਂ ਤੋਂ ਬਣ ਰਿਹਾ, ਠੀਕ ਹੈ ਜੀ, ਕੂਕੀਆਂ ਦੇ ਖਿਲਾਫ। 1.5-2 ਸਾਲ ਪਹਿਲਾਂ ਦੀ ਗੱਲ ਆ, ਮਣੀਪੁਰ ਦਾ ਮੁੱਖ ਮੰਤਰੀ ਆ ਐਨ ਵੀਰੇਨ ਸਿੰਘ, ਮੈਤਈ ਕਮਿਊਨਿਟੀ ਤੋਂ ਆ। ਉਹ ਕਹਿੰਦਾ ਸੀ ਅਸੀਂ NRC ਕਰਵਾਉਣਾ। ਕਹਿੰਦਾ ਵੀ ਬਰਮਾ ਤੋਂ ਜਿਹੜੇ ਲੋਕ ਆ ਉਰੇ ਆ ਰਹੇ ਆ ਕੂਕੀ, ਕਿਉਂਕਿ ਕੂਕੀਆਂ ਦੇ ਰਿਸ਼ਤੇਦਾਰ ਆ, ਉਹ ਜਾਣ ਪਛਾਣਾ ਇੱਕੋ ਕਮਿਊਨਿਟੀ ਆ, ਉਹ ਆ ਕੇ ਜੰਗਲਾਂ 'ਚ ਇੱਥੇ ਬਸ ਰਹੇ ਆ ਪਹਾੜਾਂ ਦੇ, ਤੇ ਸਾਡੀ ਜਿਹੜੀ ਡੈਮੋਗ੍ਰਾਫੀ ਚੇਂਜ ਕਰ ਦਾਂਗੇ, ਇੱਥੇ NRC ਕਰਵਾਉਣਾ। ਜਿੱਦਾਂ ਤੁਹਾਨੂੰ ਪਤਾ ਹੀ ਹੋਣਾ NRC CA ਦਾ ਰੌਲਾ ਪਿਆ, ਮੁਸਲਮਾਨਾਂ ਨੇ ਕਿੰਨਾ ਪ੍ਰੋਟੈਸਟ ਕਰਿਆ, ਸਿੱਖਾਂ ਨੇ ਉਹਨਾਂ ਦੀ ਸਪੋਰਟ ਕਰੀ ਕਿ ਇਹ ਨਹੀਂ ਹੋਣਾ ਚਾਹੀਦਾ, ਮੁਸਲਿਮ ਕਮਿਊਨਿਟੀ ਨੂੰ ਟਾਰਗੇਟ ਕਰਨਾ ਚਾਹ ਰਹੇ ਹੋ ਤੁਸੀਂ। ਤਾਂ ਉੱਥੇ ਉਹ NRC ਕਰਵਾਉਣ ਦੀਆਂ ਗੱਲਾਂ ਕਰਦਾ ਤਾ। ਫਿਰ ਉਹ ਕਹਿੰਦਾ ਕਿ ਜੰਗਲ 'ਚ ਬਹੁਤ ਸਾਰੇ ਜਿਹੜੇ ਪਿੰਡ ਆ ਉਹ ਵਸ ਗਏ, ਤੇ ਇਹ ਪਿੰਡਾਂ ਇਹ ਇਲੀਗਲ ਸੈਟਲਰਸ ਆ, ਇਹ ਤਾਂ ਬਾਹਰੋਂ ਆਏ ਹੋਏ ਆ। ਤਾਂ ਉਹਨੇ ਉੱਥੇ ਜਾ ਕੇ ਉਹਨਾਂ ਨੂੰ ਪਿੰਡਾਂ ਨੂੰ ਹਟਾਉਣ ਦੀ ਵੀ ਕੋਸ਼ਿਸ਼ ਕਰੀ, ਤੇ ਉੱਥੇ ਲੋਕਾਂ ਦੀ ਝੜਪ ਵੀ ਹੋਈ ਆ। ਠੀਕ ਹੈ ਜੀ, ਤਾਂ ਉੱਥੇ ਫਿਰ ਜਦ ਉਹਦਾ ਫਿਰ ਬਾਅਦ 'ਚ ਜਦ ਝੜਪ ਹੋ ਗਈ ਲੋਕਾਂ ਦੀ ਪੁਲਿਸ ਦੇ ਨਾਲ, ਤਾਂ ਉਹਦਾ ਕਹਿਣਾ ਤਾਂ ਕਿ ਇਹ ਜਿਹੜੇ ਬੰਦਿਆਂ ਨੇ ਝੜਪ ਕਰੀ ਆ, ਇਹ ਬੰਦੇ ਉਹ ਆ ਜਿਨ੍ਹਾਂ ਨੇ ਸਰਕਾਰ ਦੇ ਨਾਲ ਸਸਪੈਂਸ਼ਨ ਆਫ ਆਪਰੇਸ਼ਨ ਐਗਰੀਮੈਂਟ ਕਰਿਆ ਤਾਂ 2008 ਦੇ ਵਿੱਚ, ਸੈਂਟਰਲ ਗਵਰਨਮੈਂਟ ਨਾਲ ਸਸਪੈਂਸ਼ਨ ਆਫ ਆਪਰੇਸ਼ਨ ਐਗਰੀਮੈਂਟ ਕਰਿਆ ਤਾਂ ਕੂਕੀ ਸੰਗਠਨਾਂ ਨੇ, ਜਿਹੜੇ ਇੰਡੀਆ ਦੇ ਵਿੱਚ ਲੜ ਰਹੇ ਤੇ ਹਥਿਆਰ ਚੱਕ ਕੇ ਸੈਪਰੇਟ ਸਟੇਟ ਦੀ ਮੰਗ ਕਰਦੇ ਤੇ। ਉਹਨਾਂ ਨੇ ਕਹਿੰਦਾ ਕਿ ਸਪੋਰਟ ਕਰੀ ਹੈ ਇਹਨਾਂ ਪ੍ਰਦਰਸ਼ਨ ਕਰਨ ਵਾਲਿਆਂ ਨੂੰ। ਤਾਂ ਉਹ ਕਹਿ ਕੇ ਉਹ ਬੰਦਾ ਕੀ ਕਰਦਾ ਐਨ ਵੀਰੇਨ ਸਿੰਘ, ਆਈ ਥਿੰਕ 2 ਗਰੁੱਪ ਇਦਾਂ ਦੇ ਜਿਨ੍ਹਾਂ ਨਾਲ ਉਹ ਸਮਝੌਤੇ ਤੋਂ ਬਾਹਰ ਨਿਕਲ ਗਿਆ। ਸੈਂਟਰਲ ਗਵਰਨਮੈਂਟ ਇੱਕ ਪਾਰਟੀ ਦੀ, ਉਹਦੇ 'ਚ ਇੱਕ ਮਣੀਪੁਰ ਸਰਕਾਰ ਦੀ, ਇੱਕ ਉਹ ਗਰੁੱਪ ਦੇ ਜਿਹੜੇ ਕਿ ਸ਼ਾਂਤੀ ਦੇ ਲਈ ਸਸਪੈਂਸ਼ਨ ਆਫ ਆਪਰੇਸ਼ਨ ਕਰ ਲਿਆ ਕਿ ਅਸੀਂ ਹੁਣ ਹਥਿਆਰ ਚੱਕ ਕੇ ਨਹੀਂ ਲੜਾਂਗੇ, ਕੈਂਪਾਂ 'ਚ ਬੈਠੇ ਰਹਿ ਰਹੇ ਤੇ ਉਹ, ਤੇ ਉਹਨਾਂ ਨਾਲ ਸਮਝੌਤੇ ਤੋਂ ਹਟ ਗਿਆ। ਮੋਦੀ ਸਰਕਾਰ ਨੂੰ ਪਤਾ ਨਹੀਂ ਹੈਗਾ ਕਿ ਕੋਈ ਇੱਕ ਇਨਸਰਜੈਂਟ ਗਰੁੱਪ ਆ ਜਿਹੜਾ ਹਥਿਆਰ ਚੱਕ ਕੇ ਲੜ ਰਿਹਾ ਦਾ, ਉਹਦੇ ਨਾਲ ਸਮਝੌਤੇ 'ਚ ਮਣੀਪੁਰ ਸਰਕਾਰ ਜੇ ਹਟ ਰਹੀ ਆ ਤਾਂ ਮਤਲਬ ਹਾਲਤ ਖਰਾਬ ਹੋਣਗੇ। ਤੁਸੀਂ ਕਿੱਦਾਂ ਦੇ ਹਾਲਾਤ ਬਣ ਰਹੇ ਆ। ਔਰ ਬਾਕੀ ਉੱਥੇ ਦੇ ਜਿਹੜੇ MLA ਦੇ ਕੂਕੀ ਕਹਿੰਦੇ ਵੀ ਯਾਰ ਪਹਾੜੀ ਏਰੀਆ ਦੇ ਵਿੱਚ ਤੁਸੀਂ ਕਿੱਦਾਂ ਡਿਸੀਜਨ ਲੈ ਲਓਗੇ ਨਾ, ਸਾਡੇ ਮਤਲਬ ਇਦਾਂ ਸਰਕਾਰ ਕਿੱਦਾਂ ਆ ਕੇ ਡਿਸੀਜਨ ਲਊਗੀ, ਪਹਾੜੀ ਏਰੀਆ ਇਹ ਜੰਗਲ ਹੈਗਾ, ਇਹ ਸਾਡੀ ਜਗ੍ਹਾ, ਤੁਸੀਂ ਆ ਕੇ ਕਦੇ ਵੀ ਕਿਸੇ ਨੂੰ ਵੀ ਆ ਕੇ ਕਹਿੰਦੇ ਵੀ ਇਹਨੂੰ ਉਜਾੜਨਾ ਆ, ਕਦੇ ਤੁਸੀਂ ਹੁਣ ਫਿਰ ਇਸ ਤੋਂ ਇਲਾਵਾ ਇੱਕ ਹੋਰ ਆਰੋਪ ਲਾਇਆ ਵੀ ਇਹ ਆ ਕੇ ਕੂਕੀ ਆ ਜਿਹੜੇ ਇਹ ਬਰਮਾ ਤੋਂ ਆਏ ਆ, ਇਹ ਇਲੀਗਲ ਇਮੀਗ੍ਰੈਂਟਸ ਆ, ਇਹ ਭੁੱਕੀ ਦੀ ਖੇਤੀ ਕਰਦੇ ਆ, ਪੋਪੀ ਕਲਟੀਵੇਸ਼ਨ ਕਰਦੇ ਆ, ਜਿੱਦਾਂ ਅਫਗਾਨਿਸਤਾਨ 'ਚ ਖੇਤੀ ਹੁੰਦੀ ਹੈ ਨਾ ਅਫੀਮ ਦੀ, ਇਹ ਵੀ ਚਰਚਾ ਹੁੰਦੀ ਹੈ। ਇਹ ਵੀ ਉਹਨਾਂ ਤੇ ਆਰੋਪ ਲਾਤਾ। ਤੇ ਪੂਰੀ ਤਰ੍ਹਾਂ ਉਹਨੇ ਜਿਹੜੀ ਮੈਤਈ ਕਮਿਊਨਿਟੀ ਮੈਜੋਰਟੀ ਕਮਿਊਨਿਟੀ ਹੈ ਉਹਨੂੰ ਆਪਣੇ ਪੱਖ 'ਚ ਪੋਲਰਾਈਜ਼ ਕਰਿਆ। ਤੇ ਉਹਨੂੰ ਪਤਾ ਕਿ ਸਾਡੇ ਕੋਲ ਪੋਲੀਟੀਕਲ ਪਾਵਰ ਆ, ਦਿੱਲੀ ਵਾਲੇ ਕੁਝ ਨਹੀਂ ਕਹਿ ਰਹੇ, ਤੇ ਮੋਦੀ ਸਰਕਾਰ ਨੇ ਉੱਤੇ ਵੀ ਨਹੀਂ ਕੁਝ ਕਿਹਾ, ਮਤਲਬ ਉਹ ਚੁੱਪ ਕਰਕੇ ਬੈਠੇ ਰਹੇ, ਤੇ ਇਹ ਚੀਜ਼ਾਂ ਹੁੰਦੀਆਂ ਰਹੀਆਂ। ਤੁਹਾਨੂੰ ਲੱਗਦਾ ਕਿ ਜਿਹੜੀ ਤੁਸੀਂ ਤਾਂ ਜਾ ਕੇ ਆਏ ਹੋ, ਉੱਥੋਂ ਦੇ ਲੋਕ ਆ ਜਿਹੜੇ ਉਹ ਕਿਸ ਤਰ੍ਹਾਂ ਦੀ ਗੱਲਬਾਤ ਕਰਦੇ ਨੇ? ਜਦੋਂ ਆਮ ਇੱਕ ਤੁਸੀਂ ਵੀ ਜਾ ਕੇ ਆਏ ਜਾਂ ਹੋਰ ਲੋਕ ਵੀ ਬਹੁਤ ਸਾਰੇ ਜਾਂਦੇ ਨੇ, ਉਹਨਾਂ ਦੀ ਗੱਲਬਾਤ ਕੀ ਹੁੰਦੀ ਆ? ਨਹੀਂ, ਬੇਸਿਕਲੀ ਜੇ ਤੁਸੀਂ ਇੰਫਾਲ ਜਾਓਗੇ, ਜਿਹੜਾ ਮੈਤਈ ਡੋਮੀਨੇਟਡ ਏਰੀਆ ਤੇ ਜਿਹੜਾ ਪਹਾੜੀ ਏਰੀਆ, ਉਹ 'ਚ ਕੰਪਲੀਟਲੀ ਡਿਫਰੈਂਟ ਆ। ਤੁਸੀਂ ਮੈਤਈਆਂ ਨਾਲ ਗੱਲ ਕਰ ਲਓਗੇ, ਗੱਲ ਕਰ ਲੈਣਗੇ, ਤੁਹਾਨੂੰ ਦੱਸ ਵੀ ਦੇਣਗੇ। ਕੂਕੀ ਜਿਹੜਾ ਏਰੀਆ ਟਰਾਈਬਲ ਆ ਉਹ, ਤੇ ਮਤਲਬ ਉਹ ਸਪੀਸ਼ੀਅਸ ਰਹਿੰਦੇ, ਉਹਨਾਂ ਨੂੰ ਬੜਾ ਸ਼ੱਕ ਦੇ ਨਜ਼ਰ ਨਾਲ ਤੁਹਾਨੂੰ ਦੇਖਦੇ ਆ ਨਾ। ਅੱਛਾ। ਤੇ ਫਿਰ ਮੈਤਈ ਤੁਹਾਡੇ ਨਾਲ ਗੱਲ ਕਰ ਲੈਣਗੇ, ਬਟ ਅਸਲ 'ਚ ਜੇ ਆਪਾਂ ਉਹ ਗੱਲਾਂ ਕਰਨ ਲੱਗ ਜੀ ਵੀ ਉਹ ਕੀ ਗੱਲਾਂ ਕਰਦੇ ਆ, ਤੇ ਫਿਰ ਉਹ ਇੰਡੀਆ ਦੀ ਸਰਕਾਰ ਨੂੰ ਜ਼ਿਆਦਾ ਪਸੰਦ ਨਹੀਂ ਆਣੀ ਆ। ਜੀ। ਮਤਲਬ ਕੂਕੀਆਂ ਦਾ ਤਾਂ ਇਹ ਆ ਕਿ ਉਹਨਾਂ ਦਾ ਤਾਂ ਕੰਮ ਚੱਲ ਰਿਹਾ, ਠੀਕ ਹੈ ਨਾ ਜੀ, ਉਸ ਮਤਲਬ ਸੈਪਰੇਟ ਸਟੇਟ ਦੀ ਪਹਿਲਾਂ ਮੰਗ ਕਰਦੇ ਤੇ, ਠੀਕ ਆ, ਉਹ ਜ਼ਿਆਦਾ ਮਤਲਬ ਉਹਨਾਂ ਨੂੰ ਚੀਜ਼ਾਂ ਜਿਹੜੀਆਂ ਹੈਗੀਆਂ, ਉਹ ਜੰਗਲਾਂ 'ਚ ਰਹਿ ਰਹੇ, ਪਹਾੜਾਂ ਦੇ ਉੱਤੇ ਰਹਿ ਰਹੇ ਨਾ, ਹਿਲ ਏਰੀਆ ਉਹਨਾਂ ਦਾ, ਤੇ ਇਹਨਾਂ ਦਾ ਮੈਤਈਆਂ ਦਾ ਪਲੇਨ ਆ। ਮੈਤਈਆਂ ਨੂੰ ਇਹ ਲੱਗਦਾ ਕਿ ਮੈਤਈਆਂ ਦੇ ਤੁਹਾਨੂੰ ਇੰਟਰਸਟਿੰਗ ਗੱਲਾਂ ਦੱਸਦਾ ਕਿ ਜਿਹੜੇ ਮੈਤਈ ਆ, ਮਤਲਬ ਚਾਹੇ ਉਹ ਹਿੰਦੂ ਆ, ਮੈਜੋਰਟੀ ਹਿੰਦੂ ਆ, ਇੱਥੇ ਤਾਂ ਕਹਿੰਦੇ ਆ ਕਿ ਦੇਖੋ ਹਿੰਦੂਆਂ ਤੇ ਅਟੈਕ ਹੋ ਰਿਹਾ ਜੀ, ਹਾਂਜੀ, ਬਟ ਜਿਹੜੇ ਮੈਤਈ ਆ ਉਹਨਾਂ ਦੇ ਮਤਲਬ ਕੁਝ ਗਰੁੱਪ ਆ ਜਿਹੜੇ ਇੰਡੀਆ ਤੋਂ ਆਜ਼ਾਦੀ ਮੰਗਦੇ ਆ। ਉਹਨਾਂ ਦਾ ਇਹ ਕਹਿਣਾ ਆ ਕਿ ਜਦ ਇੰਡੀਆ 'ਚ ਸ਼ਾਮਲ ਕਰਿਆ ਮਣੀਪੁਰ ਨੂੰ, ਮਤਲਬ 1949 ਦੇ ਵਿੱਚ ਉਹਨਾਂ ਦਾ ਕਹਿਣਾ ਕਿ ਕਰਿਆ,
ਤਾਂ ਮਤਲਬ ਉਹ ਧੱਕੇ ਨਾਲ ਕਰਵਾਇਆ ਸਾਡੇ ਰਾਜੇ ਨੂੰ। ਉਹਨਾਂ ਦਾ ਰਾਜਾ ਦਾ ਬੋਧ ਚੰਦਰਾ था ਉਹਦਾ ਨਾਮ, ਜੇ ਮੈਂ ਸਹੀ ਯਾਦ ਆ ਮੈਨੂੰ ਇਸ ਟਾਈਮ। ਤੇ ਕਹਿੰਦੇ ਵੀ ਉਹਨੂੰ ਬੁਲਾਇਆ ਉੱਥੇ ਸ਼ਿਲੌਂਗ ਦੇ ਵਿੱਚ ਜਿਹੜੀ ਮਹਾਰਾਜੇ ਦੀ ਸਮਰ ਰੈਜ਼ੀਡੈਂਸ ਸੀ। ਤਾਂ ਉੱਥੇ ਜਿਹੜਾ ਅਸਾਮ ਦਾ ਗਵਰਨਰ ਤਾਂ ਕਿਉਂਕਿ ਮਤਲਬ ਉਹ ਦੇਖਦਾ ਤਾਂ ਉਹਨੇ ਧੱਕੇ ਨਾਲ ਇਹ ਸੈਨ ਸੂਨ ਕਰਵਾਏ ਆ ਤੇ ਧੱਕੇ ਨਾਲ ਮਣੀਪੁਰ ਨੂੰ ਇੰਡੀਆ ਦੇ ਵਿੱਚ ਸ਼ਾਮਲ ਕਰਵਾਇਆ। ਉਹ ਇੰਡੀਆ 'ਚ ਸ਼ਾਮਲ ਨਹੀਂ ਹੋਣਾ ਚਾਹੁੰਦਾ ਤਾ ਤੇ ਉਹ ਲੈ ਕੇ ਉਹਨਾਂ ਨੂੰ ਹੈਗਾ। ਤੇ 1950 ਦੇ ਵਿੱਚ ਉੱਥੇ ਦਾ ਇੱਕ ਜਨ ਨੇਤਾ ਰਿਹਾ ਇਰਾਬੋਤ ਸਿੰਘ। ਉੱਥੇ ਮੈਂ ਇੱਕ ਸਿੱਖ ਦੇ ਘਰੇ ਗਿਆ, ਉਹਦੇ ਘਰੇ ਵੀ ਇਰਾਬੋਤ ਸਿੰਘ ਦੀ ਫੋਟੋ ਲੱਗੀ ਹੋਈ ਆ ਤੇ ਉਹਨਾਂ ਸਟੈਚੂ ਲੱਗਿਆ। ਇਰਾਬੋਤ ਸਿੰਘ ਉਹਨਾਂ ਦਾ ਹੀ ਬੰਦਾ, ਮੈਂ ਤਾਂ ਹੀ ਆ ਉਹ, ਤੇ ਸਰਨੇਮ ਸਿੰਘ ਆ ਉਹਨਾਂ ਦਾ। ਤੇ ਉਹ ਇਰਾਬੋਤ ਸਿੰਘ ਤਾਂ ਇੰਡੀਆ ਤੋਂ ਭੱਜ ਚਲ ਵੀ ਗਏ ਤੇ 1949 'ਚ ਜਦ ਇਹਨਾਂ ਨੇ ਸ਼ਾਮਲ ਕਰ ਲਿਆ। ਉਸ ਤੋਂ ਬਾਅਦ ਚਲੇ ਗਏ, ਉਸ ਤੋਂ ਪਹਿਲਾਂ ਪਤਾ ਨਹੀਂ। ਤੇ ਉਹਨਾਂ ਨੇ ਉੱਥੇ ਬਰਮਾ ਚਲ ਗਏ ਤੇ ਉਹ ਲੜਨ ਦੇ ਲਈ ਵੀ ਤਿਆਰ ਹੋ ਗਏ ਤੇ, ਬਟ ਉਹਨਾਂ ਦੀ ਮੌਤ ਹੋ ਗਈ। ਉਸ ਤੋਂ ਬਾਅਦ ਉੱਥੇ ਇੱਕ ਸੰਗਠਨ ਬਣਦਾ UNLF, ਜੇ ਸਹੀ ਉਹ ਨਾਮ ਮੈਂ ਪ੍ਰੋਨਾਂਸ ਕਰ ਰਿਹਾ, ਮੈਨੂੰ ਪਤਾ ਨਹੀਂ ਹੋਣਾ। ਤੇ ਇਸ ਤੋਂ ਇਲਾਵਾ ਪ੍ਰੀ ਪਾਕ ਹੈਗਾ ਆ ਤੇ PA ਆ, ਪੀਪਲਸ ਲਿਬਰੇਸ਼ਨ ਆਰਮੀ। ਤੇ ਮਤਲਬ ਮਣੀਪੁਰ ਦਾ ਪਹਿਲਾ ਨਾਮ ਕਿੰਗਲੀ ਪਾਕ ਥਾ ਤੇ ਇਹ ਵੀ ਉਦੋਂ ਹੀ ਚੇਂਜ ਹੋਇਆ ਆ। ਤੇ ਉਹ ਬੰਦੇ ਕਹਿੰਦੇ ਵੀ ਅਸੀਂ ਕਿੰਗਲੀ ਪਾ ਕੇ ਹੋਣਾ ਚਾਹੀਦਾ। ਉਹਨਾਂ ਦਾ ਰਿਲੀਜਨ ਤਾਂ ਸਨਮਾਹੀ 33 ਜਿਹੜਾ AD ਤੋਂ ਸ਼ੁਰੂ ਹੋਇਆ ਦਾ। ਤੇ ਉਹ ਪਖੰਬਾ ਹੁੰਦਾ ਦਾ ਜਿਹੜਾ ਉਹਨਾਂ ਦਾ ਦੇਤੀ ਗੋਡ, ਉਹਨੂੰ ਮੰਨਦੇ ਤੇ ਉਹ, ਤੇ ਰਾਜਾ ਵੀ ਤਾਂ ਉਹ ਰੱਬ ਵੀ ਮੰਨਦੇ ਤੇ ਉਹਨੂੰ ਜੀ। ਤਾਂ ਉਹ ਬੰਦੇ ਫਿਰ ਉਹਨਾਂ ਨੇ ਇਨਸਰਜੈਂਸੀ ਵੀ ਲੜੀ ਆ, ਇੰਡੀਆ ਦੇ ਖਿਲਾਫ ਹਥਿਆਰਾਂ ਨਾਲ ਲੜਦੇ ਰਹੇ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਕੀ ਹੋਇਆ ਕਿ ਤੁਸੀਂ ਆ ਦੇਖਿਆ ਹੋਣਾ, ਉੱਥੇ ਅਫਸਪਾ ਵੀ ਲੱਗਿਆ ਰਿਹਾ, ਹੁਣ ਵੀ ਸ਼ਾਇਦ ਕੁਝ ਪਾਰਟਸ 'ਚ ਹੈਗਾ ਆ ਜੀ। ਤੇ ਫਿਰ ਤੁਸੀਂ 2004 ਦੀ ਇੱਕ ਫੋਟੋ ਦੇਖੀ ਹੋਣੀ ਆ ਜਿਹਦੇ 'ਚ ਕਿ ਕੁਝ ਬੀਬੀਆਂ ਜਿਹੜੀਆਂ ਨੰਗੀਆਂ ਹੋ ਕੇ ਖੜੀਆਂ ਹੋ ਗਈਆਂ ਤੇ ਬੈਨਰ ਲੈ ਕੇ ਇੰਡੀਅਨ ਆਰਮੀ ਦੇ ਪਾਸ। ਬਿਲਕੁਲ ਉਹ ਮਣੀਪੁਰ ਦੇ ਇੰਫਾਲ ਦੇ ਵਿੱਚ ਕੈਪੀਟਲ ਦੇ ਵਿੱਚ ਆ ਕਾਂਗਲਾ ਫੋਰਟ, ਉਹ ਅਸਮ ਰਾਈਫਲਸ ਦਾ ਹੈੱਡਕੁਆਟਰ ਦਾ ਉੱਥੇ। ਤਾਂ ਉਹਦੇ ਬਾਹਰ ਖੜੀਆਂ ਤੀਆਂ ਉਹ ਬੈਨਰ ਲੈ ਕੇ ਇੰਡੀਅਨ ਆਰਮੀ ਦੇ ਪਾਸ। ਉਹ ਮੈਂ ਤੇਈ ਬੀਬੀਆਂ ਦੀਆਂ। ਤੇ ਉੱਥੇ ਮਨੋਰਮਾ ਦੇਵੀ ਦੀ ਇੱਕ ਬੀਬੀ, ਉਹਦਾ ਰੇਪ ਹੋਇਆ ਦਾ, ਮਰਡਰ ਹੋਇਆ ਦਾ। ਤਾਂ ਆਰੋਪ ਇਹ ਦਾ ਕਿ ਉਹਦਾ ਇੰਡੀਅਨ ਜਿਹੜੀ ਆ ਸਿਕਿਉਰਿਟੀ ਫੋਰਸਿਸ ਆ ਉਹਨਾਂ ਨੇ ਰੇਪ ਕਰਿਆ। ਤੇ ਉਹ ਜਿਹੜਾ ਇਹਨਾਂ ਦਾ ਕਹਿਣਾ ਦਾ ਸਰਕਾਰ ਵਾਲੇ ਪੱਖ ਤੋਂ ਇਹ ਕਹਿੰਦੇ ਤੇ ਕਿ ਉਹ ਜਿਹੜੇ ਬੈਂਡ ਗਰੁੱਪਾਂ ਜਿਹੜੇ ਇੰਡੀਆ ਦੇ ਖਿਲਾਫ ਹਥਿਆਰ ਚੱਕ ਕੇ ਲੜਦੇ ਆ ਮਤਲਬ ਉਹਨਾਂ ਦੀ ਵਰਕਰ ਤੀ, ਉਹਨਾਂ ਦੇ ਲਈ ਕੰਮ ਕਰ ਰਹੀ ਸੀ, ਇਹਨਾਂ ਦਾ ਇਹ ਕਹਿਣਾ ਆ ਜੀ। ਤੇ ਉਹ ਬਟ ਉਹ ਆ ਕਿ ਹੁਣ ਅਪਸਪਾ ਘਟਿਆ ਆ ਉੱਥੋਂ ਤੇ ਮਤਲਬ ਹੁਣ ਉੱਦਾਂ ਉਸ ਲੈਵਲ ਤੇ ਲੜਾਈ ਨਹੀਂ ਹੋ ਰਹੀ ਨਾ ਜੀ। ਤੇ ਜਿੰਨਾ ਉਹ ਗਰੁੱਪ ਉਨੇ ਮਤਲਬ ਹੁਣ ਪਤਾ ਨਹੀਂ ਨੈਟਵਰਕ ਹੋਊਗਾ ਜਾਂ ਨਹੀਂ ਹੈਗਾ, ਲੜਦੇ ਤਾਂ ਹੁਣ ਉਸ ਲੈਵਲ ਤੇ ਨਹੀਂ ਦਿਖ ਰਹੇ ਹੈਗੇ। ਬਟ ਉਹ ਲੋਕਾਂ ਦੇ ਮਨ ਦੇ ਵਿੱਚ ਉਹ ਆਈਡੀਆ ਤਾਂ ਕਿਤੇ ਨਾ ਕਿਤੇ ਪਿਆ ਨਾ ਜੀ। ਤੇ ਬਸ ਉਹ ਆਈਡੀਏ ਤੇ ਹੀ ਮਤਲਬ ਉਹਨਾਂ ਦੇ ਮਨ 'ਚ ਰਹਿੰਦਾ ਨਾ ਇਹ ਸਾਰੀ ਚੀਜ਼। ਬਟ ਹੁਣ ਉਹਨਾਂ ਦੀ ਲੜਾਈ ਦੂਜੇ ਕੂਕੀ ਗਰੁੱਪ ਨਾਲ ਚੱਲ ਰਹੀ ਹੈ, ਹੁਣ ਇੰਡੀਆ ਦੀ ਸਰਕਾਰ ਦੇ ਨਾਲ ਤਾਂ ਨਹੀਂ ਚੱਲ ਰਹੀ ਹੈਗੀ। ਹੁਣ ਜਾਨੀ ਕਿ ਉੱਥੇ ਭਾਈਚਾਰੇ ਲੜ ਰਹੇ ਨੇ ਆਪਸ ਵਿੱਚ। ਹਾਂਜੀ। ਤਾਂ ਹੁਣ ਇਹ ਸੰਦੀਪ, ਇਹ ਜਦੋਂ ਤੁਸੀਂ ਗਏ, ਰੇਪ ਵਰਗੀਆਂ ਜਿਹੜੀਆਂ ਘਟਨਾਵਾਂ ਨੇ ਕਹਿੰਦੇ ਉਹ ਆਮ ਹੁੰਦੀਆਂ ਰਹਿੰਦੀਆਂ ਨੇ। ਜਿਹੜੇ ਵੀ ਮਤਲਬ ਇੱਕ ਭਾਈਚਾਰੇ ਨੇ ਕੀਤਾ ਤਾਂ ਬਦਲੇ ਦੇ ਰੂਪ 'ਚ ਦੂਸਰੇ ਭਾਈਚਾਰੇ ਨਾਲ ਕਰਦਾ। ਜਿਵੇਂ ਉਸ ਮੁੱਖ ਮੰਤਰੀ ਨੇ ਨਵਰੀਨ ਸਿੰਘ ਉਹਨੇ ਨੇ ਵੀ ਕਿਹਾ ਵੀ ਇਹ ਘਟਨਾਵਾਂ ਬਹੁਤ ਸਾਰੀਆਂ FIR ਜਿਹੜੀਆਂ ਨੇ ਦਰਜ ਹੋਈਆਂ ਨੇ, ਇਸ ਤਰ੍ਹਾਂ ਦਾ ਆਮ ਚੱਲਦਾ ਰਹਿੰਦਾ ਉੱਥੇ। ਨਹੀਂ ਰੇਪ ਤਾਂ ਨਹੀਂ ਇੱਦਾਂ ਆਮ ਹੁੰਦੇ, ਮਤਲਬ ਉੱਥੇ ਤਾਂ ਬੀਬੀਆਂ ਦੀ ਬਹੁਤ ਜ਼ਿਆਦਾ ਰਿਸਪੈਕਟ ਆ ਜੀ। ਤੁਸੀਂ ਜੇ ਮਣੀਪੁਰ ਜਾਓਗੇ, ਇੰਫਾਲ ਉਹਨਾਂ ਦੀ ਕੈਪੀਟਲ ਜਾਂ ਜਿੱਦਾਂ ਹੀ ਤੁਸੀਂ ਲੈਂਡ ਕਰਦੇ ਜਾਓਗੇ ਤੁਹਾਨੂੰ ਸਾਰੇ ਪਾਸੇ ਦੇਖਣ ਨੂੰ ਮਿਲੂਗਾ। ਮੈਂ ਮਿਜ਼ੋਰਮ ਵੀ ਗਿਆ ਜੀ, ਤੇ ਉਹ ਮਾਰਕੀਟ ਦੇ ਵਿੱਚ ਬੀਬੀਆਂ ਹੀ ਬੈਠੀਆਂ ਹੋਈਆਂ, ਸਮਾਨ ਵੇਚ ਰਹੀਆਂ, ਦੁਕਾਨਾਂ ਤੇ ਬੈਠੀਆਂ, ਬਿਜ਼ਨਸ ਰਨ ਕਰਦੀਆਂ। ਬੀਬੀਆਂ ਦੀ ਬਹੁਤ ਜ਼ਿਆਦਾ ਪਾਵਰ ਆ, ਰਿਸਪੈਕਟ ਆ ਬਹੁਤ ਜ਼ਿਆਦਾ। ਤੇ ਪ੍ਰੋਟੈਸਟ ਵੀ ਤੁਹਾਨੂੰ ਕਰਿਆ, ਦੱਸਿਆ ਵੀ ਬੀਬੀਆਂ ਨੇ ਕਰਿਆ ਦਾ ਜਿਹੜਾ ਇੰਡੀਅਨ ਆਰਮੀ ਦੇ ਖਿਲਾਫ, ਰੇਪ ਦੇ ਕਲਚਰ ਦੇ ਖਿਲਾਫ। ਮਸਲਾ ਇੱਥੇ ਇਹ ਹੈ ਨਾ ਕਿ ਜਿਹੜਾ ਕਨਫਲਿਕਟ ਜਦ ਹੁੰਦਾ ਆ, ਕਨਫਲਿਕਟ ਦੇ ਵਿੱਚ ਫਿਰ ਉਹਦੇ ਤੇ ਮਤਲਬ ਮੈਨੂੰ ਲੱਗਦਾ ਵੀ ਇਹ ਉਹਦੇ 'ਚ ਉਹ ਬੀਬੀਆਂ ਨੂੰ ਡੋਮੀਨੇਟ ਕਰਨ ਦੀ ਇਹ ਕੋਸ਼ਿਸ਼ ਕਰਦੇ ਆ। ਉਹ ਦਿਖਾਉਣਾ ਚਾਹੁੰਦੇ ਕਿ ਅਸੀਂ ਦੂਜੀ ਕਮਿਊਨਿਟੀ ਨੂੰ ਨੀਵਾਂ ਦਿਖਾਉਣਾ। ਤੇ ਮਤਲਬ ਆਰਮੀ ਨੇ ਵੀ ਇੰਡੀਆ ਦੀ ਨੇ ਕਰੇ ਆ, ਮਤਲਬ ਇਹ ਵੀ ਆਰੋਪ ਲੱਗਿਆ। ਤੇ ਜੇ ਹੁਣ ਆਪਾਂ ਚਲੋ ਗੱਲ ਕਰੇ ਰਹੇ ਹਾਂ ਸ਼੍ਰੀਲੰਕਾ ਦੀ ਗੱਲ ਕਰ ਲਈਏ, ਇਹ ਜੁਲਾਈ 1983 ਦੀ ਉਹ ਗੱਲ ਆ। ਸ਼੍ਰੀਲੰਕਾ ਦੇ ਵਿੱਚ ਉਹ ਜਿਹੜੇ ਹੈਗੇ ਆ LTT ਤਾਮਿਲ ਆ, LTT ਵਾਲੇ ਦੇ, ਤੇ ਉਹਨਾਂ ਦਾ ਸ਼੍ਰੀਲੰਕਾ ਦੀ ਉਹਨਾਂ ਦੇ ਨਾਲ ਕੁਝ ਹੋਇਆ ਹੋਊਗਾ ਇੰਸੀਡੈਂਟ। ਤੇ ਉਸ ਤੋਂ ਬਾਅਦ ਇਹ ਉੱਥੇ ਜਿਹੜਾ ਸ਼੍ਰੀਲੰਕਾ ਦੇ ਵਿੱਚ ਜਿਹੜੀਆਂ ਤਾਮਿਲ ਬੀਬੀਆਂ ਦੀਆਂ ਉਹਨਾਂ ਨਾਲ ਬਹੁਤ ਜ਼ਿਆਦਾ ਰੇਪ ਰੂਪ ਹੋਏ ਦੇ, ਜ਼ਿਆਦਤੀਆਂ ਹੋਈਆਂ ਦੀਆਂ। ਮਤਲਬ ਇਹ ਹਰ ਜਗ੍ਹਾ ਹੀ ਚੱਲਦਾ, ਮਤਲਬ ਉਹ ਹੁੰਦੀਆਂ ਇਹ ਚੀਜ਼ਾਂ। ਜਿਵੇਂ ਹੁਣ ਇੱਕ ਸੰਦੀਪ ਇਹ ਵੀ ਹੈ, ਜਿਵੇਂ ਪਹਿਲਾਂ ਵੀ ਮੈਂ ਤੁਹਾਨੂੰ ਸਵਾਲ ਕੀਤਾ ਸੀ, ਜਿਵੇਂ ਉਹ ਕਹਿੰਦੇ ਨੇ ਵੀ ਉਹ ਜਿਹੜੀ ਪੁਲਿਸ ਹੈਗੀ ਆ ਉੱਥੋਂ ਦੀ, ਉਹ ਲੜਕੀਆਂ ਨੂੰ ਉਹਨਾਂ ਤੋਂ ਛੁਡਾ ਕੇ ਲੈ ਜਾਂਦੀ ਹੈ, ਭੀੜ ਆਉਂਦੀ ਆ, ਫਿਰ ਹੁਣ ਭੀੜ ਹਮਲਾ ਕਰਦੀ ਹੈ, ਇਸ ਤਰ੍ਹਾਂ ਦਾ ਵੀ। ਜਾਣੀ ਕਿ ਜਦੋਂ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਨੇ ਉੱਥੇ ਪੁਲਿਸ ਜਿਹੜੀ ਹੈਗੀ ਨਾਵਸ ਹੁੰਦੀ ਹੈ। ਹਾਲਾਂਕਿ ਉੱਥੇ ਬਹੁਤ ਸਾਰੇ ਹੋਰ ਵੀ ਜਿਹੜੇ ਸੁਰੱਖਿਆ ਤੈਨਾਤ ਕੀਤੀ ਜਾਂਦੀ ਹੈ, ਹੋਰ ਤਰ੍ਹਾਂ ਦੀ ਸੁਰੱਖਿਆ ਵੀ ਉੱਥੇ ਲਾਈ ਹੋਈ ਹੈ। ਬਹੁਤ ਸਾਰੇ ਪੁਲਿਸ ਸਟੇਸ਼ਨਾਂ ਤੋਂ ਬਾਹਰ ਕਰ ਦਿੱਤਾ ਗਿਆ ਬਹੁਤ ਸਾਰੇ ਇਲਾਕਿਆਂ ਨੂੰ। ਹਾਂ ਨਹੀਂ, ਉਹਦੇ 'ਚ ਮਸਲਾ ਇਹ ਹੈ ਨਾ ਕਿ ਜਿਹੜੀ ਪੁਲਿਸ ਦਾ ਵੀ, ਪੁਲਿਸ ਜਿਹੜੇ ਬੰਦੇ ਭਰਤੀ ਹੋਏ ਆ ਉਹਨਾਂ ਦਾ ਵੀ ਕੋਈ ਨਾ ਕੋਈ ਪਛਾਣ ਤਾਂ ਹੈਗੀ ਹੈ ਨਾ। ਜੇ ਮੈਂ ਤਾਂ ਹੀ ਆ ਤੇ ਮਤਲਬ ਹੁਣ ਉਹਨਾਂ ਨੇ ਸ਼ਾਇਦ ਛੱਡਦਾ ਹੋਵੇ, ਹੁਣ ਮੈਨੂੰ ਨਹੀਂ ਪਤਾ, ਬਟ ਉਹਨਾਂ ਦਾ ਆਰੋਪ ਹੈ ਨਾ। ਤੇ ਉਹਨਾਂ ਦਾ DGP ਆਈ ਥਿੰਕ ਕੂਕੀ ਦਾ, ਤੇ ਉਹ ਕਿਸੇ ਇਨਫਲੂਐਂਸ਼ੀਅਲ ਕੂਕੀ ਫੈਮਿਲੀ ਨਾਲ ਰਿਲੇਟਡ ਦਾ। ਮੈਨੂੰ ਸ਼ਾਇਦ ਉਹਨੂੰ ਰਿਮੂਵ ਕਰਿਆ ਜਾਂ ਉਹਨੂੰ ਹਟਾ ਕੇ ਕਿਤੇ ਭੇਜਿਆ, ਮੈਨੂੰ ਹੁਣ ਐਗਜ਼ੈਕਟਲੀ ਯਾਦ ਨਹੀਂ ਹੈਗਾ।
ਬਟ ਡੀਜੀਪੀ ਵੀ ਉਹਨਾਂ ਦਾ ਕੂਕੀ ਦਾ ਕਿਸੇ ਇਨਫਲੂਐਂਸ਼ੀਅਲ ਫੈਮਿਲੀ ਨਾਲ ਰਿਲੇਟਡ ਦਾ ਜੀ। ਤੇ ਬਾਕੀ ਜਿਹੜੀ ਇਹਦੀ ਮਣੀਪੁਰ ਦੀ ਗੱਲ ਹੈ ਨਾ, ਮਣੀਪੁਰ ਇਦਾਂ ਹੀ ਰਹੂਗਾ। ਮਣੀਪੁਰ 'ਚ ਪਹਿਲਾਂ ਵੀ ਲੜਾਈਆਂ ਹੁੰਦੀਆਂ ਰਹੀਆਂ, ਸਟੇਟ ਦੇ ਖਿਲਾਫ ਲੜਦੇ ਰਹੇ ਆ ਉਹ ਹਥਿਆਰ ਚੱਕ ਕੇ। ਇਹਨਾਂ ਦੀਆਂ ਜਿਹੜੀਆਂ ਟਰਾਈਬਸ ਆ ਉਹਨਾਂ ਦੀਆਂ ਆਪਸ 'ਚ ਵੀ ਕਲੈਸ਼ ਹੁੰਦਾ ਰਿਹਾ, ਜਿਵੇਂ ਕਿ ਨਾਗਾ ਤੇ ਕੂਕੀਆਂ ਦੀ ਲੜਾਈ ਹੋਈ। ਨਾਗਾ ਵੀ ਇੱਕ ਵੱਡਾ ਉੱਥੇ ਦਾ ਗਰੁੱਪ ਹੈਗਾ, ਟਰਾਈਬਲ ਗਰੁੱਪ ਆ, ਉਹਨਾਂ ਦੀ ਆਪਸ 'ਚ ਹੋਈ। ਮੈਤਈਆਂ ਦੇ ਵੀ ਆਈ ਥਿੰਕ ਪੰਗਲ ਮੁਸਲਮਾਨਾਂ ਨਾਲ ਦੰਗੇ ਹੋਏ ਤੇ। ਇੱਕ ਵਾਰੀ ਕਿਹਾ ਹੋਇਆ ਕਿ ਕੋਈ ਮੁਸਲਿਮ ਕਿੰਗ ਦਾ ਆਈ ਥਿੰਕ, ਤੇ ਉਹ ਮਣੀਪੁਰ ਤੇ ਜਾਂਦਾ ਆ ਉੱਥੇ ਲੜਨ ਲਈ, ਮਤਲਬ ਜਿੱਦਾਂ ਉਹ ਕਬਜ਼ਾ ਕਰਨਾ ਹੁੰਦਾ ਉਹਨਾਂ ਨੇ, ਤਾਂ ਉਹਨਾਂ ਬੰਦਿਆਂ ਨੂੰ ਕੀ ਕਰਦੇ ਆ, ਇਹ ਬੰਦੀ ਬਣਾ ਲੈਂਦੇ ਆ, ਤੇ ਮਤਲਬ ਜਿਹੜੇ ਲੜਨ ਆਉਂਦੇ ਆ ਤੇ ਉਹ ਬੰਗਾਲੀ ਬੋਲਣੇ ਵਾਲੇ ਤੇ, ਤਾਂ ਫਿਰ ਉਹਨਾਂ ਨੂੰ ਉਹ ਫੜ ਕੇ ਤੇ ਰੱਖ ਲੈਂਦੇ ਆ ਉੱਥੇ। ਤੇ ਉਹ ਕੋਈ ਵੀਵਰ ਤਾਂ ਉਹਨਾਂ ਦੇ ਵਿੱਚ, ਕੋਈ ਬੁਣਨੇ ਵਾਲਾ ਤਾਂ, ਕੋਈ ਦਰਜੀ ਦਾ, ਉਹ ਸਾਰਾ ਕੰਮ ਦਾ, ਤਾਂ ਉਹਨਾਂ ਦੇ ਮੈਤਈ ਬੀਬੀਆਂ ਨਾਲ ਵਿਆਹ ਕਰਵਾ ਦਿੰਦਾ ਰਾਜਾ, ਤੇ ਉਹਨਾਂ ਨੂੰ ਉੱਥੇ ਰੱਖ ਲੈਂਦਾ ਉਹ। ਤੇ ਫਿਰ ਉਹਦੇ 'ਚ ਉਹਨਾਂ ਨੂੰ ਪੰਗਲ ਕਹਿਣ ਰਹਿ ਗਏ ਤੇ ਉਹ ਬੰਗਾਲੀ ਦੇ। ਤਾਂ ਫਿਰ ਉਹ ਮੈਨੂੰ ਹੁਣ ਇਹ ਨਹੀਂ ਪਤਾ ਕਿ ਉਹ ਮਣੀਪੁਰ ਤੇ ਕਬਜ਼ਾ ਕਰਨ ਆਏ ਤੇ ਅਟੈਕ ਕਰਨ ਆਏ ਤੇ ਜਾਂ ਮਣੀਪੁਰ ਵਾਲਾ ਰਾਜਾ ਕਿੱਧਰ ਗਿਆ ਦਾ, ਮੈਂ ਇਹਦੇ ਬਾਰੇ ਸ਼ੋਰ ਨਹੀਂ ਹੈਗਾ। ਬਟ ਉਹ ਬੰਦੇ ਉੱਥੇ ਰਹਿ ਰਹੇ ਆ, ਉਹ ਪੰਗਲ ਮੁਸਲਿਮ ਕਹਿੰਦੇ ਆ, ਉਹਨਾਂ ਨਾਲ ਵੀ ਦੰਗਾ ਹੋਇਆ ਦਾ। ਤੇ ਮਤਲਬ ਉੱਥੇ ਅਲੱਗ-ਅਲੱਗ ਕਮਿਊਨਿਟੀਆਂ ਦਾ ਕਲੈਸ਼ ਹੋ ਜਾਂਦਾ ਅਲੱਗ-ਅਲੱਗ ਟਾਈਮ ਤੇ। ਉੱਥੇ ਜਿਵੇਂ ਮੋਰੇ ਟਾਊਨ ਆ, ਬਾਰਡਰ ਤੇ ਟਾਊਨ ਆ, ਮਤਲਬ ਇੰਡੀਆ ਤੇ ਬਰਮਾ ਦਾ ਜਿਹੜਾ ਬਾਰਡਰ ਆ ਮਿਆਂਮਾਰ ਦਾ, ਹੁਣ ਮਿਆਂਮਾਰ ਕਹਿੰਦੇ ਆ, ਉੱਥੇ ਮੋਰੇ ਟਾਊਨ ਆ ਇੱਧਰ, ਦੂਜੇ ਪਾਸੇ ਹੈਗਾ ਟਮੂ, ਉਹ ਬਰਮਾ ਦਾ ਸ਼ਹਿਰ ਆ। ਤੇ ਉਹਦੇ ਵਿੱਚ ਮਸਲਾ ਹੈ ਕਿ ਉੱਥੇ ਪੰਜਾਬੀ ਵੀ ਰਹਿ ਰਹੇ ਆ, ਤਾਮਿਲ ਵੀ ਆ, ਮਾਰਵਾੜੀ ਆ, ਸਾਰੀਆਂ ਅਲੱਗ-ਅਲੱਗ ਕਮਿਊਨਿਟੀ। ਕਿੰਨੇ ਕਨੇ ਉੱਥੇ ਸਿੱਖ ਪਰਿਵਾਰ ਹੈਗੇ, ਪਹਿਲਾਂ ਜ਼ਿਆਦਾ ਤੇ ਹੁਣ ਘਟ ਗਏ, ਹੁਣ ਮੈਨੂੰ ਲੱਗਦਾ 5-10 ਦੇ ਕਰੀਬ ਹੋਣਗੇ, ਮਿਲ ਕੇ ਆਇਆ ਉਹਨਾਂ ਨੂੰ ਜੀ। ਤੇ ਉਹ ਮੂਵ ਕਰੀ ਜਾ ਰਹੇ ਆ ਜ਼ਿਆਦਾਤਰ। ਇਸ ਮਾਹੌਲ 'ਚ ਜਿਹੜੇ ਸਿੱਖ ਪਰਿਵਾਰ ਨੇ ਕਿੰਨੇ ਕੁ ਸੁਰੱਖਿਅਤ ਹੁੰਦੇ ਨੇ ਜਿਹੜੇ ਪੰਜਾਬੀ ਪਰਿਵਾਰ ਹੁੰਦੇ ਨੇ? ਹੁਣ ਇਸ ਟਾਈਮ ਤਾਂ ਮੇਰੀ ਉਹਨਾਂ ਨਾਲ ਗੱਲ ਨਹੀਂ ਹੋਈ, ਬਟ ਉਹਦਾ ਕੀ ਆ ਕਿ ਉਹਨਾਂ ਜਿਹੜਾ ਮਣੀਪੁਰ ਦੇ ਵਿੱਚ ਮੇਨ ਬਾਜ਼ਾਰ ਹੈ ਨਾ, ਇਹ ਮਤਲਬ ਕੈਪੀਟਲ ਆ ਇੰਫਾਲ ਦੀ, ਉਹਦੇ ਵਿੱਚ ਥੰਗਲ ਬਾਜ਼ਾਰ ਆ, ਉੱਥੇ ਸਿੱਖਾਂ ਦਾ ਠੀਕ ਠਾਕ ਕੰਮ ਹੈਗਾ, ਗੁਰਦੁਆਰਾ ਸਾਹਿਬ ਵੀ ਆ, ਬਾਰਡਰ ਤੇ ਵੀ ਆ ਬਰਮਾ ਵਾਲੇ ਦੇ। ਤੇ ਉਹ ਬੰਦੇ ਉਹ ਆ ਕਿ ਜਿਹੜੇ ਕੁਛ ਤਾਂ ਪਾਕਿਸਤਾਨ ਬਣਨ ਤੋਂ ਬਾਅਦ ਗਏ ਆ ਉੱਧਰ, ਕੁਛ ਇਹ ਆ ਕਿ ਜਦੋਂ ਜਿਹੜੀ ਤਾਮਿਲਾਂ ਦੀ ਗੱਲ ਕਰ ਰਿਹਾ ਮੈਂ, ਬਾਕੀ ਕਮਿਊਨਿਟੀਜ਼ ਹੈਗੀਆਂ ਜਿਹੜੀਆਂ, ਤੇ ਜਦੋਂ ਸੁਭਾਸ਼ ਚੰਦਰ ਬੋਸ ਉਹਨੇ ਉੱਧਰੋਂ ਆਏ ਬਰਮਾ ਵਾਲੇ ਸਾਈਡ ਤੋਂ, ਤੇ ਜਾਪਾਨੀਆਂ ਨਾਲ ਆਏ, ਉਹਨਾਂ ਨੂੰ ਇਹਦਾ ਵੀ ਅਸੀਂ ਅੰਗਰੇਜ਼ਾਂ ਨੂੰ ਭਜਾਣਾ, ਇੱਥੇ ਕਬਜ਼ਾ ਕਰਾਂਗੇ, ਅਸੀਂ ਆਜ਼ਾਦ ਕਰਾਵਾਂਗੇ, ਤਾਂ ਫਿਰ ਉਹ ਇੱਧਰ ਆਏ ਤੇ ਇੱਧਰਲੇ ਪਾਸੋਂ ਹੀ ਆਏ ਤੇ ਮਣੀਪੁਰ ਦਾ ਇੱਕ ਮੋਇਰਾਂਗ ਹੈਗਾ ਹੈ ਇੱਕ ਜਗ੍ਹਾ, ਤੇ ਉੱਥੇ ਆ ਕੇ ਉਹਨਾਂ ਨੇ ਸਭ ਤੋਂ ਪਹਿਲਾਂ ਝੰਡਾ ਚੜਾਇਆ ਦਾ ਜੀ। ਤੇ ਹੁਣ ਮੋਇਰਾਂਗ ਦੇ ਵਿੱਚ ਜਿਹੜੇ ਮੈਤਈ ਆ, ਉਹਨਾਂ ਦਾ ਕਹਿਣਾ ਕਿ ਇੰਡੀਆ ਦੀਆਂ ਸਿਕਿਉਰਿਟੀ ਫੋਰਸਸ ਨੇ ਬੀਬੀਆਂ ਦੇ ਆਈ ਥਿੰਕ 30 ਜੂਨ ਦੇ ਕਰੀਬ ਅਟੈਕ ਕਰਿਆ था, ਮਤਲਬ ਲਾਠੀ ਲੂਠੀ ਚਾਰਜ ਕਰਿਆ ਜਾਂ ਕਿਆ ਕਰਿਆ, ਮਤਲਬ ਉਹ ਕਹਿ ਰਹੇ ਆ, ਬਾਕੀ ਪਤਾ ਨਹੀਂ ਆਪਾਂ ਨੂੰ, ਆਪਾਂ ਕਨਫਰਮ ਨਹੀਂ ਕਰ ਸਕਦੇ, ਅਖਬਾਰ 'ਚ ਇਦਾਂ ਖਬਰ ਆ ਰਹੀ ਹੈ ਉੱਥੋਂ ਜੀ। ਤੇ ਉਹ ਸਾਰੀਆਂ ਚੀਜ਼ਾਂ ਹੋ ਰਹੀਆਂ। ਤੇ ਹੁਣ ਇਹਦੀ ਆਪਾਂ ਬਰਮਾ ਦੀ ਮੋਰੇ ਉੱਤੇ ਪਹੁੰਚ ਗਏ ਆ, ਉਹ ਬਾਰਡਰ ਟਾਊਨ ਆ, ਤੇ ਇੰਡੀਆ ਵਾਲੇ ਜਿਹੜਾ ਟ੍ਰੇਡ ਕਰਨਾ ਇਹਨਾਂ ਨੇ ਕਿ ਅੱਗੇ ਟ੍ਰੇਡ ਕਰਨਾ ਆ ਮਿਆਂਮਾਰ ਤੇ ਅੱਗੇ ਕੰਟਰੀਆਂ ਨਾਲ, ਤਾਂ ਏਸ਼ੀਅਨ ਹਾਈਵੇ ਜਿਹੜਾ ਵਨ ਆ ਉਹ ਵੀ ਮੋਰੇ ਚੋਂ ਹੀ ਨਿਕਲਦਾ, ਮਣੀਪੁਰ ਚੋਂ ਨਿਕਲਦਾ, ਉਹ ਟ੍ਰੇਡ ਦਾ ਵੀ ਵੱਡਾ ਸੈਂਟਰ ਹੋਣਾ। ਮੈਨੂੰ ਤਾਂ ਜਦ ਮੈਂ ਦੇਖ ਰਿਹਾ ਕਿ ਸੜਕਾਂ ਬਣ ਰਹੀਆਂ, ਏਸ਼ੀਅਨ ਹਾਈਵੇ ਬਣ ਲਿਆ, ਮੈਨੂੰ ਲੱਗਾ ਕਿ ਟ੍ਰੇਡ ਬੜੇ ਲੈਵਲ ਤੇ ਹੋਊਗਾ। ਇਸ ਮਾਹੌਲ ਦਾ ਫਿਰ ਪ੍ਰਭਾਵਿਤ ਜਿਹੜਾ ਪੂਰਾ ਪ੍ਰਭਾਵਿਤ ਮੁਲਕ ਦੀ ਪ੍ਰਭਾਵਿਤ ਹੁੰਦਾ ਹੀ ਹੈ ਕਿ ਜਿਹੜੀਆਂ ਵਸਤੂਆਂ ਸਾਡੀਆਂ ਬਾਹਰ ਵੀ ਜਾਣੀਆਂ ਹੁੰਦੀਆਂ, ਹੋਰ ਉਹ ਪ੍ਰਭਾਵਿਤ ਕਰਦੀਆਂ। ਹਾਂ ਨਹੀਂ, ਉਹ ਤਾਂ ਪਹਿਲਾਂ ਤੋਂ ਹੀ ਪ੍ਰਭਾਵਿਤ ਆ ਨਾ, ਕਿ ਉੱਥੇ ਕੀ ਆ, ਬਰਮਾ ਦੇ ਵਿੱਚ ਪਹਿਲਾਂ ਕੋਵਿਡ ਲੱਗਿਆ ਜੀ, ਪੈਂਡੈਮਿਕ ਦਾ, ਉਸ ਤੋਂ ਬਾਅਦ ਕੀ ਹੋਇਆ ਕਿ ਮਿਆਂਮਾਰ ਦੇ ਵਿੱਚ ਲੜਾਈ ਚੱਲ ਰਹੀ, ਉੱਥੇ ਫੌਜ ਦਾ ਸ਼ਾਸਨ ਆ, ਪਹਿਲਾਂ ਉਹਨਾਂ ਨੇ ਉਹ ਸਰਕਾਰ ਓਵਰਥਰੋ ਕਰੀ ਹੈ, ਤੇ ਫਿਰ ਉੱਥੇ ਫੌਜ ਦਾ ਸ਼ਾਸਨ ਨਾਲ ਲੜਾਈ ਚੱਲ ਰਹੀ ਹੈ ਪਿਛਲੇ 2-2.5-3 ਸਾਲਾਂ ਨੂੰ। ਤੇ ਉੱਥੋਂ ਫਿਰ ਕੀ ਆ ਕਿ ਹੁਣ ਉਹ ਟ੍ਰੇਡ ਟਰੂਡ ਵਾਲਾ ਜਿਹੜਾ ਕੰਮ ਆ ਉਹ ਵੀ ਲਗਭਗ ਬੰਦ ਜਿਹਾ ਹੀ ਆ। ਤੇ ਉੱਥੇ ਇੰਟਰਸਟਿੰਗ ਹਾਂ, ਫਿਰ ਉਹ ਰੋਡ ਵੀ ਨਹੀਂ ਹੁਣ ਚੱਲ ਸਕਦਾ ਕਿਉਂਕਿ ਉੱਥੇ ਸਟੇਬਿਲਿਟੀ ਨਹੀਂ ਹੈਗੀ। ਬਿਲਕੁਲ। ਤੇ ਟ੍ਰੇਡ ਤਾਂ ਕਿਆ ਹੀ ਹੋਊਗਾ। ਹਾਂ, ਤੇ ਉੱਥੇ ਤੁਸੀਂ ਮਣੀਪੁਰ ਜੇ ਜਾਓਗੇ ਨਾ, ਇੱਕ ਹੋਰ ਉੱਥੇ ਦੀ ਇੰਟਰਸਟਿੰਗ ਗੱਲ ਆ ਕਿ ਉਹ ਚਾਈਨਾ ਦਾ, ਵੀਅਤਨਾਮ ਦਾ, ਥਾਈਲੈਂਡ ਦਾ, ਬਰਮਾ ਦਾ ਸਮਾਨ ਉੱਥੇ ਮਾਰਕੀਟ 'ਚ ਮਿਲਦਾ, ਤੁਹਾਨੂੰ ਇੰਨਾ ਇੰਡੀਆ ਵਾਲਾ ਨਹੀਂ ਮਿਲਦਾ ਜਿੰਨਾ ਉਹਨਾਂ ਵਾਲਾ ਮਿਲਦਾ ਜੀ। ਔਰ ਮਤਲਬ ਮੋਰੇ ਦੇ ਵਿੱਚ ਤਾਂ ਇਹ ਕਿ ਕੂਕੀ ਡੋਮੀਨੇਟਡ ਏਰੀਆ ਉਹ, ਤਾਂ ਉਹਦੇ ਵਿੱਚ ਇਹ ਆ ਕਿ ਸਕੂਟਰਾਂ, ਮੋਟਰਸਾਈਕਲਾਂ, ਗੱਡੀਆਂ ਦੇ ਨੰਬਰ ਨਹੀਂ ਹੁੰਦੇ ਹੈਗੇ, ਮਤਲਬ ਉਹ ਤੁਹਾਨੂੰ ਇਹ ਤੁਸੀਂ ਦੇਖਣਾ ਵੀ ਯਾਰ ਬ੍ਰਾਂਡ ਕਿਹੜਾ ਹੈ ਇਹ ਜੀ। ਤੇ ਉੱਥੇ ਸਿੱਖ ਵੀ ਤੁਹਾਨੂੰ ਮਿਲ ਜਾਂਦੇ ਟ੍ਰੇਡ ਕਰਦੇ, ਤੇ ਮਤਲਬ ਵਪਾਰ ਚੱਲਦਾ ਉਹ, ਬਟ ਉਹ ਇੱਦਾਂ ਹੀ ਚੱਲ ਰਿਹਾ 2 ਨੰਬਰ 'ਚ ਜੀ। ਤੇ ਇਹ ਵੀ ਆ ਇੰਡੀਆ ਤੇ ਬਰਮਾ ਦਾ ਸਮਝੌਤਾ ਵੀ ਆ। ਹੁਣ ਮੈਂ ਇਹ ਤਾਂ ਦੱਸ ਰਿਹਾ ਕਿ ਜਿਹੜਾ ਮੋਰੇ ਆ, ਮੋਰੇ ਇੱਕ ਉਹ ਜਿਹੜਾ ਇੱਕ ਪੁਆਇੰਟ ਆ ਮੇਨ, ਠੀਕ ਆ ਜੀ, ਉਹਨੂੰ ਲੈ ਕੇ ਨਾਗਾਰ ਤੇ ਕੂਕੀਆਂ 'ਚ ਕਲੈਸ਼ ਵੀ ਹੋਇਆ ਇੱਕ ਵਾਰੀ ਕਿ ਟ੍ਰੇਡ ਉੱਥੋਂ ਮਤਲਬ ਉਧਰੋਂ ਡਰੱਗ ਦਾ ਟ੍ਰੇਡ ਹੁੰਦੀਆਂ ਵੀ ਗੱਲਾਂ ਹੁੰਦੀਆਂ ਵੀ ਡਰੱਗ ਦਾ ਟ੍ਰੇਡ ਹੁੰਦਾ, ਉਹਨੂੰ ਕੰਟਰੋਲ ਕਰਨ ਦਾ ਉੱਥੇ ਨੰਬਰ 4 ਕਹਿੰਦੇ ਆ, ਨੰਬਰ 4 ਕਹਿੰਦੇ ਇਹਨੂੰ, ਪਤਾ ਨਹੀਂ ਕਿਉਂ, ਮਤਲਬ ਉਹ ਕੁਛ ਹੈਗਾ ਇੱਦਾਂ ਦਾ ਕਿ ਇੰਡੀਆ ਇੱਧਰ, ਅੱਗੇ ਮਿਆਂਮਾਰ, ਅੱਗੇ ਥਾਈਲੈਂਡ, ਕੋਈ ਟਰਾਇੰਗਲ ਬਣਦਾ ਕੁਛ ਕਹਿੰਦੇ ਆ ਜੀ। ਤੇ ਉਸ ਹਿਸਾਬ ਨਾਲ ਉਹ ਕਹਿੰਦੇ ਆ ਕਿ ਨੰਬਰ 4 ਕਹਿੰਦੇ ਆ ਇੱਦਾਂ ਕੁਛ। ਤੇ ਉਹ ਕੀ ਆ ਕਿ ਉਧਰੋਂ ਕੂਕੀ ਉੱਧਰ ਵੀ ਰਹਿ ਰਹੇ ਆ, ਠੀਕ ਆ ਜੀ। ਕੂਕੀ ਉੱਧਰ ਵਾਲੇ ਕੀ ਕਰਦੇ ਆ, ਬਰਮਾ ਦੀ ਫੌਜ ਦੇ ਖਿਲਾਫ ਲੜ ਰਹੇ ਆ, ਉੱਥੇ ਅਲੱਗ-ਅਲੱਗ ਜਿਹੜੀਆਂ ਕਮਿਊਨਿਟੀਜ਼ ਆ ਬਰਮਾ ਦੀ ਫੌਜ ਦੇ ਖਿਲਾਫ ਲੜ ਰਹੀਆਂ। ਤੇ ਉੱਥੋਂ ਉਹ ਕਿਉਂਕਿ ਫੌਜ ਦੇ ਉੱਥੇ ਦੀ ਜਿਹੜੇ ਡੈਮੋਕ੍ਰੇਸੀ ਚਾਹੁੰਦੇ ਆ ਉਹ ਵੀ ਫੌਜ ਦੇ ਬੰਦੇ ਖਿਲਾਫ ਲੜ ਰਹੇ ਆ, ਠੀਕ ਹੈ ਜੀ। ਤੇ ਉੱਥੇ ਜਿਹੜੇ ਸਿੱਖ ਵੀ ਤੇ ਉੱਥੇ ਇੱਕ ਬੀਬੀ ਦੀ ਮਾਸਟਰ ਦੀ, ਉਹਦਾ ਨਾਮ
ਮੈਂ ਨਾਮ ਨਹੀਂ ਚਲੋ ਦੱਸੂਗਾ, ਤੇ ਉਹਨੇ ਵੀ ਸਿਵਲ ਡਿਸਓਬੀਡੈਂਸ ਮੂਵਮੈਂਟ ਜਿਹੜੀ ਸੀ ਫੌਜ ਦੇ ਖਿਲਾਫ ਖੜੀ ਹੋਈ ਸੀ ਬਰਮਾ ਦੇ ਵਿੱਚ, ਉਹ 'ਚ ਪਾਰਟਿਸਿਪੇਟ ਕਰਿਆ। ਤਾਂ ਬਾਅਦ 'ਚ ਉਹਦੇ ਘਰੇ ਵੀ ਅਟੈਕ ਹੋਣ ਲੱਗਿਆ, ਤਾਂ ਉਹ ਛੱਡ ਕੇ ਭੱਜੇ ਹੀ, ਤੇ ਇੱਧਰ ਇੰਡੀਆ ਵਾਲੇ ਪਾਸੇ ਆ ਕੇ ਉਹ ਸੇਫਲੀ ਰਹਿ ਰਹੀ ਆ ਜੀ। ਤਾਂ ਫਿਰ ਉਹ ਕੂਕੀ ਵੀ ਉੱਧਰ ਲੜ ਰਹੇ ਆ, ਠੀਕ ਹੈ ਜੀ, ਬਰਮਾ ਦੀ ਫੌਜ ਦੇ ਖਿਲਾਫ। ਤਾਂ ਉਹ ਉਹਨਾਂ ਨੂੰ ਅਟੈਕ ਵੀ ਕਰਦੀ ਹੈ ਫੌਜ। ਤਾਂ ਉਹਨਾਂ 'ਚੋਂ ਬੰਦੇ ਇੱਧਰ ਆ ਵੀ ਰਹੇ, ਜਿਹੜਾ ਇਲੀਗਲ ਮਾਈਗ੍ਰੇਸ਼ਨ ਵਾਲਾ ਕਹਿੰਦੇ ਆ ਨਾ, ਤੇ ਮੈਂ ਹੁਣ ਇਹ ਨਹੀਂ ਕਹੂੰਗਾ ਵੀ ਪੂਰੀ ਤਰ੍ਹਾਂ ਸਹੀ ਹੈ, ਬਟ ਉਹ ਬੰਦੇ ਨੇ ਆ ਕੇ ਇੱਧਰ ਸ਼ੈਲਟਰ ਲਿਆ ਕਿ ਉਹ ਬਚ ਜਾਣ, ਠੀਕ ਹੈ ਜੀ। ਤੇ ਉਧਰ ਲੜਾਈ ਚੱਲ ਰਹੀ ਆ। ਔਰ ਬਾਕੀ ਮਿਜ਼ੋਰਮ ਜਿਹੜਾ ਹੈਗਾ, ਮਿਜ਼ੋਰਮ ਵਾਲੇ ਵੀ ਜ਼ੋ ਫੈਮਿਲੀ ਤੋਂ ਆ, ਔਰ ਜਿਹੜੇ ਕੂਕੀਆਰ ਤੇ ਮਿਜ਼ੋ ਆ, ਮਤਲਬ ਉਹ ਆਪਣੇ ਆਪ ਨੂੰ ਇੱਕੋ ਹੀ ਜਿਹੜੀ ਆ ਫੈਮਿਲੀ ਤੋਂ ਮੰਨਦੇ ਆ, ਕੂਕੀ ਚਿਨ ਹਿਲਸ ਤੋਂ ਉਹਨਾਂ ਦਾ ਓਰੀਜਨ ਵਾਲਾ ਮੰਨਦੇ ਆ ਕਿ ਸਾਡੀ ਸੇਮ ਹੀ ਫੈਮਿਲੀ ਆ। ਤੇ ਬਰਮਾ ਤੋਂ ਬੰਦੇ ਭੱਜ ਕੇ ਮਿਜ਼ੋਰਮ ਵੀ ਆਏ ਤੇ, ਮੈਂ ਉੱਥੇ ਵੀ ਗਿਆ ਦਾ, ਇਹ 2021 ਦੀ ਗੱਲ ਆ। ਤਾਂ ਉਹ ਬੰਦੇ ਰੋਡ ਉਹ ਕਰਦੇ ਆ, ਪਹਾੜੀਆਂ ਪੂੜੀਆਂ ਕ੍ਰੋਸ ਕਰਕੇ ਇੱਧਰ ਇੰਡੀਆ ਵਾਲੇ ਪਾਸੇ ਆ ਜਾਂਦੇ ਆ। ਤੇ ਫਿਰ ਉਹ ਬੰਦਿਆਂ ਨੂੰ ਜਦ ਇੰਡੀਆ ਦੀ ਜਿਹੜੀ ਸੈਂਟਰਲ ਗਵਰਨਮੈਂਟ ਆ, ਉਹਨਾਂ ਨੇ ਕਿਹਾ ਕਿ ਇਹ ਜਿਹੜੇ ਬੰਦੇ ਆ ਰਹੇ ਆ, ਅਸਮ ਰਾਈਫਲਸ ਨੂੰ ਕਿਹਾ ਕਿ ਇਹਨਾਂ ਬੰਦਿਆਂ ਨੂੰ ਬਾਹਰ ਭੇਜੋ, ਵਾਪਸ ਭੇਜੋ। ਇਹ ਮਿਜ਼ੋਰਮ ਦੀ ਸਰਕਾਰ ਨੂੰ ਵੀ ਕਿਹਾ ਜੀ। ਤੇ ਮਿਜ਼ੋਰਮ ਦਾ ਜਿਹੜਾ ਸੀਐਮ ਤਾਂ ਜ਼ੋਰਮਾਥੰਗਾ, ਉਹ ਕਹਿੰਦਾ ਵੀ ਅਸੀਂ ਇਹਨਾਂ ਨੂੰ ਵਾਪਸ ਨਹੀਂ ਭੇਜ ਸਕਦੇ, ਇਹ ਤਾਂ ਸਾਡੇ ਰਿਸ਼ਤੇਦਾਰ ਆ, ਅਸੀਂ ਉਹਨਾਂ ਨੂੰ ਰਾਸ਼ਨ ਵੀ ਦੇ ਰਹੇ ਆ, ਉਹਨਾਂ ਨੂੰ ਘਰਾਂ 'ਚ ਐਡਜਸਟ ਵੀ ਕਰਕੇ ਰੱਖਿਆ ਹੋਇਆ। ਉੱਥੇ ਜ਼ੰਗ ਮਿਜ਼ੋ ਐਸੋਸੀਏਸ਼ਨ ਆ ਮਿਜ਼ੋਰਮ ਦੇ ਵਿੱਚ, ਮੈਂ ਉਹਨਾਂ ਦੇ ਨਾਲ ਗਿਆ ਤਾਂ ਮਾੜਾ ਮੋਟਾ ਉੱਥੇ ਜਿਹੜੇ ਹੈਗੇ ਆ ਉਹਨਾਂ ਨੇ ਲੋਕਾਂ ਨੂੰ ਰੱਖਿਆ ਹੋਇਆ, ਉਹ ਹਜੇ ਵੀ ਆ। ਕੱਲ ਹੁਣ ਤੁਸੀਂ ਦੇਖੋ ਨਾ ਕਿ ਮਣੀਪੁਰ ਦੀ ਲੜਾਈ ਮਣੀਪੁਰ ਤੱਕ ਨਹੀਂ ਰਹੂਗੀ, ਇਹ ਮਿਜ਼ੋਰਮ ਤੱਕ ਵੀ ਪਹੁੰਚੂਗੀ। ਮਿਜ਼ੋਰਮ ਦੇ ਵਿੱਚ ਉਹਨਾਂ ਨੇ ਅਲਟੀਮੇਟਮ ਦਿੱਤਾ ਕਿ ਜਿੰਨੇ ਵੀ ਮੈਤਈ ਹੈਗੇ ਆ, ਕਿਉਂਕਿ ਮੈਤਈ ਕੂਕੀਆਂ ਨੂੰ ਮਾਰ ਰਹੇ ਆ, ਮਿਜ਼ੋਰਮ ਵਾਲੇ ਮਿਜ਼ੋ ਕਹਿੰਦੇ ਵੀ ਜਿਹੜੇ ਕੂਕੀਆਂ ਸਾਡੇ ਭਰਾ, ਉਹਨਾਂ ਦੀ ਇੱਕੋ ਫੈਮਿਲੀ ਹੈ ਸੇਮ। ਤਾਂ ਉਹ ਕਹਿੰਦੇ ਵੀ ਤੁਸੀਂ ਸਾਡਾ ਜਿਹੜਾ ਆ ਆਈਜ਼ੋਲ ਸਾਡੀ ਕੈਪੀਟਲ ਨੂੰ ਛੱਡ ਕੇ ਜਾਓ, ਨਹੀਂ ਅਸੀਂ ਜ਼ਿੰਮੇਵਾਰ ਨਹੀਂ ਹੈਗੇ, ਠੀਕ ਹੈ ਜੀ। ਤੇ ਉਹ ਜਿਹੜੀ ਵਾਇਲੈਂਸ ਆ ਉੱਥੇ ਵੀ ਹੋ ਸਕਦੀ ਆ। ਤੇ ਹੁਣ ਇਹ ਸਾਰਾ ਹਾਲਾਤ ਮਤਲਬ ਸਰਕਾਰ ਨੂੰ ਸਮਝਣਾ ਚਾਹੀਦਾ ਕਿ ਵਾਇਲੈਂਸ ਕਿੱਦਾਂ ਸਪਿਲ ਹੋ ਸਕਦੀ ਹੈ, ਦੂਜੇ ਪਾਸੇ ਵੀ ਜਾ ਸਕਦੀ ਹੈ ਜੀ। ਤਾਂ ਇਹਦੇ 'ਚ ਇੱਕ ਸੰਦੀਪ ਇਹ ਵੀ ਹੁੰਦਾ ਕਿ ਜਿਹੜਾ ਮਾਹੌਲ ਇਸ ਤਰ੍ਹਾਂ ਦਾ ਬਣਿਆ ਹੋਇਆ, ਇਨਸਾਫ ਦੀ ਕਿੰਨੀ, ਜਿਵੇਂ ਹੁਣ ਮੰਨ ਲਓ ਗ੍ਰਿਫਤਾਰੀਆਂ ਹੋ ਰਹੀਆਂ ਨੇ ਲਗਾਤਾਰ, ਕਹਿ ਰਹੀ ਹੈ ਸਰਕਾਰ ਵੀ ਅਸੀਂ ਇੰਨੇ ਗ੍ਰਿਫਤਾਰ ਕਰ ਲਏ, ਜਿਹੜਾ ਉਹ ਘਟਨਾ ਹੋਈ, ਰੇਪ ਵਾਲੀ ਘਟਨਾ ਹੋਈ, ਸਾਰਾ ਕੁਝ ਵਾਪਰਿਆ, ਇਨਸਾਫ ਦੀ ਕਿੰਨੀ ਕੁ ਉਮੀਦ ਹੁੰਦੀ ਹੈ ਉਹਨਾਂ ਇਲਾਕਿਆਂ ਦੀ? ਨਹੀਂ, ਇਨਸਾਫ ਦਾ ਚਲੋ ਮੇਰੇ ਕੋਲ ਉਹ ਤਾਂ ਮੈਂ ਡੇਟਾ ਨਹੀਂ ਦੇਖਿਆ ਕਿ ਕਿੰਨੇ ਬੰਦੇ ਪ੍ਰੋਸੀਕਿਊਟ ਹੁੰਦੇ ਆ, ਕਿੰਨੇ ਬੰਦਿਆਂ ਨੂੰ ਜੇਲ੍ਹ 'ਚ ਭੇਜ ਦੇਣਗੇ। ਬਟ ਹੁਣ ਇੱਥੇ ਮਸਲਾ ਇਹ ਨਾ ਕਿ ਸਟੇਟ ਨੇ ਤਾਂ ਉਹਨਾਂ ਬੰਦਿਆਂ ਨੂੰ ਬਹੁਤ ਜ਼ਿਆਦਾ ਪ੍ਰੋਸੀਕਿਊਟ ਕਰਿਆ ਨਾ, ਉੱਥੇ ਇਨਕਾਊਂਟਰ ਬੜੇ ਹੋਏ ਆ, ਉੱਥੇ ਰੇਪ ਬੜੇ ਹੋਏ ਆ, ਜੇਲ੍ਹਾਂ 'ਚ ਬੰਦੇ ਸਿੱਟੇ ਆ ਨਾ, ਤੇ ਉੱਥੇ ਦਾ ਉਹ ਚੀਜ਼ਾਂ ਜਿਹੜੀਆਂ ਇਹ ਉਹ ਹੋਈਆਂ ਹੀ ਆ ਨਾ। ਬਟ ਜੇ ਸਰਕਾਰ ਚਾਹਵੇ, ਹੁਣ ਇਨਸਾਫ ਇਹਦੇ 'ਚ ਕਿੱਦਾਂ ਇਨਸਾਫ ਦੇਣਗੇ? ਦੋ ਕਮਿਊਨਿਟੀਆਂ ਦੇ ਲੋਕ ਆਪਸ 'ਚ ਲੜ ਰਹੇ ਆ, ਸਰਕਾਰ ਕਿੱਦਾਂ ਇਨਸਾਫ ਇੰਸ਼ੋਰ ਕਰੂਗੀ? ਸਰਕਾਰ ਕਿਹੜੀ ਸਾਈਡ ਰਹੂਗੀ? ਕਿਉਂਕਿ ਉਹ ਦੋ ਕਮਿਊਨਿਟੀਆਂ, ਉਹਦੇ 'ਚੋਂ ਇੱਕ ਕਮਿਊਨਿਟੀ ਦਾ ਜਿਹੜੀ ਵੱਡੀ ਕਮਿਊਨਿਟੀ ਆ, ਜਿਹੜੀ ਇਸ ਟਾਈਮ ਜਿਹਦਾ ਸਰਕਾਰ ਇਸ ਟਾਈਮ ਸਾਥ ਦੇ ਰਹੀ ਹੈ, ਜਿਹਦਾ ਉੱਥੇ ਜਿਹੜਾ ਸਾਰਾ ਮਤਲਬ ਜਿਨ੍ਹਾਂ ਕੋਲ ਹਥਿਆਰ ਲੁੱਟ ਲਏ, ਜਿਨ੍ਹਾਂ ਦਾ ਸੀਐਮ ਪੂਰਾ ਸਪੋਰਟ ਕਰ ਰਿਹਾ, ਸੀਐਮ ਨੇ ਡਰਾਮਾ ਵੀ ਰਚਿਆ ਵੀ ਮੈਂ ਅਸਤੀਫਾ ਦੇਣ ਜਾ ਰਿਹਾ, ਬੀਬੀਆਂ ਨੇ ਆ ਕੇ ਰੋਕ ਲਿਆ। ਬੀਬੀਆਂ ਦੇ ਬਾਰੇ ਵੀ ਮੈਂ ਤਈਆਂ ਦੇ ਆਪਾਂ ਇੰਟਰਸਟਿੰਗ ਗੱਲ ਕਰਾਂਗੇ। ਤਾਂ ਉਹ ਬੰਦਿਆਂ ਨੂੰ ਕਿੱਦਾਂ ਪ੍ਰੋਸੀਕਿਊਟ ਕਰ ਦੂਗੀ ਸਟੇਟ? ਮਤਲਬ ਫਿਰ ਉਹ ਸਰਕਾਰ ਦੇ ਖਿਲਾਫ ਨਹੀਂ ਪੜਨਗੇ, ਦੇਖਣੇ ਵਾਲੀ ਗੱਲ ਹੋਊਗੀ। ਮਤਲਬ ਇਨਸਾਫ ਇਨਸੂਫ ਤਾਂ ਨਹੀਂ ਮੈਨੂੰ ਪਤਾ, ਬਟ ਮੈਨੂੰ ਹੁਣ ਇਹ ਪਤਾ ਕਿ ਵਾਇਲੈਂਸ ਬਹੁਤ ਹੋ ਰਹੀ ਹੈ, ਨੁਕਸਾਨ ਬੜਾ ਵੱਡਾ ਹੋ ਗਿਆ। ਕੂਕੀਆਂ ਦੇ ਵਿੱਚ ਸਰਕਾਰ ਦੇ ਪ੍ਰਤੀ, ਇੰਡੀਅਨ ਸਟੇਟ ਦੇ ਪ੍ਰਤੀ ਇੱਕ ਟਰਸਟ ਡਿਫਿਸਿਟ ਪੈਦਾ ਹੋਇਆ। ਉਹਨਾਂ ਨੂੰ ਲੱਗ ਰਿਹਾ ਵੀ ਯਾਰ ਇਹ ਬੰਦੇ ਸਾਡਾ ਕੁਝ ਨਹੀਂ ਕਰਨਗੇ, ਮਣੀਪੁਰ ਦੀ ਸਰਕਾਰ ਕੁਝ ਨਹੀਂ ਕਰੂਗੀ। ਔਰ ਕੂਕੀਆਂ ਦੇ ਜਿਹੜੇ ਐਮਐਲਏ ਦੇ ਆ ਵਾਇਲੈਂਸ ਤਾਂ ਹੁਣ ਹੋਈ ਆ ਮਈ ਦੇ ਵਿੱਚ। ਉਹ ਤੋਂ ਪਹਿਲਾਂ ਹੀ ਇਹਨਾਂ ਨੇ ਕੀ ਕਰਿਆ ਦਾ, ਇਹ ਬੰਦੇ ਦਿੱਲੀ ਜਾ ਰਹੇ ਤੇ ਇਹਨਾਂ ਨੇ ਮੋਦੀ ਸਰਕਾਰ ਨੂੰ ਕਿਹਾ, ਇਹਨਾਂ ਨੇ ਬਾਰ-ਬਾਰ ਕਿਹਾ ਕਈ ਜਣਿਆਂ ਨੇ ਕਿ ਯਾਰ ਐਨ ਵੀਰੇਨ ਸਿੰਘ ਨੂੰ ਹਟਾਓ, ਇਹ ਜਿਹੜਾ ਮੁੱਖ ਮੰਤਰੀ ਹੈ ਖਰਾਬ ਆ, ਸਾਡੀ ਕਮਿਊਨਿਟੀ ਨੂੰ ਡੈਮੋਨਾਈਜ਼ ਕਰ ਰਿਹਾ, ਸਾਡੀ ਕਮਿਊਨਿਟੀ ਦੇ ਨੂੰ ਸਪੈਸ਼ਲੀ ਟਾਰਗੇਟ ਕਰ ਰਿਹਾ, ਸਪੈਸੀਫਿਕਲੀ ਬਾਰ-ਬਾਰ ਟਾਰਗੇਟ ਕਰ ਰਿਹਾ। ਉਹਨਾਂ ਦਾ ਕਹਿਣਾ ਤਾਂ, ਬਟ ਦਿੱਲੀ ਵਾਲੀ ਸਰਕਾਰ ਨੇ ਕੋਈ ਐਕਸ਼ਨ ਨਹੀਂ ਲਿਆ, ਸੁਣਵਾਈ ਨਹੀਂ ਕੀਤੀ, ਕੋਈ ਸੁਣਵਾਈ ਨਹੀਂ ਹੋਈ ਹੈਗੀ। ਤੇ ਉਸ ਤੋਂ ਬਾਅਦ ਮਤਲਬ ਤੁਸੀਂ ਇਹ ਵੀ ਦੇਖੋਗੇ ਨਾ, 3 ਮਈ ਨੂੰ ਵਾਇਲੈਂਸ ਹੋਈ ਹੈ ਨਾ, ਤੇ ਇਹ ਚੂੜਾ ਚੰਦਪੁਰ ਤੋਂ ਸ਼ੁਰੂ ਹੁੰਦਾ। ਚੂੜਾ ਚੰਦਪੁਰ ਕੂਕੀਆਂ ਦਾ ਹੱਬ ਆ, ਤੇ ਮੈਂ ਉੱਥੇ ਗਿਆ ਦਾ। ਤੇ ਚੂੜਾ ਚੰਦਪੁਰ ਨੂੰ ਉਹ ਚੂੜਾ ਚੰਦਪੁਰ ਵੀ ਨਹੀਂ ਕਹਿੰਦੇ, ਉਹ ਕਹਿੰਦੇ ਕਿ ਇਹ ਤਾਂ ਯਾਰ ਸਾਰਾ ਮੈਤਈਆਂ ਨੇ ਦਿੱਤਾ ਹੋਇਆ ਨਾਮ ਆ, ਅਸੀਂ ਤਾਂ ਇਹਨੂੰ ਲਮਕਾ ਹੀ ਕਹਿੰਦੇ ਆ। ਲਮਕਾ ਦੇ ਵਿੱਚ ਹੀ ਤੇ ਇਹਨੇ ਜਾਣਾ ਦਾ ਐਨ ਬੀਰੇਨ ਸਿੰਘ ਨੇ 28 ਅਪ੍ਰੈਲ ਦੀ ਗੱਲ ਹੈ, 26 ਜਾਂ 28 ਅਪ੍ਰੈਲ ਦੀ ਗੱਲ ਹੈ। ਤੇ ਉਹ ਉੱਧਰ ਜਾਣਾ ਤਾਂ ਉਹਨੇ ਕੋਈ ਇਨੈਗੂਰੇਸ਼ਨ ਕਰਨ ਜਿਮ ਜੁਮ ਦਾ, ਤਾਂ ਉਹਨਾਂ ਨੇ ਉਸ ਟਾਈਮ ਅੱਗ ਉੱਗ ਲਾਤੀ ਦੀ, ਜਿਮ ਜੁਮ ਤੋੜਤੀ ਦੀ, ਕੁਰਸੀਆਂ ਤੋੜਤੀਆਂ ਦੀ, ਜਿੱਥੇ ਸੀਐਮ ਨੇ ਬਹਿਣਾ ਦਾ। ਸੀਐਮ ਨੂੰ ਸਮਝਣਾ ਚਾਹੀਦਾ ਵੀ ਮਾਹੌਲ ਕਿੰਨਾ ਖਰਾਬ ਆ। ਤੇ ਉਹ ਬੰਦੇ ਕੂਕੀ ਉਸ ਟਾਈਮ ਮੈਨੂੰ ਫੋਟੋਆਂ ਭੇਜ ਰਹੇ ਤੇ, ਵੀਡੀਓ ਭੇਜ ਰਹੇ ਤੇ ਵੀ ਯਾਰ ਆ ਦੇਖੋ ਕੀ ਹਾਲ ਆ। ਤੇ ਫਿਰ ਉਹਨਾਂ ਦਾ ਮੈਸੇਜ ਵੀ ਆਇਆ ਵੀ ਅਸੀਂ ਕਾਲ ਦੇ ਰਹੇ ਹਾਂ ਪ੍ਰੋਟੈਸਟ ਦੀ, ਤੇ ਗੱਲ ਹੋ ਰਹੀ ਸੀ। ਬਟ ਉਹ ਮਤਲਬ ਦਿੱਲੀ ਵਾਲੇ ਜਿਹੜੇ ਮਤਲਬ ਦ ਹਿੰਦੂ ਵਾਲੇ ਪਹਿਲਾਂ ਤੋਂ ਕਵਰ ਕਰ ਰਹੇ ਆ ਸ਼ੁਰੂ ਤੋਂ, ਮਤਲਬ ਉਹ ਪਤਾ ਲੱਗਣ ਲੱਗ ਗਿਆ ਤਾਂ ਕਿ ਮਾਹੌਲ ਬਣ ਰਿਹਾ ਪਹਿਲਾਂ ਤੋਂ ਹੀ। ਬਟ ਬਹੁਤ ਹੈ ਦਿੱਲੀ ਵਾਲੇ ਨਿਊਜ਼ ਆਰਗੇਨਾਈਜੇਸ਼ਨ, ਮੈਂ ਕੁਛ ਨੂੰ ਆਈਡੀਆ ਵੀ ਪਿਚ ਕਰਿਆ ਵੀ ਯਾਰ ਸਟੋਰੀ ਕਰਦੇ ਆ ਮਣੀਪੁਰ ਚੀਜ਼ਾਂ ਖਰਾਬ ਹੋਣੇ ਵਾਲੀਆਂ। ਮੈਂ ਕਾਫੀ ਟਾਈਮ ਤੋਂ ਨੋਟ ਕਰ ਰਿਹਾ, ਮਤਲਬ ਉਹਨਾਂ ਨੂੰ ਕੋਈ ਇੰਟਰਸਟ ਹੀ ਨਹੀਂ ਤਾਂ, ਉਹਨਾਂ ਨੂੰ ਲੱਗਿਆ ਕਿ ਛੱਡੋ ਇਹਦਾ ਹੋ ਜਾਣਾ। ਬਟ ਹੁਣ ਸਾਰੇ ਬੰਦਿਆਂ ਨੂੰ ਭੇਜ ਰਹੇ, ਬਾਈ ਫਲਾਈਟ ਭੇਜ ਰਹੇ। ਤੇ ਉਸ ਟਾਈਮ ਕਿਸੇ ਨੇ ਇੰਟਰਸਟ ਨਹੀਂ ਲਿਆ, ਔਰ ਹੁਣ ਜਦ ਵਾਇਲੈਂਸ ਇਸ ਲੈਵਲ ਤੇ ਪਹੁੰਚ ਗਈ, ਹੁਣ ਸਾਰੇ ਸੀਰੀਅਸ ਹੋ ਗਏ ਇੱਕੋ ਦਮ। ਪਹਿਲਾਂ ਕੋਈ ਵੀ ਸੀਰੀਅਸ ਨਹੀਂ। ਤੁਹਾਨੂੰ ਕੀ ਲੱਗਦਾ ਇਹਦਾ ਅੰਤ ਕਿੱਥੇ ਜੇ ਹੋਊਗਾ?
ਜਿਸ ਹਿਸਾਬ ਦੇ ਨਾਲ ਲਗਾਤਾਰ, ਕਿਉਂਕਿ ਭਾਵੇਂ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਹੁਣੀ ਵੀ ਉੱਥੇ ਜਾ ਕੇ ਆਏ, ਉਸ ਤੋਂ ਬਾਅਦ ਵੀ ਹਾਲਾਤ ਤਾਂ ਸੁਧਰ ਨਹੀਂ ਰਹੇ, ਉਹ ਹਾਲਾਤ ਹੋਰ ਉਸ ਤੋਂ ਵੀ ਜ਼ਿਆਦਾ ਖਰਾਬ ਹੋ ਰਹੇ। ਨਹੀਂ ਅੰਤ ਤਾਂ ਪਤਾ ਨਹੀਂ ਹੁਣ, ਜਿਵੇਂ ਦੇਖੋ ਨਾ ਕਿ ਕੂਕੀ ਸੈਪਰੇਟ ਐਡਮਿਨਿਸਟ੍ਰੇਸ਼ਨ ਦੀ ਮੰਗ ਕਰ ਰਹੇ ਹਨ, ਸੈਪਰੇਟ ਸਟੇਟ ਨੋਟ ਓਨਲੀ ਸੋਲੂਸ਼ਨ, ਇਦਾਂ ਕੋਈ ਨਾਰਾ ਦਿੱਤਾ ਸੈਪਰੇਟ ਐਡਮਿਨਿਸਟ੍ਰੇਸ਼ਨ ਕਿ ਅਸੀਂ ਸੀਐਮ ਦੇ ਥੱਲੇ ਨਹੀਂ ਰਹਿਣਾ, ਸਾਡਾ ਅਲੱਗ ਕਰ ਦਿਓ ਕੰਮ। ਤੇ ਉਹ ਕਿੰਨੀ ਕੁ ਮੰਗ ਕਰਦੇ ਆ, ਜੇ ਉਹਨੂੰ ਅਸੈਪਟ ਕਰਦੇ ਆ ਮੈਂ ਤਾਂ ਹੀ ਕੀ ਕਹਿਣਗੇ, ਠੀਕ ਹੈ ਜੀ। ਜੇ ਉਹਨਾਂ ਨੂੰ ਇਦਾਂ ਹੀ ਰੱਖਦੇ ਆ ਤਾਂ ਉਹ ਗੁੱਸਾ ਆਦਾ ਉਹਨਾਂ ਦੇ ਵਿੱਚ ਹੈਗਾ ਹੀ ਆ। ਤੇ ਉਹਨਾਂ ਨੇ ਆਪਣੇ ਮਤਲਬ ਹੁਣ ਇਹ ਵੀ ਹੈ ਨਾ ਕਿ ਉਹ ਕਿੱਦਾਂ ਉਹਨਾਂ ਨੇ ਬੰਕਰ ਬਣਾ ਲਏ ਤੇ ਲਾ ਕੇ ਬੋਰੀਆਂ ਖੜੇ ਹੋਏ ਆ, ਹਥਿਆਰ ਇੰਨੇ ਲੁੱਟੇ ਗਏ ਆ, ਮਤਲਬ ਹੁਣ ਇਹ ਦੇਖਣਾ ਪਊਗਾ। ਮਤਲਬ ਇਹ ਪਹਿਲਾਂ ਕੁਛ ਨਹੀਂ ਤੁਸੀਂ ਕਹਿ ਸਕਦੇ। ਇਹ ਵੀ ਹੈ ਨਾ ਵੀ ਸਾਰੇ ਭਾਈਚਾਰਿਆਂ ਨੂੰ ਇੱਕ ਮਹਿਸੂਸ ਕਰਾਉਣਾ ਕਿ ਸਰਕਾਰ ਤੁਹਾਡੇ ਪੱਖ ਦੀ ਹੈ ਜਾਂ ਸਰਕਾਰ ਤੁਹਾਨੂੰ ਮਾਹੌਲ ਦੇਵੇਗੀ, ਇਹ ਵੀ ਔਖਾ ਹੁੰਦਾ ਜੇ। ਨਹੀਂ ਇਹ ਤਾਂ ਉੱਥੇ ਫੀਲ ਬਹੁਤ ਮੁਸ਼ਕਿਲ ਹੈ ਨਾ, ਕਿਉਂਕਿ ਪਾਵਰ ਉਹਨਾਂ ਦੇ ਕੋਲ, ਮੈਤਈਆਂ ਦੇ ਕੋਲ, ਬਟ ਉਹ ਇੰਡੀਆ ਦੇ ਖਿਲਾਫ ਵੀ ਲੜ ਰਿਹਾ ਉਹਨਾਂ ਦੇ ਗਰੁੱਪ ਜੀ, ਤੇ ਕੂਕੀਆਂ ਦੇ ਗਰੁੱਪ ਉਸ ਲੈਵਲ ਤੇ ਇੰਡੀਆ ਦੇ ਖਿਲਾਫ ਨਹੀਂ ਲੜ ਰਹੇ। ਮਿਜ਼ੋਰਮ ਵਾਲੇ ਜਿਹੜੇ ਹੈਗੇ ਆ ਉਹ ਇੰਡੀਆ ਤੋਂ ਆਜ਼ਾਦੀ ਮੰਗਦੇ ਤੇ ਉਹਨਾਂ ਨੇ ਮਿਜ਼ੋ ਨੈਸ਼ਨਲ ਫਰੰਟ ਬਣਾਇਆ ਤਾ। ਇੰਡੀਆ ਦੀ ਸਰਕਾਰ ਨੇ 1965 ਜਾਂ 66 ਦੀ ਗੱਲ ਆ, ਤਾਂ ਉਸ ਟਾਈਮ ਉਹਨਾਂ ਨੇ ਬੰਬ ਵੀ ਕਰਿਆ ਆਈਜ਼ੋਲ ਨੂੰ, ਠੀਕ ਹੈ ਜੀ, ਹਥਿਆਰ ਬੰਬ ਸਿੱਟਦੇ ਤੇ ਫੌਜ ਨੇ, ਤੇ ਜਿਹੜੇ ਪਿੰਡ ਤੇ ਮਿਜ਼ੋਰਮ ਦੇ ਵਿੱਚ ਪਹਾੜਾਂ ਦੇ ਵਸੇ ਦੇ ਉੱਥੋਂ ਲੋਕਾਂ ਨੂੰ ਲਿਆ ਕੇ ਕੱਢ ਕੇ ਸੜਕਾਂ ਦੇ ਕੰਢੇ ਨੇੜੇ ਲਿਆ ਕੇ ਵਸਾਇਆ, ਮਤਲਬ ਤਾਰਾਂ ਦੂਰਾਂ ਲਾਤੀਆਂ, ਮਤਲਬ ਬੜਾ ਬਰੂਟਲੀ ਉਹਨਾਂ ਦੇ ਅਤਿਆਚਾਰ ਕਰਿਆ। ਤੇ ਫਿਰ 1985 'ਚ ਮਿਜ਼ੋ ਅਕੋਰਡ ਹੋ ਗਿਆ ਜਿਹੜਾ ਲਾਲ ਡੇਂਗਾ ਦਾ ਉਹਨਾਂ ਦੇ ਨਾਲ, ਤੇ ਉੱਥੇ ਤਾਂ ਆ ਗਈ ਸ਼ਾਂਤੀ। ਹੁਣ ਉਹਨਾਂ ਦਾ ਇਹ ਆ ਕਿ ਉਹਨਾਂ ਦਾ ਸਿਸਟਮ ਸਾਰਾ ਚੱਲ ਰਿਹਾ। ਹੁਣ ਕੂਕੀਆਂ ਨੂੰ ਕਿੱਦਾਂ ਕਰਨਗੇ? ਕੂਕੀ ਮਤਲਬ ਤਾਂ ਸੈਪਰੇਟ ਸਟੇਟ ਦੀ ਪਹਿਲਾਂ ਮੰਗ ਕਰਦੇ, ਸੈਪਰੇਟ ਐਡਮਿਨਿਸਟ੍ਰੇਸ਼ਨ ਤੇ ਗੱਲ ਪਹੁੰਚੀ ਦੀ ਗੱਲਬਾਤ ਚੱਲ ਰਹੀ ਸੀ, ਤੇ ਮਤਲਬ ਇਹਨਾਂ ਨੇ ਅਮਿਤ ਸ਼ਾਹ ਉਹਨਾਂ ਨੇ ਵਾਅਦਾ ਵੀ ਕਰਿਆ, ਮਤਲਬ ਜਿਹੜੇ ਕਈ ਕੂਕੀ ਗਰੁੱਪ ਆ ਨਾ, ਜਿਹੜੇ ਬੈਂਡ ਗਰੁੱਪ ਦੇ, ਉਹਨਾਂ ਨੇ ਮਤਲਬ ਇਹਨਾਂ ਨੂੰ ਇਹ ਉਹ ਵੀ ਲੈਂਡ ਕਰੀ ਹੈ, ਸਪੋਰਟ ਵੀ ਲੈਂਡ ਕਰੀ ਹੈ ਇਲੈਕਸ਼ਨ ਦੇ ਟਾਈਮ, ਵੀ ਤੁਹਾਡਾ ਅਸੀਂ ਸਪੋਰਟ ਕਰਦੇ ਹਾਂ, ਉਹ ਤੁਸੀਂ ਕਹਿੰਦੇ ਕਿ ਤੁਹਾਡੀਆਂ ਮੰਗਾਂ ਅਸੀਂ ਪੂਰੀਆਂ ਕਰਾਂਗੇ। ਤੇ ਬਟ ਦੂਜੇ ਪਾਸੇ ਮਤਲਬ ਮਣੀਪੁਰ ਤਾਂ ਇੱਦਾਂ ਹੀ ਚੱਲਦਾ ਰਹੂਗਾ ਨਾ। ਮਣੀਪੁਰ ਦੇ ਵਿੱਚ ਜਿਹੜਾ ਇੱਕ ਦੂਜਾ ਵੱਡਾ ਗਰੁੱਪ ਆ ਉਹ ਹੈਗਾ ਆ ਮੈਤਈਆਂ ਤੋਂ ਬਾਅਦ, ਉਹ ਹੈਗਾ ਨਾਗਾਜ਼ ਦਾ ਜੀ। ਨਾਗਾਜ਼ ਦੇ ਬਹੁਤ ਜ਼ਿਆਦਾ ਜ਼ਿਲ੍ਹੇ ਹੈਗੇ ਆ ਉੱਥੇ ਵੀ, ਉਹਨਾਂ ਦੇ ਵੀ ਕਈ ਜ਼ਿਲ੍ਹੇ ਆ, ਸੌਰੀ ਬਹੁਤ ਜ਼ਿਆਦਾ ਤਾਂ ਨੇ, ਤੇ ਨਾਗਾਲੈਂਡ ਨਾਲ ਲੱਗਦਾ ਆ ਬਿਲਕੁਲ। ਤੇ ਹੁਣ ਇੰਡੀਆ ਦੀ ਸਰਕਾਰ ਦਾ 2015 ਦੇ ਵਿੱਚ ਫਰੇਮਵਰਕ ਐਗਰੀਮੈਂਟ ਸਾਈਨ ਹੋਇਆ, ਠੀਕ ਹੈ ਜੀ, ਨਾਗਾਜ਼ ਦੇ ਨਾਲ। ਤੇ ਉਹ ਫਰੇਮਵਰਕ ਐਗਰੀਮੈਂਟ ਦੇ ਵਿੱਚ ਪਤਾ ਨਹੀਂ ਹੁਣ ਕੀ ਚੀਜ਼ਾਂ ਆ, ਤੇ ਮਤਲਬ ਇੰਡੀਆ ਦੀ ਸਰਕਾਰ ਨੇ ਇੱਕ ਅਲੱਗ ਰੂਲ ਇਹ ਜਾਰੀ ਕਰਤਾ ਦਾ ਸਰਕੂਲਰ ਉਹ ਕਿ ਕਿਆ ਕੁਛ ਹੋਇਆ। ਤਾਂ ਉਸ ਤੋਂ ਬਾਅਦ ਜਿਹੜੇ ਨਾਗਾ ਤੇ ਉਹ ਬੰਦੇ ਕਹਿੰਦੇ ਕਿ ਇਹ ਜਿਹੜਾ ਹੈ ਤੁਸੀਂ ਅਮੈਂਡ ਕਰਕੇ ਕਰਿਆ, ਇਹ 'ਚ ਛੇੜਛਾੜ ਕਰੀ ਆ, ਉਹਨੂੰ ਲੈ ਕੇ ਰੋਲਾ ਵੀ ਪਿਆ। ਤੇ ਉਹ ਹੈਗਾ ਉੱਥੇ ਦਾ ਵੱਡਾ ਗਰੁੱਪ NSCN-IM ਮੂਵੀ ਆ ਉਹਨਾਂ ਦਾ ਗਰੁੱਪ ਆ, ਉਹ ਵੀ ਹਥਿਆਰ ਚੱਕ ਕੇ ਲੜਦੇ ਆ। ਸਭ ਤੋਂ ਲੌਂਗੈਸਟ ਇੰਸਰਜੈਂਸੀ ਇੰਡੀਆ 'ਚ ਅਗਰ ਕੋਈ ਅਲੱਗ ਦੇਸ਼ ਲਈ ਚੱਲ ਰਹੀ ਆ ਤਾਂ ਉਹ ਨਾਗਾਲੈਂਡ ਦੀ ਆ। ਜਾਨੀ ਕਿ ਜੇ ਉਸ ਮਤਲਬ ਮਣੀਪੁਰ ਦੀ ਗੱਲ ਕਰ ਲਈ, ਇੱਕ ਮਸਲਾ ਨਹੀਂ ਹੈਗਾ ਜਿਹਨੂੰ ਸਰਕਾਰ ਬਹੁਤ ਸਾਰੇ ਮਸਲੇ ਨੇ। ਹਾਂ ਮਤਲਬ ਹੁਣ ਉਹਦੇ 'ਚ ਮਸਲਾ ਹੈ ਨਾ ਕਿ ਜੇ ਕੱਲ੍ਹ ਨੂੰ ਉਹਨਾਂ ਦੀ ਮੰਗ, ਨਾਗਾਲੈਂਡ ਦੀ ਮੰਗ ਤੇ ਸਰਕਾਰ ਕਦੇ ਕੰਸੀਡਰ ਵੀ ਕਰਦੀ ਆ, ਤਾਂ ਜਿਹੜੀ ਮੈਤਈ ਕਮਿਊਨਿਟੀ ਆ ਉਹਦੇ ਵੀ ਖਿਲਾਫ ਆ। ਉਹ ਕਹਿੰਦੇ ਕਿ ਸਾਡੀ ਸਟੇਟ ਇੱਦਾਂ ਰਹਿਣੀ ਚਾਹੀਦੀ ਹੈ ਜੀ, ਇੰਟੀਗ੍ਰਿਟੀ ਅਸੀਂ ਬਚਾ ਕੇ ਰੱਖਣੀ ਆ, ਸਾਡੇ ਏਰੀਏ ਤੋੜ ਕੇ ਕੱਲ੍ਹ ਤੁਸੀਂ ਨਾਗਾਜ਼ ਨੂੰ ਨਾ ਦੇ ਦਿਓ। ਤੇ ਉਹ ਜਿਹੜਾ ਮੂਵੀ ਦਾ ਘਰ ਹੈਗਾ ਮਣੀਪੁਰ ਦੇ ਵਿੱਚ ਜੀ, ਆਈ ਥਿੰਕ ਅਖਰੂਲ ਡਿਸਟ੍ਰਿਕਟ 'ਚ ਮਣੀਪੁਰ ਦੇ ਵਿੱਚ ਆ, ਮੈਨੂੰ ਜਿੱਥੇ ਤੱਕ ਯਾਦ ਆ ਜੀ। ਤੇ ਉਹਦੇ ਵਿੱਚ ਇਹ ਹੋਇਆ ਕਿ ਉਹ ਮੂਵੀਆਂ ਨੇ ਜਦ ਆਪਣੇ ਘਰੇ ਆਉਣਾ ਦਾ 2008, 9 ਜਾਂ 10 ਦੀ ਗੱਲ ਆ, ਐਗਜ਼ੈਕਟ ਈਅਰ ਯਾਦ ਨਹੀਂ ਮੈਨੂੰ ਜੀ। ਤਾਂ ਉਸ ਟਾਈਮ ਜਿਹੜਾ ਉੱਥੇ ਦਾ ਉਕਰਮ ਅਬੋਬੀ ਸਿੰਘ ਦਾ CM 144 ਲਾਤੀ, ਉਹਨੂੰ ਵੜਨ ਨਹੀਂ ਦਿੱਤਾ ਹੈਗਾ ਕਿ ਮਤਲਬ ਅਸੀਂ ਨਹੀਂ ਵੜਨ ਦਿੰਦੇ। ਤੇ ਉਹ ਬੰਦਾ ਵਿਚਾਰਾ ਬਹੁਤ ਜ਼ਿਆਦਾ ਦੁਖੀ ਦਾ ਮੂਵੀ ਆ, ਕਹਿੰਦਾ ਯਾਰ ਮੈਂ ਇੰਨੇ ਸਾਲ ਬਾਅਦ ਆਪਣੇ ਘਰੇ ਆਇਆ, ਤੇ ਕਹਿੰਦਾ ਵੀ ਮੈਂ ਆਪਣੇ ਮਾਂ-ਬਾਪ ਦੇ ਗ੍ਰੇਵਸ ਤੇ ਜਾਣਾ ਤਾਂ ਨਾ, ਜਿਹੜੇ ਜਿੱਥੇ ਉਹਨਾਂ ਦੀਆਂ ਉਹ ਲਾਸ਼ਾਂ ਦੱਬਦੇ, ਉਹ ਸਾਰੀਆਂ ਗੱਲਾਂ ਉਹ ਕਹਿ ਰਿਹਾ ਤਾਂ। ਤੇ ਬਟ ਉਹ ਸਾਰੀ ਪੋਲੀਟਿਕਸ ਇਹ ਆ ਕਿ ਮਤਲਬ ਉਹ ਤਾਂ ਕਨਫਲਿਕਟ ਵਾਲਾ ਏਰੀਆ ਹੈਗਾ ਆ, ਤੇ ਉੱਥੇ ਪਤਾ ਨਹੀਂ ਹੈਗਾ ਕਿ ਕਦ ਭਾਂਬੜ ਜਿਹੜਾ ਮੱਚ ਜਾਣਾ ਹੈ, ਕਦ ਲੜਾਈ ਹੋ ਜਾਊਗੀ ਜੀ। ਯਾਨੀ ਕਿ ਉਸ ਮਾਹੌਲ ਨੂੰ ਇਹ ਨਹੀਂ ਸਮਝਿਆ ਜਾ ਸਕਦਾ ਕਿ 1 ਮਿੰਟ ਪਹਿਲਾਂ ਕਿਸ ਤਰ੍ਹਾਂ ਦਾ ਮਾਹੌਲ ਆ ਤੇ 5 ਮਿੰਟ ਬਾਅਦ ਕਿਸ ਤਰ੍ਹਾਂ। ਨਹੀਂ ਬਟ ਉਹ ਪੋਲੀਟਿਕਸ ਕਰਦੇ ਆ ਨਾ ਬੰਦੇ, ਜਿਹੜੀ ਉੱਥੇ ਬੰਦੇ ਪੋਲੀਟਿਕਸ ਕਰਦੇ ਆ, ਗਰੁੱਪ ਪੋਲੀਟਿਕਸ ਕਰਦੇ ਆ, ਉਹ ਉਹਨਾਂ ਦੀ ਪੋਲੀਟਿਕਸ ਕਿੱਦਾਂ ਦੀ ਹੋਊਗੀ ਉੱਤੇ ਹੀ ਡਿਪੈਂਡ ਕਰਦਾ। ਸਰਕਾਰ ਉਹਨਾਂ ਨੂੰ ਕਿੱਦਾਂ ਰੱਖ ਸਕਦੀ ਹੈ ਖੁਸ਼, ਇਹ ਸਰਕਾਰ ਦਾ, ਕਿਉਂਕਿ ਬੰਦੇ ਬਹੁਤ ਪਿਆਰ ਨਾਲ ਤੁਹਾਨੂੰ ਡੀਲ ਕਰਨਾ ਪਊਗਾ। ਤੁਸੀਂ ਓਵਰ ਪਾਵਰ ਨਹੀਂ ਇਹਨਾਂ ਨੂੰ ਕਰ ਸਕਦੇ ਹੈਗੇ, ਜੇ ਓਵਰ, ਕਿਉਂਕਿ ਪਹਾੜੀ ਏਰੀਆ ਨਾ, ਟ੍ਰੇਨ ਆ, ਠੀਕ ਹੈ ਨਾ ਜੀ। ਪਲੇਨ ਵਾਲਾ ਦਾ ਇਹੀ 10% ਹੈ ਨਾ ਮੈਤਈ ਵਾਲਾ, ਬਟ ਉਹਨਾਂ ਦਾ ਵੀ ਬਹੁਤ ਸਟਰੋਂਗ ਸਟਰਕਚਰ ਆ ਨਾ, ਬਹੁਤ ਜ਼ਿਆਦਾ ਆਰਗੇਨਾਈਜੇਸ਼ਨਸ ਆ, ਬਹੁਤ ਜ਼ਿਆਦਾ ਉਹ ਕਲੋਜ਼ ਨਿਟ ਕਮਿਊਨਿਟੀਜ਼ ਆ ਬਹੁਤ ਜ਼ਿਆਦਾ। ਤੇ ਹੁਣ ਆਪਾਂ ਇਹਨਾਂ ਦੀ ਗੱਲ ਕਰੀਏ ਕਮਿਊਨਿਟੀਜ਼ ਦੀ, ਆਰਗੇਨਾਈਜੇਸ਼ਨਸ ਦੀ, ਉੱਥੇ ਬੀਬੀਆਂ ਦਾ ਗਰੁੱਪ ਆ ਮੇਰਾ ਪਈ ਵੀ ਜਿੱਦਾਂ ਕਰਕੇ ਪ੍ਰੋਨਾਂਸ ਨਹੀਂ ਮੈਨੂੰ ਪਤਾ ਕਿੱਦਾਂ ਕਰਨਾ, ਤੇ ਬੀਬੀਆਂ ਬਹੁਤ ਜ਼ਿਆਦਾ ਸੁਸਾਇਟੀ ਦੇ ਵਿੱਚ ਐਕਟਿਵ ਹੈਗੀਆਂ ਆ। ਤੇ ਔਰ ਇਹ ਵੀ ਸੰਦੀਪ ਜਿਵੇਂ ਗੱਲ ਕੀਤੀ ਹੈ, ਕਹਿੰਦੇ ਜਦੋਂ ਅਟੈਕ ਕਰਨਾ ਹੁੰਦਾ, ਕਿਸੇ ਵੀ ਘਟਨਾ ਨੂੰ ਅੰਜਾਮ ਦੇਣਾ ਹੁੰਦਾ, ਪਹਿਲਾਂ ਬੀਬੀਆਂ ਨੂੰ ਅੱਗੇ ਕੀਤਾ ਜਾਂਦਾ। ਬੀਬੀਆਂ, ਹਾਂ, ਉਹਨਾਂ ਦਾ ਇੱਕ ਤਰੀਕਾਕਾਰ ਹੈ। ਹਾਂ, ਬੀਬੀਆਂ ਜਾਨੀ ਜਿੱਦਾਂ ਹੁਣ ਕੂਕੀਆਂ ਦੇ ਪਿੰਡਾਂ ਨੂੰ ਅੱਗ ਲੱਗ ਰਹੀ ਸੀ, ਮੈਤਈਆਂ ਦੀ ਬੀਬੀਆਂ ਅੱਗੇ ਚੱਲ ਗਈਆਂ, ਆ ਉਹ ਡੰਡੇ ਡੁੰਡੇ ਚੱਕ ਕੇ ਅੱਗੇ ਮੂਹਰੇ ਚੱਲ ਜਾਂਦੀਆਂ, ਫੌਜ ਨੂੰ ਜਾਣ ਤੋਂ ਰੋਕ ਰਹੀਆਂ ਦੀਆਂ। ਤਾਂ ਮਤਲਬ ਇਦਾਂ ਦੀਆਂ ਖਬਰਾਂ ਆਈਆਂ।
ਤੇ ਹੁਣ ਵੀ ਇਹ ਆ, ਹੁਣ ਉਹਨਾਂ ਨੇ ਡਰਾਮਾ ਵੀ ਕਰਿਆ ਬੀਬੀਆਂ ਨੇ ਕਿ ਜਿੱਦਾਂ ਆ ਬੰਦੇ ਦੇ ਰੇਪ ਵਾਲੇ ਬੰਦਿਆਂ ਦੇ ਨਾਮ ਆਏ, ਜਿਹੜੇ ਬੰਦੇ ਦਾ ਸਭ ਤੋਂ ਪਹਿਲਾਂ ਨਾਮ ਆਇਆ ਅਰੈਸਟ ਹੋਈ ਆ, ਉਹਦਾ ਘਰ ਜਾ ਕੇ ਇਹਨਾਂ ਨੇ ਜਾਲਤਾ ਜਾ ਕੇ ਬੀਬੀਆਂ ਨੇ ਵੀ ਅਸੀਂ ਖਿਲਾਫ ਹਾਂ। ਬਟ ਇਹਨਾਂ ਨੇ ਪਹਿਲਾਂ ਇੰਡੀਆ ਦੀ ਆਰਮੀ ਨੇ ਜਦੋਂ ਰੇਪ ਕਰੇ ਆ, ਆਰੋਪ ਲੱਗਦਾ ਸਿਕਿਉਰਿਟੀ ਫੋਰਸਿਸ ਦੇ ਇੰਡੀਆ ਦੀਆਂ ਦੇ, ਤਾਂ ਉੱਥੇ ਜਾ ਕੇ ਵੀ ਇਹ ਬੀਬੀਆਂ ਪ੍ਰੋਟੈਸਟ ਉਹਦੇ ਖਿਲਾਫ ਵੀ ਕਰਦੀਆਂ ਰਹੀਆਂ। ਔਰ ਮਣੀਪੁਰ ਦੀ ਸੋਸਾਇਟੀ 'ਚ ਬਹੁਤ ਜ਼ਿਆਦਾ ਵੱਡਾ ਬੀਬੀਆਂ ਦਾ ਰੋਲ ਆ। ਤੇ ਪਹਿਲਾਂ ਵੀ ਮੈਨੂੰ ਯਾਦ ਆ ਕਿ 1939 ਦੀ ਗੱਲ ਆ, ਉਸ ਟਾਈਮ ਇਹ ਹੋਇਆ ਤਾਂ ਜਿਹੜਾ ਕਿ ਮਣੀਪੁਰ ਦੇ ਵਿੱਚੋਂ ਜਿਹੜੀ ਮਾਰਵਾੜੀ ਬਿਜ਼ਨਸਮੈਨ ਆ ਨਾ, ਇੰਨੀ ਰਾਈਸ ਮਿਲਸ ਹੈਗੀਆਂ ਸੀ ਉੱਧਰ ਜੀ, ਤਾਂ ਉਹ ਬੰਦੇ ਕੀ ਕਰਦੇ ਤੇ, ਉਹ ਚੌਲ ਬਾਹਰ ਭੇਜੀ ਜਾਂਦੇ ਤੇ, ਵਰਲਡ ਵੋਰ ਲੱਗੀ ਸੀ, ਚੌਲ ਬਾਹਰ ਭੇਜ ਰਹੇ ਤੇ ਨਾ, ਐਕਸਪੋਰਟ ਜਿਹਾ ਕਰ ਰਹੇ ਤੇ। ਤਾਂ ਇਹ ਬੀਬੀਆਂ ਨੇ ਕਿਹਾ ਵੀ ਯਾਰ ਇੱਥੇ ਦਾ ਰੇਟ ਚੌਲਾਂ ਦਾ ਬਹੁਤ ਵੱਧ ਗਿਆ, ਮਤਲਬ ਉਹ ਕਿਉਂਕਿ ਉਹ ਕੰਮ ਕਰਦੀਆਂ ਨੇ ਨਾ, ਬਿਲਕੁਲ। ਤਾਂ ਫਿਰ ਇਹਨਾਂ ਨੇ ਉਹਦੇ ਲਈ ਮਤਲਬ ਕਾਫੀ ਲੜਾਈ ਲੜੀ ਵੀ ਇਹ ਜਿਹੜਾ ਬੰਦ ਕਰਾਓ, ਐਕਸਪੋਰਟ ਬੰਦ ਕਰਨ ਦੀ ਸ਼ਾਇਦ ਲੜਾਈ ਦੀ, ਜੇ ਮੈਨੂੰ ਸਹੀ ਹੈ ਨਾ ਜੀ। ਤਾਂ ਫਿਰ ਉਹਨੂੰ ਲੈ ਕੇ ਵੀ ਉਹ ਲੜੀਆਂ ਬੀਬੀਆਂ। ਉਹ ਤੋਂ ਪਹਿਲਾਂ 1904 'ਚ ਇੱਕ ਹੋਰ ਮਸਲੇ ਨੂੰ ਲੈ ਕੇ ਲੜੀਆਂ ਸੀ, ਬਟ ਮੈਨੂੰ ਯਾਦ ਨਹੀਂ ਹੁਣ ਐਗਜ਼ੈਕਟਲੀ। ਜਿਹੜੀ ਕਿ ਜਿਹੜੇ ਮਣੀਪੁਰ ਦੇ ਲੋਕ ਨੇ ਜਾਂ ਇਲਾਕੇ, ਉਸ ਇਲਾਕੇ ਦੇ ਲਗਾਤਾਰ ਲੜ ਰਹੇ ਨੇ। ਹਾਂ, ਮੈਂ ਤਾਂ ਹੀ ਬੀਬੀਆਂ ਲੜ ਰਹੀਆਂ ਆ, ਬੰਦੇ ਲੜ ਰਹੇ ਆ, ਸਾਰੇ ਲੜ ਰਹੇ ਆ। ਲੜਨ ਤੋਂ ਉਹ ਡਰਦੇ ਨਹੀਂ ਹੈਗੇ, ਬਟ ਜੇ ਉਹਨਾਂ ਦੀ ਲੜਾਈ ਆ ਗਈ ਤਾਂ ਉਹਨੇ ਲੜਨਾ ਨਾ, ਆਪਣੇ ਇੰਟਰਸਟ ਲਈ ਉਹ ਲੜਦੇ ਆ, ਉਹ ਖੜੇ ਰਹਿਣਗੇ। ਮਤਈਆਂ ਦੀ ਇੱਕ ਗੱਲ ਹੋਰ ਵੀ ਹੈ, ਕਹਿੰਦੇ ਜਦੋਂ ਉਹਨਾਂ ਨੇ ਇਲਾਕਾ ਚੁਣਿਆ, ਜਾਨੀ ਕਿ ਉਹ ਉਸ ਖੇਤਰ ਦੇ ਵਿੱਚ ਜਿੱਥੇ ਹੁਣ ਰਹਿ ਰਹੇ, ਉਹਨਾਂ ਨੇ ਖੁਦ ਚੁਣਿਆ ਸੀ ਕਿ ਅਸੀਂ ਇੱਥੇ ਹੀ ਰਹਿਣਾ, ਪਰ ਅੱਜ ਉਹਨਾਂ ਦੀ ਮੰਗ ਆ ਕਿ ਅਸੀਂ ਪਹਾੜੀ ਖੇਤਰ ਦੇ ਵਿੱਚ ਵੀ ਸਾਨੂੰ ਇਸ ਗੱਲ ਦੀ ਹੋਵੇ ਕਿ ਅਸੀਂ ਖਰੀਦ ਸਕੀਏ। ਇਹ ਵੀ ਮਸਲਾ ਸੀ। ਨਹੀਂ ਮਤਲਬ ਹੁਣ ਮੈਨੂੰ ਇਹ ਐਗਜ਼ੈਕਟ ਨਹੀਂ ਯਾਦ ਵੀ ਉਹਨਾਂ ਨੇ ਇਹ ਚੁਣਿਆ ਜਾਂ ਕਿੱਦਾਂ, ਮੈਨੂੰ ਇਹਦੇ ਬਾਰੇ ਨਹੀਂ ਪਤਾ ਹੈਗਾ। ਬਟ ਉਹ ਵੈਲੀ ਦੇ ਵਿੱਚ ਰਹਿ ਰਹੇ, ਵੈਲੀ 'ਚ ਇਹ ਹੈ ਨਾ ਕਿ ਤੁਸੀਂ ਖੇਤੀ ਕਰ ਸਕਦੇ ਹੋ, ਬਿਲਕੁਲ। ਬਟ ਹੁਣ ਉਹ ਓਵਰਬਰਡਨਡ ਹੋ ਗਈ ਨਾ, ਸਾਰੇ ਲੋਕ ਆ ਕੇ ਉੱਥੇ ਰਹਿ ਸਕਦੇ ਆ, ਖਰੀਦ ਸਕਦੇ ਆ। ਉਹਨਾਂ ਨੂੰ ਇਹ ਲੱਗਦਾ ਵੀ ਅਸੀਂ ਪਹਾੜਾਂ ਵਾਲੇ ਪਾਸੇ ਕਿਉਂ ਨਹੀਂ ਜਾ ਸਕਦੇ ਜੀ। ਤੇ ਉਹਨਾਂ ਦੀ ਇੱਕ ਹੋਰ ਵੀ ਹੈ ਨਾ ਕਿ ਇੱਕ ਉਹ ਹੈਗੀ ਆ, ਇੱਕ ਮਾਊਂਟੇਨ ਆ, ਕੋਰਬੂ ਪਹਾੜੀ ਆ ਕੋਈ ਸ਼ਾਇਦ, ਤੇ ਉਹ ਉਧਰ ਉਹ ਉਹਨੂੰ ਸੈਕਰੇਡ ਮੰਨਦੇ ਆ, ਪਵਿੱਤਰ ਮੰਨਦੇ ਆ ਵੀ ਅਸੀਂ ਉਧਰ ਜਾਇਆ ਕਰਨਾ, ਕੋਈ ਸ਼ਰਾਈਨ ਸ਼ਰੂਈਨ ਹੋਊਗਾ ਉਹਨਾਂ ਦਾ ਜੀ। ਤੇ ਉਹ ਮਤਲਬ ਉਹਨਾਂ ਨੂੰ ਇਹ ਲੱਗਦਾ ਵੀ ਇਹ ਸਾਡਾ ਆ, ਤੇ ਉਹਨੂੰ ਲੈ ਕੇ ਵੀ ਲੜਾਈ ਆ। ਉਹ ਕੁਕੀਆਂ ਦਾ ਕਹਿਣਾ ਕਿ ਉਹ ਸਾਡਾ ਏਰੀਆ, ਤੇ ਉਹਨੂੰ ਲੈ ਕੇ ਵੀ ਜਿਹੜੀਆਂ ਚੀਜ਼ਾਂ ਜਿਹੜੀਆਂ ਚੱਲਦੀਆਂ ਰਹਿੰਦੀਆਂ ਬਾਰ-ਬਾਰ ਜੀ। ਤੇ ਬਟ ਉਹ ਬੰਦੇ ਲੜਨ ਤੋਂ ਡਰਦੇ ਨਹੀਂ, ਜੇ ਉਹਨਾਂ ਨੂੰ ਲੱਗਦਾ ਵੀ ਲੜਾਈ ਆ ਗਈ ਨਾ, ਉਹ ਡਰ ਲੈਣਗੇ, ਉਹਨੂੰ ਲੱਗਦਾ ਵੀ ਕੋਈ ਚੱਕਰ ਨਹੀਂ ਲੜਨ ਲਈ। ਤੇ ਸੰਦੀਪ, ਅਖੀਰ ਤੇ ਜੇ ਉਹਨਾਂ ਲੋਕਾਂ ਦੀ ਗੱਲ ਕਰ ਲਈਏ ਮਣੀਪੁਰ ਖਾਸ ਤੌਰ ਤੇ, ਉਹਨਾਂ ਦੇ ਮੁੱਖ ਕਿੱਤੇ ਕੀ ਨੇ? ਖੇਤੀਬਾੜੀ ਮੁੱਖ ਕਿੱਤਾ ਜਾਂ ਹੋਰ ਵੀ ਉਹਨਾਂ ਦੇ ਕਿੱਤੇ ਨੇ ਜਿਨ੍ਹਾਂ ਦੇ ਨਾਲ ਉਹ ਆਪਣੇ ਪਰਿਵਾਰ ਪਾਲਦੇ ਨੇ? ਨਹੀਂ, ਬੇਸਿਕਲੀ ਉਹ ਬੰਦੇ ਕੀ ਕਰਦੇ ਆ, ਖੇਤੀਬਾੜੀ ਵੀ ਕਰਦੇ ਆ ਵੈਲੀ ਵਾਲੇ ਜੀ, ਤੇ ਮਤਲਬ ਹੋਰ ਕੰਮ ਵੀ ਆ, ਲੇਬਰ ਵਾਲਾ ਵੀ ਕੰਮ ਵੀ ਆ। ਤੇ ਹੁਣ ਉੱਥੋਂ ਬੱਚੇ ਬਹੁਤ ਬਾਹਰ ਜਾ ਰਹੇ ਆ, ਬਾਹਰਲੇ ਪਾਸੇ 'ਚ। ਅੱਛਾ। ਤੇ ਹੋਰ ਅਲੱਗ-ਅਲੱਗ ਸਟੇਟਾਂ 'ਚ ਤੁਸੀਂ ਸਾਊਥ ਜਾਓਗੇ ਤਾਂ ਤੁਹਾਨੂੰ ਬਹੁਤ ਜਣੇ ਮਿਲਣਗੇ ਜੀ। ਤੇ ਇਹ ਤੋਂ ਇਲਾਵਾ ਤਾਂ ਫੁੱਟਬਾਲ ਬਹੁਤ ਖੇਡਦੇ ਆ ਜਵਾਕ। ਤੇ ਔਰ ਬਾਕੀ ਇਹ ਵੀ ਹੈ ਨਾ, ਤੁਸੀਂ ਦੇਖਿਆ ਹੋਣਾ ਕਿ ਪੋਲੋ ਦੇਖੀ ਆ ਕਿ ਜਿਹੜੇ ਘੋੜੇ ਦੇ ਉੱਤੇ ਬੈਠ ਕੇ ਹਾਕੀ ਖੇਡਦੇ ਆ। ਪੋਲੋ ਦਾ ਓਰੀਜਨ ਦਾ ਨਹੀਂ ਪਤਾ, ਬਟ ਕਲੇਮ ਕਰਿਆ ਜਾਂਦਾ ਕਿ ਜਿਹੜੇ ਗੋਰੇ ਤੇ ਉਹਨਾਂ ਨੇ ਪਹਿਲੀ ਵਾਰੀ ਮਣੀਪੁਰ ਵਾਲਿਆਂ ਨੂੰ ਦੇ ਰਾਜਿਆਂ ਨੂੰ ਪੋਲੋ ਖੇਡਦੇ ਦੇਖਿਆ ਤਾਂ ਘੋੜਿਆਂ ਦੇ ਉੱਤੇ ਬੈਠ ਕੇ ਖੇਡ ਰਹੇ ਤੇ। ਉਸ ਤੋਂ ਬਾਅਦ ਇਨਸਪੀਰੇਸ਼ਨ ਲੈ ਕੇ ਉਹ ਉੱਥੇ ਲੈ ਕੇ ਗਏ, ਉਸ ਤੋਂ ਬਾਅਦ ਗੇਮ ਦੇ ਰੂਲ ਬਣੇ ਉਹ। ਹਾਂ, ਬਟ ਉਹਦਾ ਮੇਨ ਕਿੱਤੇ ਵਾਲੀ ਗੱਲ ਆ ਕਿ ਖੇਤੀ ਵੀ ਹੈਗੀ ਆ, ਇਸ ਤੋਂ ਇਲਾਵਾ ਉਹ ਬੰਦੇ ਵਪਾਰ ਵੀ ਕਰਦੇ ਆ, ਜਿੱਥੇ ਤੱਕ ਮੈਂ ਦੇਖੇ ਆ। ਮਤਲਬ ਉਹ ਵਪਾਰ ਕਰਦੇ ਆ ਕਿਉਂਕਿ ਉਹ ਟ੍ਰੇਡ ਬੜਾ ਹੁੰਦਾ ਨਾ, ਸਮਗਲਡ ਗੁੱਡਸ ਆਉਂਦੀਆਂ ਉੱਧਰੋਂ, ਆ ਸਾਰੀਆਂ ਸਟੇਟਾਂ ਤੋਂ ਅਲੱਗ-ਅਲੱਗ ਤਰ੍ਹਾਂ ਨੂੰ, ਤਾਂ ਉੱਥੋਂ ਆਉਂਦੀਆਂ। ਔਰ ਬਾਕੀ ਜਿਹੜਾ ਉਹਨਾਂ ਤੁਸੀਂ ਜਦ ਜਾਓਗੇ ਤੁਸੀਂ ਉਹਨਾਂ ਦਾ ਪਹਿਰਾਵਾ ਆ, ਮਤਲਬ ਉਹ ਇੰਡੀਆ ਵਾਲੇ ਲੋਕਾਂ ਨਾਲ ਨਹੀਂ ਮੈਚ ਕਰਦੇ ਆ, ਜਿਹੜੇ ਮਤਲਬ ਯੂਪੀ, ਬਿਹਾਰ, ਬਾਕੀ ਸਟੇਟਾਂ, ਉਹਨਾਂ ਦੇ ਜਿਹੜੇ ਫੀਚਰਸ ਆ ਸਾਰੇ ਮੋਂਗੋਲਾਈਡ ਫੀਚਰਸ ਆ ਨਾ, ਮੰਗੋਲੀਅਨਸ ਵਰਗੇ ਜੀ। ਤੇ ਉਹ ਜਿਹੜਾ ਉਹਨਾਂ ਦਾ ਫੈਸ਼ਨ ਆ, ਕੁੜੀਆਂ ਦਾ ਜਿਹੜਾ ਉਹ ਸੈਂਸ ਆ, ਉਹ ਮਤਲਬ ਕਿਤੇ ਕੋਰੀਅਨਸ ਦਾ ਭੁਲੇਖਾ ਪੈਂਦਾ ਵੀ ਉਹ ਉੱਦਾਂ ਦੇ ਕੱਪੜੇ, ਡਰੈਸਅਪ ਸਾਰਾ ਉਹਨਾਂ ਦਾ ਉੱਦਾਂ ਦਾ। ਉੱਥੇ ਆਈ ਥਿੰਕ ਕੋਰੀਅਨ ਡਿਪਾਰਟਮੈਂਟ ਵੀ ਹੈ ਮਣੀਪੁਰ ਯੂਨੀਵਰਸਿਟੀ ਦੇ ਵਿੱਚ, ਮੈਂ ਗਿਆ ਤਾਂ। ਮਤਲਬ ਉਹ ਕੋਰੀਆ ਵਾਲੇ ਵੀ ਆਉਂਦੇ ਹੁੰਦੇ ਵੀ ਲੈਂਗੁਏਜ ਸਾਡੀ ਸਿੱਖਦੇ ਆ ਲੋਕ, ਮਤਲਬ ਥੋੜਾ ਉਹਦਾ। ਬਾਕੀ ਹਾਂ, ਮਣੀਪੁਰ ਯੂਨੀਵਰਸਿਟੀ 'ਚ ਵੀ ਵਾਇਲੈਂਸ ਹੋਈ ਸੀ ਨਾ, ਇੰਨਾ ਡਿਵਾਈਡ ਆ ਕਿ ਜਦ ਉਹ ਹੋਇਆ ਸਾਰੀ ਵਾਇਲੈਂਸ ਬ੍ਰੇਕ ਆਊਟ ਹੋਈ, ਤੇ ਯੂਨੀਵਰਸਿਟੀ ਦੇ ਵਿੱਚ ਜਿਹੜੇ ਪੜ੍ਹ ਰਹੇ ਤੇ ਕੁਕੀ, ਉਹਨਾਂ ਦੇ ਵੀ ਅਟੈਕ ਹੋਏ ਆ। ਤੇ ਉਹ ਸਾਰਾ ਮਸਲਾ, ਜਦੋਂ ਮਾਹੌਲ ਖਰਾਬ ਹੁੰਦਾ ਸਾਰਾ ਕੁਝ, ਹਾਂ ਸਾਰਾ ਕੁਝ ਹੁੰਦਾ। ਤੇ ਹੁਣ ਉਹਦੇ ਨੈਟ ਦੀ ਦੇਖੋ ਕਿੰਨੀ ਦਿੱਕਤ ਆ ਨਾ, ਮਤਲਬ ਹੁਣ 2-3 ਮਹੀਨੇ ਤੋਂ ਨੈਟ ਬੰਦ। ਹੁਣ ਬ੍ਰੌਡਬੈਂਡ ਵਾਲਾ ਇਹਨਾਂ ਨੇ ਅਲਾਉ ਕਰਿਆ, ਬਟ ਉਹ ਵੀ ਲਿਮਿਟਸ ਨਾਲ ਕਰਿਆ ਨਾ। ਤੇ ਉਹਦੇ ਵਿੱਚ ਇਹ ਆ ਕਿ ਤੁਹਾਡਾ ਨੈਟ ਚੱਲ ਰਿਹਾ, ਬਟ ਤੁਸੀਂ ਵਾਈਫਾਈ ਨਹੀਂ ਯੂਜ਼ ਕਰ ਸਕਦੇ ਉਹਦੇ ਚੋਂ, ਤੇ ਉਹ ਸੋਸ਼ਲ ਮੀਡੀਆ ਵਾਲੀ ਐਪ ਨਹੀਂ ਕਰ ਸਕਦੇ। ਮਤਲਬ ਇੰਨੀਆਂ ਰਿਸਟ੍ਰਿਕਸ਼ਨਸ ਨਾਲ ਕਿੱਦਾਂ ਚੱਲੂਗਾ? ਔਰ ਇਹ ਨੈਟ ਬੰਦ ਕਰਨ ਨਾਲ ਮੈਨੂੰ ਲੱਗਦਾ ਕਿ ਫਰਜ਼ੀ ਖਬਰਾਂ ਵੀ ਬਹੁਤ ਫੈਲੀਆਂ, ਕਿ ਮਤਲਬ ਇੱਕ ਫੋਟੋ ਪਤਾ ਨਹੀਂ ਕਿੱਧਰੋਂ ਕਿਹਨੇ ਚਲਾਤੀ। ਉਹ ਵੀ ਹੋਇਆ ਨਾ, ਉਸ ਤੋਂ ਬਾਅਦ ਹੀ ਸਾਰਾ ਕੁਝ ਵਾਪਰਿਆ ਵੀ ਇਸ ਕਹਿੰਦੇ ਕਿ ਸਮੁਦਾਇ ਦੇ ਜਿਹੜੇ ਲੜਕੀ ਸੀ ਉਹਦੇ ਨਾਲ ਇਸ ਤਰ੍ਹਾਂ ਦਾ ਇੱਕ ਪਹਿਲਾਂ ਖਬਰ ਆਈ ਕਿ ਜਿਹੜੀ ਮਹਿਤਈ ਬੀਬੀ ਆ, ਉਹਦਾ ਉਹ ਚੂੜਾ ਚੰਦਪੁਰ ਮੈਡੀਕਲ ਕਾਲਜ ਹੁਣ ਨਵਾਂ ਰੀਸੈਂਟਲੀ ਉਹ ਬਣਿਆ ਥੋੜਾ ਟਾਈਮ ਪਹਿਲਾਂ ਵੀ, ਉਹ ਮੈਡੀਕਲ ਕਾਲਜ ਉਹਦੀ ਬਿਲਡਿੰਗ ਬਿਲਕੁਲ ਨਵੀਂ ਹੈ, ਮੈਂ ਦੇਖਿਆ ਉਹ ਜਿੱਦਾਂ ਉਹਨਾਂ ਨੇ ਬਣਾਇਆ ਨਵੇਂ ਜਿਹੇ ਤਰੀਕੇ ਨਾਲ। ਤਾਂ ਉਹਦੇ ਵਿੱਚ ਉਹਨੇ ਕਿਹਾ ਵੀ ਉਹ ਨਰਸ ਸੀ, ਉਹਦੇ ਨਾਲ ਰੇਪ ਹੋਇਆ,
ਤੇ ਉਸ ਤੋਂ ਬਾਅਦ ਇਹ ਜਿਹੜਾ ਹੋਇਆ ਸਾਰਾ ਉਹ ਫੇਕ ਨਿਊਜ਼ ਵੀ ਫੈਲ ਰਹੀ ਹੈ। ਉਹ ਦਿੱਲੀ ਦੀ ਲੜਕੀ ਦੱਸੇ ਜਾਂਦੇ ਵੀ ਅਸਲ ਦੇ ਵਿੱਚ ਹੈ ਉਹ ਦਿੱਲੀ ਦੀ ਸੀ, ਕਿਸ ਤਰ੍ਹਾਂ ਦਾ ਕਤਲ ਹਾਂ ਉਹ ਹੋਇਆ। ਕਿਸੇ ਹੋਰ ਜਗ੍ਹਾ ਦੀ ਸੀ ਉਹ, ਬਟ ਉਹ ਉਹਨਾਂ ਨੇ ਉੱਥੇ ਦੀ ਦਿਖਾਤੀ। ਤੇ ਉਹਦੇ ਵਿੱਚ ਇਹ ਹੈ ਕਿ ਜੇ ਨੈੱਟ ਚੱਲਦਾ ਹੁੰਦਾ, ਜੇ ਕੋਈ ਫੇਕ ਨਿਊਜ਼ ਵੀ ਫੈਲਾਉਂਦਾ, ਫੇਕ ਨਿਊਜ਼ ਸਪਰੈਡ ਕਰਦੀ, ਬਟ ਉਹਦਾ ਕੋਈ ਫੈਕਟ ਚੈੱਕ ਵੀ ਨਾਲੇ ਕਰ ਦਿੰਦਾ ਜੀ। ਤੇ ਇਹ ਵੀ ਸਾਰੀਆਂ ਚੀਜ਼ਾਂ, ਬਟ ਪਤਾ ਨਹੀਂ ਖਬਰਾਂ ਹੁਣ ਵਰਡ ਆਫ ਮਾਊਥ ਦੇ ਨਾਲ ਵੀ ਫੈਲ ਰਹੀਆਂ ਨਾ। ਇੱਕ ਬੰਦੇ ਨੇ ਦੂਜੇ ਬੰਦੇ ਨੂੰ ਦੱਸਤੀ, ਦੂਜੇ ਨੇ ਤੀਜੇ ਨੂੰ, ਤੇ ਇਹਦਾ ਝੂਠੀਆਂ ਖਬਰਾਂ ਫੈਲੀ ਜਾਣਗੀਆਂ। ਤੁਸੀਂ ਨੈੱਟ ਬੰਦ ਕਰਕੇ ਰੱਖਿਆ, ਬਿਜ਼ਨਸ ਕਿੰਨਾ ਬਰਬਾਦ ਹੋਇਆ ਹੋਊਗਾ। ਉਸ ਐਂਗਲ ਤੋਂ ਸਟੋਰੀਆਂ ਹੀ ਨਹੀਂ ਅਜੇ ਹੋਈਆਂ। ਸੰਦੀਪ, ਮਣੀਪੁਰ ਨੂੰ ਲੈ ਕੇ ਆਪਾਂ ਚਰਚਾ ਕੀਤੀ ਹੈ ਤੇ ਤੁਸੀਂ ਸਾਨੂੰ ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ। ਠੀਕ ਹੈ ਜੀ, ਥੈਂਕਸ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਇਹ ਸਾਡੇ ਨਾਲ ਸੰਦੀਪ ਸਿੰਘ ਜੀ, ਜਿਨ੍ਹਾਂ ਨੇ ਖੁਦ ਵੀ ਮਣੀਪੁਰ ਗਏ ਤਾਂ ਉੱਥੋਂ ਦੇ ਹਾਲਾਤ ਜਿਹੜੇ ਇਹਨਾਂ ਨੇ ਦੇਖੇ ਤੇ ਮਣੀਪੁਰ ਦੀ ਸਥਿਤੀ ਕੀ ਹੈ, ਮਣੀਪੁਰ ਦੇ ਹਾਲਾਤ ਇਸ ਤਰ੍ਹਾਂ ਦੇ ਕਿਉਂ, ਸਾਰੀ ਗੱਲਬਾਤ ਨੂੰ ਲੈ ਕੇ ਚਰਚਾ ਕੀਤੀ ਹੈ। ਤੇ ਅੱਗੇ ਮਿਲਦੇ ਹਾਂ ਕਿਸੇ ਨਵੀਂ ਸ਼ਖਸੀਅਤ ਦੇ ਨਾਲ। ਦਿਓ ਆਗਿਆ, ਸਤਿ ਸ੍ਰੀ ਅਕਾਲ।